15 909 0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408 888 888 99 18 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 76 98 ਦੇ ਉੱਤੇ। ਗੱਲਬਾਤ ਦੀ ਜਿਹੜੀ ਉਹ ਸ਼ੁਰੂਆਤ ਕਰਾਂਗੇ ਅਤੇ ਆਪਾਂ ਨਾਲ ਹੀ ਆਪਣੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇਸ ਜਿਹੜੇ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ 'ਚ ਆਪਾਂ ਜਿਹੜੀਆਂ ਆ ਉਹ ਗੱਲਬਾਤ ਕਰਦੇ ਹੁੰਦੇ ਹਾਂ, ਅਤੇ ਫਿਰ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡੀਆਂ ਜਿਹੜੀਆਂ ਉਹ ਕਾਲਸ ਲਈਆਂ ਜਿਹੜੀਆਂ ਹੋ ਜਾਂਦੀਆਂ ਆ। ਅੱਜ ਅਟਰਨੀ ਟਿਰਕੇਣਾ ਜੀ, ਅੱਜ ਆਪਾਂ ਕਿਹੜੇ ਇਸ਼ੂ ਨੂੰ, ਕਿਹੜੀ ਗੱਲਬਾਤ ਨੂੰ ਡਿਸਕਸ ਕਰਨ ਜਾ ਰਹੇ ਹਾਂ ਜੀ? ਇੱਕ ਬਰੀਫਲੀ ਪੇਰੋਲ ਇਨ ਪਲੇਸ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਜ਼ਰੂਰ। ਤੇ ਫਿਰ ਆਪਾਂ ਇੱਕ ਕੇਸ ਲਾਅ ਜਿਹੜਾ ਉਹ ਡਿਸਕਸ ਕਰਨਾ। ਤੇ ਪੇਰੋਲ ਇਨ ਪਲੇਸ ਦੀ ਗੱਲ ਤਾਂ ਕਰਾਂਗੇ ਕਿਉਂਕਿ ਨਾ ਉਹਦੀ ਕਾਫੀ ਲੋਕੀ ਜਿਹੜੀ ਕੰਸਲਟੇਸ਼ਨ ਮੰਗ ਰਹੇ ਆ ਤੇ ਉਹਨਾਂ ਨੂੰ ਤਾਂ ਕਿ ਜਿਹੜੀ ਇਨਫੋਰਮੇਸ਼ਨ ਇੱਥੇ ਮਿਲ ਜਾਵੇ, ਕੰਸਲਟੇਸ਼ਨ ਨਾ ਬਣਾਉਣੀ ਪਵੇ। ਸੋ ਇਨਫੋਰਮੇਸ਼ਨ ਇਹ ਹੈ ਕਿ ਜਿਹੜਾ ਪੇਰੋਲ ਇਨ ਪਲੇਸ I-131F ਜਿਹੜਾ ਚਲਾਇਆ ਸੀਗਾ ਇਹਨਾਂ ਨੇ ਪ੍ਰੋਗਰਾਮ, ਉਹਨਾਂ ਦੇ ਉੱਤੇ ਕਈ ਸਟੇਟਸ ਨੇ ਜਿਹੜਾ ਲਾਅ ਸੂਟ ਹੁਣ ਕਰਤਾ ਹੈ ਨਾ। ਜਿੱਦਾਂ ਆਪਾਂ ਪਹਿਲਾਂ ਹੀ ਪ੍ਰੈਡਿਕਟ ਕੀਤਾ ਹੀ ਸੀਗਾ ਸ਼ੁਰੂ ਤੋਂ ਹੀ, ਆਪਣੀਆਂ ਵੀਡੀਓ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਆ ਕਿ ਪੇਰੋਲ ਇਨ ਪਲੇਸ ਦੀ ਜਦੋਂ ਈਵਨ ਸੋਸ਼ਲ ਮੀਡੀਆ ਤੇ ਟਿਕਟੌਕ ਵਗੈਰਾ ਤੇ ਵੀ ਪਾਈ ਸੀ ਕਿ ਇਹ ਦੇਖਦੇ ਆ ਕਿ ਕਿੰਨੀ ਦੇਰ ਇਹ ਚੱਲਣਾ। ਕਬਾਲੀਏ ਤੋਂ ਉਮੀਦ ਨਾ ਲਾਇਓ, ਸਾਨੂੰ ਪਤਾ ਨਹੀਂ ਇਹ ਪੋਲੀਟੀਕਲ ਸਟੰਟ ਆ ਕੀ ਆ, ਕੀ ਇਹਦਾ ਫਿਊਚਰ ਜਿਹੜਾ ਹੋਣਾ। ਤੇ ਉਹਨਾਂ ਨੇ ਕਈ ਲਾਇਰਸ ਨੇ ਰਿਪੋਰਟ ਕੀਤਾ ਕਿ ਉਹਨਾਂ ਨੇ ਜਦੋਂ ਅਰਲੀ ਫਾਈਲਿੰਗ ਕੀਤੀ ਸੀ, 1-2 ਜਣਿਆਂ ਦੇ ਜਿਹੜੇ ਪੇਰੋਲ ਇਨ ਪਲੇਸ ਜਿਹੜੇ ਫਾਰਮ ਅਪਰੂਵ ਹੋ ਗਏ ਸੀਗੇ ਇਨੀਸ਼ੀਅਲੀ ਪਹਿਲੇ 1-2 ਦਿਨਾਂ ਦੇ ਵਿੱਚ। ਉਹ ਹੁਣ ਪਤਾ ਨਹੀਂ ਕਿ ਇਹ ਸਹੀ ਇਨਫੋਰਮੇਸ਼ਨ ਹੈ, ਕਿੰਨਿਆਂ ਦੇ ਹੋਏ ਕਿੰਨਿਆਂ ਦੇ ਨਹੀਂ ਹੋਏ। ਪਰ ਜਦੋਂ ਦਾ ਲਾਅ ਸੂਟ ਪੈ ਗਿਆ ਤੇ ਕਾਫੀ ਜਿਹੜੀ ਇਹਦੇ ਬਾਰੇ ਚਰਚਾ ਚੱਲ ਰਹੀ ਕਿ ਕੀ ਇਸ ਪ੍ਰੋਗਰਾਮ ਦਾ ਫਿਊਚਰ ਹੋਊਗਾ। ਤੇ ਹੁਣ ਜਿਹੜੀ USCIS ਉਹਨਾਂ ਨੇ ਅਨਾਉਂਸ ਕੀਤਾ ਕਿ ਉਹ ਐਪਲੀਕੇਸ਼ਨ ਐਕਸੈਪਟ ਕਰ ਰਹੇ ਆ, ਪਰ ਉਹ ਤੇ ਐਡਜੂਡੀਕੇਟ ਨਹੀਂ ਕਰੂਗੇ, ਮਤਲਬ ਪੈਂਡਿੰਗ 'ਚ ਰਹੂਗੀਆਂ। ਤੇ ਸਾਨੂੰ ਇਹਦਾ ਫਿਊਚਰ ਨਹੀਂ ਪਤਾ ਹੁਣ ਕਿ ਇਸ ਵੇਲੇ ਇਹ ਪ੍ਰੋਗਰਾਮ ਜਿਹੜਾ ਕਿੱਧਰ ਨੂੰ ਜਾਣਾ। ਅਗੇਨ ਮਤਲਬ ਇਲੈਕਸ਼ਨ ਆ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਸਰਕਾਰ ਜਿਹੜੀ ਆਣੀ ਆ। ਤੇ ਕਈ ਲੋਕੀ ਜਿਹੜੇ ਹੁਣ ਕਾਲ ਕਰਦੇ ਆ, ਕੰਸਲਟੇਸ਼ਨ ਮੰਗਦੇ ਆ, ਉਹ ਇਹ ਹੈ ਕਿ ਉਹ ਜਾਂ ਤਾਂ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਹੈਗੇ ਆ ਤੇ ਜਾਂ ਉਹਨਾਂ ਦੇ ਉੱਤੇ ਆਲਰੇਡੀ ਡੀਪੋਟੇਸ਼ਨ ਆਰਡਰ ਵਗੈਰਾ ਪੁਰਾਣਾ ਜਿਹੜਾ ਲੱਗਿਆ ਹੋਇਆ। ਠੀਕ ਹੈ। ਤੇ ਉਹ ਕੀ ਉਹਨਾਂ ਨੂੰ ਮੇਨ ਖਤਰਾ ਇੱਕ ਇਹ ਹੈ ਕਿ ਮੈਨੂੰ ਫੜ ਨਾ ਲੈਣ। ਹਾਂਜੀ, ਜੀ। ਸੋ ਕੰਸਲਟੇਸ਼ਨ ਦਾ ਪਰਪਸ ਇਹ ਹੁੰਦਾ ਕਿ ਮੈਨੂੰ ਇਨਫੋਰਮੇਸ਼ਨ ਦਿਓ ਕਿ ਕੋਈ ਮੈਨੂੰ ਰਿਸਕ ਤਾਂ ਨਹੀਂ ਹੈਗਾ ਇਹਦਾ ਪੇਰੋਲ ਇਨ ਪਲੇਸ ਫਾਈਲ ਕਰਨ ਦਾ। ਸੋ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਅਗੇਨ ਇਹ ਡਿਪੈਂਡ ਕਰਦਾ, ਦੇਖੋ ਰਿਸਕ ਤਾਂ ਏਦਾਂ ਕਿ ਜਿਹੜੇ ਹੁਣ ਬੰਦਾ ਕ੍ਰੈਡਿਟ ਕਾਰਡ ਯੂਜ਼ ਕਰ ਰਿਹਾ, ਸੋਸ਼ਲ ਸਿਕਿਉਰਿਟੀ ਯੂਜ਼ ਕਰ ਰਿਹਾ, ਜੇ ਫੜਨ ਤੇ ਆਣ ਬੰਦੇ ਨੂੰ ਉਹ ਤਾਂ ਕਿਸੇ ਨੂੰ ਵੀ ਫੜ ਸਕਦੇ ਆ, ਹਨਾ। ਪ੍ਰਾਇੋਰਟੀ ਨਹੀਂ ਉਹਨਾਂ ਲਈ। ਹਾਂਜੀ, ਰੈਸਟੋਰੈਂਟਾਂ ਤੇ ਛਾਪੇ ਮਾਰ ਸਕਦੇ ਆ, ਫਾਰਮਸ ਤੇ ਛਾਪੇ ਮਾਰ ਸਕਦੇ ਆ, ਮੀਟ ਪੈਕਿੰਗ ਇੰਡਸਟਰੀਜ਼ ਤੇ ਛਾਪੇ ਮਾਰ ਸਕਦੇ ਆ। ਤੇ ਕਈ ਵਾਰੀ ਵਿੱਚ ਖਬਰ ਆਉਂਦੀ ਹੈ, ਕਰਦੇ ਵੀ ਏਦਾਂ ਟਾਵਾਂ ਜਿਹੜੀਆਂ 7-11 ਤੇ ਕੁਝ ਸਾਲ ਪਹਿਲਾਂ ਬਹੁਤ ਸਾਰੇ ਇਕੱਠੇ ਹੀ ਛਾਪੇ ਵੱਜੇ ਸੀ ਉਦੋਂ ਜੀ। ਹਾਂਜੀ। ਸੋ ਦੇਖੋ ਕਰਨ ਨੂੰ ਤਾਂ ਉਹ ਕੁਛ ਵੀ ਕਰ ਸਕਦੇ। ਹੁਣ ਜਿਹਨਾਂ ਦੇ ਰਿਮੂਵਲ ਕਈ ਵਾਰੀ ਲੱਗ ਗਏ ਸੀਗੇ ਤੇ ਲੋਕੀ 15-15 20-20 ਸਾਲ ਤੋਂ ਜਿਹੜੇ ਹੁਣ ਜਦੋਂ ਏਦਾਂ ਦਾ ਕੋਈ ਪ੍ਰੋਗਰਾਮ ਆਉਂਦਾ ਨਾ, ਕਈ ਵਾਰੀ ਕਾਲ ਜਾਂਦੀਆਂ 1980s 'ਚ ਮੈਂ ਆਇਆ ਸੀਗਾ, 1990s 'ਚ ਆਇਆ ਸੀਗਾ। ਤੇ ਪੁਰਾਣੇ ਜਿਹੜੇ ਕੇਸ ਆ, ਖਰਾਬ ਕੇਸ ਹੋ ਗਏ ਆ, ਹੋਰ ਕਈ ਜਿਹੜੇ ਮਸਲੇ ਉਹਦੇ ਵਿੱਚ ਹੈਗੇ ਆ। ਤੇ ਉਹ ਦੇਖੋ ਤੁਹਾਡਾ ਆਪਣਾ ਰਿਸਕ, ਸਾਨੂੰ ਨਹੀਂ ਪਤਾ। ਇਹ ਤਾਂ ਹੁਣ ਸਰਕਾਰ ਜੇ ਕਰਨ ਤੇ ਆਵੇ ਕੁਛ ਵੀ ਕਰ ਸਕਦੀ ਹੈ। ਪਰ ਜੇ ਹੁਣ ਤੁਹਾਨੂੰ ਵੀ ਇੱਥੇ 15-20 ਸਾਲ ਰਹਿੰਦੇ ਨੂੰ ਹੋ ਗਏ ਆ, ਤੁਹਾਨੂੰ ਵੀ ਪਤਾ ਹੀ ਹੋਣਾ ਕਿ ਤੁਹਾਡੇ ਨਾਲ ਦੇ ਜਾਂ ਸੱਜਣ ਮਿੱਤਰ ਜਾਂ ਕੋਈ ਹੋਰ ਕਿੰਨੇ ਕੁ ਲੋਕ ਉਹਨਾਂ ਨੇ ਵਾਪਸ ਐਕਚੁਅਲੀ ਡਿਪੋਰਟ ਕੀਤੇ ਆ ਜਾਂ ਨਹੀਂ ਕੀਤੇ, ਹਨਾ। ਤੁਹਾਨੂੰ ਮੇਰੇ ਤੋਂ ਵੀ ਹੋ ਸਕਦਾ ਜ਼ਿਆਦਾ ਹੋਵੇ, ਮੈਂ ਤਾਂ 2007 'ਚ ਆਇਆ ਸੀਗਾ ਉਰੇ। ਤੇ ਉੱਤੋਂ ਤੁਸੀਂ ਲਗਾ ਸਕਦੇ ਆ ਕਿ ਕਿੰਨੇ ਕਿਸੇ ਵਾਪਸ ਭੇਜਦੇ ਆ, ਨਹੀਂ ਭੇਜਦੇ ਆ। ਸੋ 131 ਜਿਹੜਾ F ਪ੍ਰੋਗਰਾਮ ਆ, ਉਹਨੇ ਕੋਈ ਤੁਹਾਨੂੰ ਪਰਮਾਨੈਂਟ ਸੋਲੂਸ਼ਨ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ। ਅੱਜ ਦੀ ਡੇਟ ਦੇ ਵਿੱਚ ਸਿਰਫ ਇੰਨੀ ਕੁ ਆਪਸ਼ਨ ਆ ਕਿ ਤੁਸੀਂ ਆਪਣੀ ਲੱਤ ਜਿਹੜੀ ਉਹ ਉਡਾ ਸਕਦੇ ਆ। ਸੋ ਕਈ ਲੋਕੀ ਜਿਹੜੇ ਹੈਗੇ ਆ ਨਾ, ਉਹ ਇਹ ਸੋਚਦੇ ਆ ਕਿ ਜ਼ਿਆਦਾਤਰ ਜਿਹੜੇ ਆ ਉਹਨਾਂ ਇਹ ਸੋਚਦੇ ਆ ਕਿ ਹੁਣ ਪੇਰੋਲ ਆ ਜਾਣਾ ਵਾ, ਮੈਂ 601A ਵੇਵਰ ਨਾ ਕਰਾਂ, ਮੈਂ ਰੁਕ ਜਾਵਾਂ। ਠੀਕ ਹੈ। ਉਹ ਹੁਣ ਕਈਆਂ ਨੇ 601A ਨਹੀਂ ਕੀਤਾ, ਉਹ ਇਸ ਦੁਵਿਧਾ 'ਚ ਰਹਿੰਦੇ ਆ ਕਿ ਚੱਲ ਦੇਖਦੇ ਆ ਕੀ ਹੋਊਗਾ, ਵੇਖਦੇ ਆ ਕੀ ਹੋਊਗਾ, ਇਮੀਗ੍ਰੇਸ਼ਨ ਰਿਫਾਰਮ ਆਊਗਾ। ਜਦੋਂ ਹੁਣ ਪੇਰੋਲ ਪਲੇਸ ਆਇਆ, ਉਹ ਸੇਮ ਲੋਕੀ ਆ ਕਿ ਅੱਛਾ ਦੇਖਦੇ ਆ ਹੁਣ ਇਹਦਾ ਕੀ ਹੋਊਗਾ। ਏਦਾਂ ਕਈ ਵਾਰੀ ਬੰਦਾ ਜਿਹੜਾ ਦੇਖਦਾ ਨਾ, ਉਹ ਦੇਖਦਾ ਹੀ ਰਹਿ ਜਾਂਦਾ ਹੁੰਦਾ, ਕਿਉਂਕਿ ਹੁਣ ਜਿਹੜਾ ਕੋਰਟ ਦੀ ਵਰਡਿਕਟ ਇਹ ਵੀ ਆ ਸਕਦੀ ਹੈ ਕਿ ਇੰਨੀ ਤਰੀਕ ਨੂੰ ਪ੍ਰੋਗਰਾਮ ਇਹ ਬੰਦ ਹੋ ਜਾਣਾ
ਜਿਨ੍ਹਾਂ ਨੇ ਕਰਤਾ ਨਵੇਂ ਨਹੀਂ ਆਪਾਂ ਐਪਲੀਕੇਸ਼ਨ ਐਕਸੈਪਟ ਕਰਨੀ ਹੈ ਐਡਜੂਡੀਕੇਟ ਕਰਨੀ। ਸੋ ਤੁਹਾਨੂੰ ਨਹੀਂ ਪਤਾ ਕਿ ਕੀ ਕਿੱਦਾਂ ਹੋਣਾ। ਇਹ ਰੂਲਿੰਗ ਜਿਹੜੀ ਚੱਲਣੀ ਆ। ਇੱਕ ਚੀਜ਼ ਜਿਹੜੀ ਇਹ ਹੈ ਕਿ ਜਦੋਂ ਤੁਸੀਂ ਫਾਈਲ ਕਰਦੇ ਆ ਨਾ, ਤੁਸੀਂ ਆਪਣੇ ਚੈੱਕ ਰਾਹੀਂ ਉਹ ਫਾਈਲ ਕਰ ਰਹੇ ਆ ਤੇ ਸਰਕਾਰ ਜਿਹੜੀ ਤੁਹਾਡਾ ਚੈੱਕ ਕੈਸ਼ ਕਰ ਰਹੀ ਆ। ਮੈਂ ਨਹੀਂ ਅੱਜ ਤੱਕ ਕਦੀ ਦੇਖਿਆ ਕਿ ਸਰਕਾਰ ਨੇ ਚੈੱਕ ਕੈਸ਼ ਕਰਕੇ ਉਹ ਕਹੇ ਕਿ ਨਹੀਂ ਜੀ ਇਹ ਪ੍ਰੋਗਰਾਮ ਵੈਲਿਡ ਨਹੀਂ ਹੈਗਾ। ਉਹਦੇ ਉੱਤੇ ਫਿਰ ਹੋਰ ਲਾਸੂਟ ਉੱਠ ਜਾਣੇ ਕਿ ਤੁਸੀਂ ਸਾਡੇ ਪੈਸੇ ਕਿਉਂ ਕੈਸ਼ ਕੀਤੇ, ਕਿੱਦਾਂ ਹੋਇਆ ਹਨਾ। ਸਹੀ ਗੱਲ ਆ। ਤੇ ਮੈਂ ਕਦੀ ਅੱਜ ਤੱਕ ਏਦਾਂ ਵੀ ਨਹੀਂ ਦੇਖਿਆ ਕਿ ਸਰਕਾਰ ਨੇ ਹੁਣ ਕਹਿੰਦੇ 5 ਲੱਖ ਲੋਕੀ ਆ ਤੇ 5 ਲੱਖ ਲੋਕਾਂ ਦੇ $480 500 ਹੀ ਲਾ ਲਓ ਤੇ ਜੋ ਵੀ ਉਹਨਾਂ ਦਾ ਰੈਵਨਿਊ ਹੈਗਾ 5 ਲੱਖ ਲੋਕਾਂ ਦੇ ਹਿਸਾਬ ਨਾਲ ਉਹਨਾਂ ਨੇ ਲੋਕਾਂ ਦੀਆਂ ਫੀਸਾਂ ਜਿਹੜੀਆਂ ਵਾਪਸ ਮੋੜੀਆਂ। ਹੁਣ ਸਰਕਾਰ ਨੇ ਕਦੀ ਇਸ ਲੈਵਲ ਤੇ ਸਪੈਸ਼ਲੀ ਇਮੀਗ੍ਰੇਸ਼ਨ ਨੇ ਜਿਹੜੀ ਏਜੰਸੀ ਫੰਡਡ ਹੀ ਲੋਕਾਂ ਦੀ ਫੀਸ ਦੇ ਨਾਲ ਹੈਗੀ ਆ। ਇਹ ਤਾਂ ਹੈ ਹੀ ਉਹ ਚੀਜ਼ ਆ ਵੀ ਉਹਦੇ ਵਿੱਚ ਜਾਂਦੇ ਹੀ ਆ, ਨਿਕਲਦੇ ਨਹੀਂ। ਹਾਂਜੀ, ਤੇ ਉਹ ਸਾਰੇ ਨੂੰ ਤੁਸੀਂ ਇਕੱਠਾ ਕਰਕੇ ਤੁਹਾਡਾ ਆਪਣਾ ਇਨਫੋਰਮ ਡਿਸੀਜਨ ਇਹਨੂੰ ਫਾਈਲ ਕਰਨਾ ਕਿ ਨਹੀਂ ਕਰਨਾ। ਪਰ ਏਦਾਂ ਆ ਕਦੀ ਫਿਰ ਏਦਾਂ ਅਗਲੇ 20 ਸਾਲ ਫਿਰ ਹੋਰ ਨਾ ਉਡੀਕਦੇ ਰਹੇ ਹੋ ਕਿ ਯਾਰ ਕਦੀ ਕੋਈ ਚੀਜ਼ ਆਊਗੀ ਉਹਨੂੰ ਆਪਾਂ ਕਰਾਂਗੇ ਫਿਰ, ਕਿਉਂਕਿ ਜਦੋਂ ਆਂਦੀ ਆ ਉਦੋਂ ਬੰਦਾ ਦੁਵਿਧਾ 'ਚ ਹੋ ਜਾਂਦਾ ਕਿ ਯਾਰ ਇਹਨੂੰ ਅਵੇਲ ਕੀਤੀ ਜਾਵੇ ਕਿ ਨਾ ਕੀਤੀ ਜਾਵੇ ਹਨਾ। ਤੇ ਜਿਹੜੇ 601 ਵਾਲੇ ਸੀਗੇ ਉਹਨਾਂ ਨੂੰ, ਜੇ ਤੁਸੀਂ ਸਾਡਾ ਸ਼ੋਅ ਸੁਣੋ ਹਨਾ, ਜਦੋਂ ਇਹ ਸੀਗਾ ਕਾਫੀ ਲੋਕੀ ਇਹਦੀ ਸੋਸ਼ਲ ਮੀਡੀਆ ਤੇ ਜਿੱਦਾਂ ਟਿਕਟੌਕ ਵਗੈਰਾ ਤੇ ਕਾਫੀ ਸਨਸਨੀ ਜਿੱਦਾਂ ਫੈਲਾ ਰਹੇ ਸੀ, ਏਦਾਂ ਹੋ ਜਾਣਾ ਉਦਾਂ ਹੋ ਜਾਣਾ ਹਨਾ। ਤੇ ਆਪਣੇ ਸ਼ੋਅ ਤੁਸੀਂ ਜੇ ਪੁਰਾਣੇ ਸੁਣੋ ਤਾਂ ਆਪਣੀ ਸਲਾਹ ਇਹੀ ਸੀ ਕਿ 601 ਵੇਵਰ ਨੂੰ ਛੱਡੋ ਨਾ ਤੁਸੀਂ। ਤੇ ਹੁਣ ਕਈ ਵਾਰੀ ਕਾਲ ਕਰਕੇ ਕਹਿੰਦੇ ਆ ਕਿ ਨਹੀਂ ਸਹੀ ਕਿਹਾ ਸੀਗਾ ਯਾਰ, ਕਰ ਲੈਣਾ ਸੀਗਾ, ਐਵੇਂ 4-6 ਮਹੀਨੇ ਖਰਾਬ ਕਰ ਲਏ। ਸਲਾਹ ਹੁਣ ਵੀ ਉਹੀ ਆ, ਜਿਹੜੀ 131 ਆ ਉਹਦੇ ਵਿੱਚ ਪੈਰ ਆਪਣਾ ਫਸਾਓ। ਉਹਦੇ ਵਿੱਚ ਮੈਕਸਿਮਮ ਤੁਹਾਨੂੰ ਜਿਹੜੀ ਚੀਜ਼ ਮਿਲਣੀ ਉਹ ਪੇਰੋਲ ਇਨ ਪਲੇਸ ਮਿਲਣੀ ਆ, ਕੋਈ ਗ੍ਰੀਨ ਕਾਰਡ ਜਾਂ ਏਦਾਂ ਕੁਝ ਨਹੀਂ। ਸਾਨੂੰ ਨਹੀਂ ਪਤਾ ਜੇ ਕਿ ਉਹ ਰਾਹ ਜਾਣਾ ਉਧਰ ਨੂੰ ਕਿ ਨਹੀਂ ਜਾਣਾ। ਜਿਹਨਾਂ ਦੇ ਰਿਮੂਵਲ ਡੀਪੋਟੇਸ਼ਨ ਆਰਡਰ ਆ ਉਹਨਾਂ ਨੇ ਉਹ ਜਿਹੜੇ ਉਹਨਾਂ ਨਾਲ ਕਿੱਦਾਂ ਡੀਲ ਕਰਨਾ, ਮੋਸ਼ਨ ਟੂ ਰੀਓਪਨ ਉਹਨਾਂ ਦੀ ਗ੍ਰਾਂਟ ਕਰਨੀ ਆ ਨਹੀਂ ਕਰਨੀ ਆ, ਕੀ ਕਿੱਦਾਂ ਉਹਨਾਂ ਨੂੰ ਡੀਲ ਕਰਨਾ। ਤੇ ਜਿਹੜੇ 601 ਏ ਵਾਲੇ ਆਪਣਾ ਟਾਈਮ ਨਾ ਤੁਸੀਂ ਖਰਾਬ ਕਰੋ। ਹੁਣ ਨੂੰ ਤਾਂ ਇਹ ਵੀ ਹੋ ਸਕਦਾ ਕਿ ਜਿਹੜਾ ਹੁਣ ਕਈ ਸਾਨੂੰ ਕਹਿੰਦੇ ਆ ਕਿ ਨਹੀਂ ਆਪਾਂ ਨਾ ਫਾਈਲ ਕਰਕੇ ਫਿਰ ਵੇਖਦੇ ਆ 3-4 ਮਹੀਨੇ ਕਿੱਧਰ ਨੂੰ ਗੱਲਬਾਤ ਜਾਂਦੀ ਆ। ਹੋ ਸਕਦਾ 3-4 ਮਹੀਨੇ ਦੀ ਗੱਲਬਾਤ ਹੋਵੇ, ਹੋ ਸਕਦਾ ਇਹ ਸਾਲ ਲਿਟੀਗੇਸ਼ਨ 'ਚ ਚੱਲਦਾ ਰਹੇ। ਉਹ ਕਹਿਣਗੇ ਆਪਾਂ ਅੱਗੋਂ ਅਪੀਲ ਕਰਨੀ ਹੈ, ਏਦਾਂ ਕਰਨਾ ਉਦਾਂ ਕਰਨਾ ਹਨਾ। ਹੋ CLP ਵੇਲੇ ਸਕਦਾ ਵੀ ਇਦਾਂ ਹੀ ਹੋਇਆ ਸੀ ਵੀ ਲਿਟੀਗੇਸ਼ਨ ਤੋਂ ਬਾਅਦ ਖੌਰੇ ਵਾਪਸ ਲੈ ਲੈਣਾ ਉਹਨਾਂ ਨੇ, ਹੋਇਆ ਥੋੜੀ ਵਾਪਸ। ਉਹਨਾਂ ਨੇ ਜਿਹੜਾ ਡਾਕਾ ਦਾ ਜਿਹੜਾ ਸੀਗਾ ਪ੍ਰੋਗਰਾਮ, ਉਹਨਾਂ ਨੂੰ ਦੇਖ ਲਓ ਤੁਸੀਂ ਕਿੱਦਾਂ ਸੁਪਰੀਮ ਕੋਰਟ ਤੱਕ ਉਹ ਲੈ ਰਿੰਗ ਕੇ ਗਏ। ਕਰਕੇ ਆਇਆ ਕਿ ਉਹ ਵੀ ਇੱਕ ਵਾਰੀ ਨਹੀਂ, 2-2 3-3 ਵਾਰੀ ਮਲਟੀਪਲ ਰਾਉਂਡਸ ਜਿਹੜੇ। ਸਹੀ ਗੱਲ। ਤੇ ਉਹਦੀ ਐਡੀ ਵੱਡੀ ਜਿਹੜੀ ਨਿਊਜ਼ ਸੀਗੀ। ਸੋ ਇਹ ਪ੍ਰੋਗਰਾਮਸ ਦਾ ਸਾਨੂੰ ਪਤਾ ਨਹੀਂ ਹੁੰਦਾ। ਸੋ ਜਿਹੜੀ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਨਾ ਇਮੀਗ੍ਰੇਸ਼ਨ 'ਚ, ਤੇ ਉਹ ਸਾਰੀਆਂ ਤੁਸੀਂ ਅਵੇਲ ਕਰਨੀਆਂ ਹੁੰਦੀਆਂ। ਸੋ ਜਿਹੜੀ ਇਮੀਗ੍ਰੇਸ਼ਨ ਆਬਵੀਅਸਲੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਤੁਹਾਡੀ ਇਸ ਦੇਸ਼ ਦੇ ਵਿੱਚ ਹਨਾ। ਹੁਣ ਹੈਲਥ ਤੋਂ ਬਾਅਦ ਤਾਂ ਇਮੀਗ੍ਰੇਸ਼ਨ ਹੀ ਆਉਂਦੀ ਹੈ ਜੇ ਵੇਖਿਆ ਜਾਵੇ ਤਾਂ, ਕਿ ਜੇ ਬੰਦਾ ਰਹਿ ਹੀ ਨਹੀਂ ਪਾਇਆ ਤਾਂ ਸੋ ਇਹਨੂੰ ਇਹ ਹੈ ਕਿ ਸਲਾਹ ਇਹੀ ਹੈ ਕਿ ਇਹਨੂੰ ਫਾਈਲ ਕਰੋ। 601 ਏ ਆਪਣਾ ਜਿਹੜਾ ਹੈਗਾ ਉਹ ਫਾਈਲ ਕਰੋ। ਤੇ ਕੀ ਇਹਦੇ ਰਿਸਕ ਹੈਗੇ ਆ? ਹਾਂਜੀ, ਇਹਦੇ ਰਿਸਕ ਹੋ ਸਕਦੇ ਆ। ਐ ਡਾਕਾ ਵਾਲਿਆਂ ਨੂੰ ਵੀ ਲੱਗਦਾ ਸੀਗਾ ਕਿ ਯਾਰ ਇਹਨਾਂ ਨੇ ਸਾਡੀਆਂ ਲਿਸਟਾਂ ਬਣਾ ਲੈਣੀਆਂ, ਫਿਰ ਸਾਡੇ ਪਿੱਛੇ ਆਣਾ, ਫਿਰ ਨਿਆਣਿਆਂ ਨੂੰ ਬਾਹਰ ਕੱਢ ਦੇਣਾ। ਪਰ ਨਹੀਂ ਕੱਢਿਆ ਉਹਨਾਂ ਨੇ। ਕਹਿੰਦੇ ਸੀਗੇ ਪਰ ਉਹਨੇ ਕੀਤਾ ਨਹੀਂ, ਕਿਉਂਕਿ ਜੇ ਇਦਾਂ ਕਰਦੇ ਆ ਤਾਂ ਫਿਰ ਜਿਹੜਾ ਇਮੀਗ੍ਰੇਸ਼ਨ ਆ ਉਹਦੇ ਸਿਸਟਮ 'ਚ ਫੇਥ ਲੋਕਾਂ ਦੀ ਜਿਹੜੀ ਉੱਠ ਜਾਊਗੀ। ਤੇ ਇੱਕ ਰੀਜ਼ਨ ਆ ਕਿ ਲੋਕੀ ਅਮਰੀਕਾ 'ਚ ਆਉਂਦੇ ਆ। ਤੁਸੀਂ ਵੀ ਬਾਰਡਰ ਟੱਪ ਕੇ ਜਾਂ ਵੀਜ਼ੇ ਰਾਹੀਂ ਜਾਂ ਜਿੱਦਾਂ ਵੀ ਆਏ ਸੀਗੇ, ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਿਸ਼ਵਾਸ ਆ ਕਿ ਯਾਰ ਅਮਰੀਕਾ ਵਾ ਐਂਡ ਆਫ ਦਾ ਡੇ, ਏਦਾਂ ਹੈਗਾ, ਇੰਨਾ ਜ਼ਿਆਦਾ ਧੱਕਾ ਨਹੀਂ ਕਰਦੇ ਹਨਾ। ਸਹੀ ਆ। ਸੋ ਔਨ ਬੈਲੈਂਸ ਸਲਾਹ ਇਹੀ ਹੈ ਕਿ ਇਹਨੂੰ ਕਰੋ ਫਾਈਲ। ਤੇ 601 ਏ ਜਿਹੜਾ ਆਪਣਾ ਹੈਗਾ ਨਾਲੋਂ ਨਾਲ ਜਿਹੜਾ ਪ੍ਰੋਸੈਸ ਚਲਾਓ। ਤੇ ਜਿਹੜੀ ਚੀਜ਼ ਉਹ ਤੋਂ ਪਹਿਲਾਂ ਹੋ ਜਾਂਦੀ ਆ ਉਹ ਤੁਸੀਂ ਉਹਨੂੰ ਅਵੇਲ ਕਰੋ। ਜਿਹਨਾਂ ਦੇ ਰਿਮੂਵਲ ਡੀਪੋਟੇਸ਼ਨ ਆਰਡਰ ਲੱਗੀ ਆ, ਕਈਆਂ ਦੇ ਕੇਸ ਬਹੁਤ ਖਰਾਬ ਹੋ ਗਏ ਪੁਰਾਣੇ। ਜਿੱਦਾਂ ਕਈਆਂ ਦੇ ਖੇਤੀਬਾੜੀ ਦੇ ਵਰਕਰ ਸੀ, ਕਿਸੇ ਨੇ ਸਾਲਮ ਲਾਈ, ਫਿਰ ਨਾਮ ਬਦਲ ਕੇ ਫਿਰ ਸਾਲਮ ਲਾਈ। ਇਦਾਂ ਦੀਆਂ ਵੀ ਕਾਲਾਂ ਆਉਂਦੀਆਂ ਕਈ ਵਾਰੀ ਕਿ ਡਬਲ ਅਸਾਈਲਮ। ਉਹਨਾਂ ਨੇ ਕਿਹਾ ਕਿ ਨਹੀਂ ਤੇ ਤੇਰੇ ਝੂਠੀ ਇਨਫੋਰਮੇਸ਼ਨ ਏਦਾਂ ਉਦਾਂ ਹਨਾ। ਹੁਣ ਦੇਖੋ ਜਿਹਨੇ ਬੰਦੇ ਨੇ ਫ੍ਰਿਵਲਸ ਅਸਾਈਲਮ ਕਿਸੇ ਵੇਲੇ ਫਾਈਲ ਕੀਤੀ ਸੀ ਜਾਂ ਉਹਨੂੰ ਉਹਨੇ ਫ੍ਰਿਵਲਸ ਅਸਾਈਲਮ ਦਾ ਚਾਰਜ ਲਾਤਾ, ਉਹਨੂੰ ਕੋਈ ਵੀ ਰਿਲੀਫ ਨਹੀਂ ਮਿਲਣਾ। ਉਹ ਡਨ ਆ ਬੰਦਾ। ਤੇ ਉਹਨਾਂ ਨੂੰ ਕੋਈ ਪੇਰੋਲ ਵਗੈਰਾ ਇਹ ਫਾਈਲ ਕਰਕੇ ਫਾਇਦਾ ਨਹੀਂ ਹੋਣਾ, ਕਿਉਂਕਿ ਅਲਟੀਮੇਟਲੀ ਜਦੋਂ ਤੁਸੀਂ ਗ੍ਰੀਨ ਕਾਰਡ ਫਾਈਲ ਕਰੋਗੇ ਜਾਂ ਕੌਂਸਲਰ ਪ੍ਰੋਸੈਸਿੰਗ ਕਰੋਗੇ ਤੇ ਉਦੋਂ ਫ੍ਰਿਵਲਸ ਅਸਾਈਲਮ ਦਾ ਜਿਹੜਾ ਹੈਗਾ ਉਹਨੇ ਤੁਹਾਨੂੰ ਗ੍ਰੀਨ ਕਾਰਡ ਮਿਲਣ ਨਹੀਂ ਦੇਣਾ। ਪਰ ਜਿਹਨਾਂ ਦੇ ਰੈਗੂਲਰ ਜਿਹੜੀ ਡੀਪੋਟੇਸ਼ਨ ਆਰਡਰ ਲੱਗੇ ਸੀਗੇ, ਹੁਣ ਦੂਜੇ ਸੈਟ ਆਫ ਕਾਲਰ ਇਹ ਆ, ਉਹਨਾਂ ਦੇ ਡੀਪੋਟੇਸ਼ਨ ਵਗੈਰਾ ਲੱਗੀਆਂ ਸੀਗੀਆਂ ਪੁਰਾਣੀਆਂ, ਉਹਨਾਂ ਨੂੰ ਭੇਜਿਆ ਨਹੀਂ ਕਿਸੇ ਨੇ ਬਾਹਰ, ਅਜੇ ਤੱਕ ਇੱਥੇ ਰਹਿ ਰਹੇ ਆ। ਤੇ ਉਹਨਾਂ ਨੇ ਕਈਆਂ ਨੇ ਜਿਹੜੀ ਮੋਸ਼ਨ ਟੂ ਰੀਓਪਨ ਆ ਉਹ ਵੀ 2-2 3-3 4-4 ਵਾਰੀ ਟਰਾਈ ਕਰ ਚੁੱਕੇ ਆ ਡਿਫਰੈਂਟ ਵਕੀਲਾਂ ਕੋ, ਤੇ ਰੀਓਪਨ ਨਹੀਂ ਹੋਏ ਕੇਸ ਉਹਨਾਂ ਦੇ। ਉਹ ਜਿਹੜਾ ਹੁਣ ਰੀਓਪਨ ਦਾ ਹੈਗਾ, ਪਹਿਲਾਂ ਤੁਸੀਂ ਪੇਰੋਲ ਇਨ ਪਲੇਸ ਫਾਈਲ ਕਰੋ। ਸਾਨੂੰ ਹੁਣ ਅੱਗੇ ਨਹੀਂ ਪਤਾ ਕਿ ਜਿਹੜੀ
ਕਿਉਂਕਿ ਜਿਹੜੀ ਸਰਕਾਰ ਆ ਉਹਨੇ ਪੂਰਾ ਖੁੱਲ ਕੇ ਨਹੀਂ ਦੱਸਿਆ ਕਿ ਰਿਮੂਵਲ ਆਰਡਰ ਵਾਲਿਆਂ ਦੇ ਬਾਰੇ ਆਪਾਂ ਕੀ ਕਰਨਾ। ਤੇ ਇੱਕ ਵਾਰੀ ਜੇ ਸਾਡਾ ਅਪਰੂਵ ਹੋ ਜਾਂਦਾ ਤੇ ਉਹਦੇ ਬੇਸ ਤੇ ਆਪਾਂ ਵੇਖਦੇ ਹਾਂ ਕਿ ਦੁਬਾਰਾ ਜਿਹੜੀ ਮੋਸ਼ਨ ਟੂ ਰੀਓਪਨ ਆ ਤੁਹਾਡਾ ਜਿਹੜਾ ਕੇਸ ਹੈਗਾ ਉਹ ਦੁਬਾਰਾ ਆਪਾਂ ਫਾਈਲ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹਾਂ, ਟੂ ਬੀ ਸੀਨ। ਸੋ ਅੱਜ ਤੁਸੀਂ ਸਾਰੇ ਕੇਸ ਦੀ ਬਿਲਕੁਲ A to Z ਤੱਕ ਪਲੈਨਿੰਗ ਨਹੀਂ ਕਰ ਸਕਦੇ ਹੈਗੇ, ਕਿਉਂਕਿ ਸਾਨੂੰ ਇਹਦਾ ਫਿਊਚਰ ਨਹੀਂ ਪਤਾ। ਨਹੀਂ ਅੱਜ ਸਿਰਫ ਤੁਸੀਂ ਆਪਣੀ ਲੱਤ ਜਿਹੜੀ ਇਹ ਸਿਸਟਮ ਦੇ ਵਿੱਚ ਫਸਾ ਸਕਦੇ ਆ, ਹੂੰ ਉਨੀ ਕੁ ਸਿਰਫ ਜਿਹੜੀ ਆਪਸ਼ਨ ਉਹ ਹੈਗੀ ਆ। ਤੇ ਉਹ ਕਈ ਵਾਰੀ ਏਦਾਂ ਹੁੰਦਾ ਨਾ ਕਿ ਨਹੀਂ ਮੈਨੂੰ ਦੱਸੋ ਜੀ ਗ੍ਰੀਨ ਕਾਰਡ ਦਿਖਾਓ ਕਿੱਥੇ ਆ, ਹਾਮੀ ਭਰੋ ਪਹਿਲਾਂ ਗ੍ਰੀਨ ਕਾਰਡ ਦਾ ਕਿੰਨੇ % ਚਾਂਸ ਆ, ਤੁਹਾਨੂੰ ਕੀ ਲੱਗਦਾ, ਕਿੱਦਾਂ ਲੱਗਦਾ? ਕੁਛ ਨਹੀਂ ਲੱਗਦਾ ਸਾਨੂੰ। ਇਹ ਤਾਂ ਹੁਣ ਮੈਂ ਕਿਹਾ ਉਹਨੂੰ ਬਾਈਡਨ ਸਰਕਾਰ ਨੂੰ ਆਪ ਨਹੀਂ ਪਤਾ ਕੀ ਉਹਨਾਂ ਦੇ ਵਿਚਾਰਿਆਂ ਤੇ ਲਾਅਸੂਟ ਹੋ ਗਿਆ ਜਿਹੜਾ ਨੇ ਪਾਸ ਕੀਤਾ। ਉਹ ਤਾਂ ਆਪ ਵਿਚਾਰਾ ਉੱਥੇ ਬੈਠਾ ਆ ਬੀਚ ਦੇ ਉੱਤੇ ਛੁੱਟੀ ਮਨਾਉਂਦਾ ਹੈ। ਉਹ ਤਾਂ ਆਪਣੀ ਫੰਡਿੰਗ ਮਿਲੀ, ਮੈਂ ਕਿਹਾ ਉਹਨੂੰ ਇਲੈਕਸ਼ਨ ਚੋਂ ਬਾਹਰ ਹੋਣਾ ਪਿਆ। ਇਹ ਤਾਂ ਮੈਂ ਕਿਹਾ ਹੁਣ ਸਹੀ ਗੱਲ ਡਿਪੈਂਡ ਕਰਦਾ ਕਿ ਸਿਸਟਮ ਕਿੱਦਾਂ ਵਾ ਇਸ ਤਰੀਕੇ ਨਾਲ ਜਿਹੜਾ ਚੱਲਦਾ। ਇੱਕ ਇਹਦੇ ਵਿੱਚ ਨਾ USCIS ਦੀ ਵੈਬਸਾਈਟ ਤੋਂ ਜੋ ਉਹਨਾਂ ਨੇ ਲਿਖਿਆ, ਜੇ ਤੁਸੀਂ ਕਹੋ ਤਾਂ ਮੈਂ ਸ਼ੇਅਰ ਕਰ ਦਿੰਦਾ। ਉਹਨਾਂ ਨੇ 2-3 ਪੁਆਇੰਟ ਜਿਹੜੇ ਉਹ ਲਿਖੇ ਆ ਤਾਂ ਜੋ ਉਹਨਾਂ ਨੂੰ ਹੋਰ ਲੋਕਾਂ ਨੂੰ ਕਲੈਰਿਟੀ ਆ ਜਾਵੇ। ਜਿਹੜੇ ਕੇਸ ਈਸਟਰਨ ਡਿਸਟ੍ਰਿਕਟ ਆਫ ਟੈਕਸਸ ਨੇ ਜਿਹੜਾ ਉੱਤੇ ਰੋਕ ਲਾਈ ਆ, ਸੋ USCIS ਕਹਿ ਰਿਹਾ ਵੀ ਉਹ ਹੁਣ ਕਿਸੇ ਦੀ ਵੀ ਜਿਹੜੀ ਪੈਂਡਿੰਗ ਪਰੋਲ ਇਨ ਪਲੇਸ ਰਿਕੁਐਸਟ ਉਹ ਗ੍ਰਾਂਟ ਨਹੀਂ ਕਰੇਗਾ। ਜਿਹੜੀ ਕੀਪਿੰਗ ਫੈਮਿਲੀਜ਼ ਟੂਗੈਦਰ ਸਿਰਫ ਤੇ ਸਿਰਫ ਇਹਦੇ ਅੰਡਰ ਆਉਂਦੀ ਆ। ਜਿਹੜੀ ਹੋਰ ਪਰੋਲ ਇਨ ਪਲੇਸ ਉਹ ਚੱਲਦੀ ਰਹੂਗੀ। ਕਹਿੰਦੇ ਵੀ ਪਰ ਤੁਸੀਂ ਕੰਟੀਨਿਊ ਕਰ ਸਕਦੇ ਆ ਫਾਈਲਿੰਗ। ਕਹਿੰਦੇ ਵੀ ਅਸੀਂ ਅਸੈਪਟ ਕਰ ਰਹੇ ਆ 131F ਜਿਹੜਾ ਫਾਰਮ ਆ, ਐਪਲੀਕੇਸ਼ਨ ਜਿਹੜੀ ਆ ਪਰੋਲ ਇਨ ਪਲੇਸ ਫॉर ਸਰਟਨ ਨਾਨ ਸਿਟੀਜ਼ਨ ਸਪਾਊਸਸ ਤੇ ਸਟੈਪ ਚਿਲਡਰਨ ਆਫ US ਸਿਟੀਜ਼ਨ। ਸੋ ਐਪਲੀਕੇਸ਼ਨਸ ਉਹ ਅਜੇ ਵੀ ਅਸੈਪਟ ਕਰ ਰਹੇ ਨੇ, ਪਰ ਉਹ ਉੱਤੇ ਉਹਨੂੰ ਪ੍ਰੋਸੈਸ ਨਹੀਂ ਕਰਨਗੇ। ਤੇ ਕਹਿੰਦੇ ਵੀ ਅਸੀਂ ਇਨਫੈਕਟ ਬਾਇਓਮੈਟ੍ਰਿਕ ਅਪਾਇੰਟਮੈਂਟਸ ਵੀ ਕੰਟੀਨਿਊ ਕਰ ਰਹੇ ਹਾਂ। ਸਕੈਜੂਲਿੰਗ ਉਹਦੀ ਚੱਲ ਰਹੀ ਆ ਜਿਹੜੀ ਐਪਲੀਕੇਸ਼ਨ ਸਪੋਰਟ ਸੈਂਟਰ ਦੇ ਅੰਡਰ ਜਿਹੜੀ ਉਹਨਾਂ ਦੇ ਜਿਹੜੇ ਥਰੂ। ਸੋ ਫਾਈਲ ਤੁਸੀਂ ਅਜੇ ਵੀ ਇਹਦਾ ਮਤਲਬ USCIS ਦੇ ਕਹਿਣ ਮੁਤਾਬਕ ਕਰ ਸਕਦੇ ਆ। ਪ੍ਰੋਸੈਸਿੰਗ ਉਹਦੇ ਤੇ ਨਹੀਂ ਹੋਊਗੀ। ਨਾਲ ਉਹਨਾਂ ਨੇ ਕਿਹਾ ਵੀ 6:46 ਦੇ ਉੱਤੇ PM ਈਸਟਰਨ ਟਾਈਮ ਦੇ ਹਿਸਾਬ ਨਾਲ 26 ਅਗਸਤ 2024 ਤੋਂ ਪਹਿਲਾਂ ਜਿਨ੍ਹਾਂ ਦੀਆਂ ਐਪਲੀਕੇਸ਼ਨਸ ਮਿਲੀਆਂ ਆ ਉਹਨਾਂ ਦੇ ਉੱਤੇ ਆਰਡਰ ਲਾਗੂ ਨਹੀਂ ਹੋਣਾ। ਸੋ ਜਿਨ੍ਹਾਂ ਨੇ ਜਲਦੀ ਪਹਿਲਾਂ ਕਰਤੇ ਸੀ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਉਹ ਹੋ ਜਾਊਗੀ। ਤੇ ਜਿੱਦਾਂ ਕਿ ਦੱਸਿਆ ਕਿ ਜਿਹੜੀ ਕੱਟ ਆਫ ਹੁੰਦੀ ਨਾ, ਜਿੱਦਾਂ ਹੁਣ ਜਿਹੜਾ ਬੰਦਾ ਕਹਿੰਦਾ ਕਿ ਮੈਂ 4-6 ਮਹੀਨੇ ਦੇਖਦਾ, ਤੇ ਰਾਤੋਂ ਰਾਤ ਜਦੋਂ ਆਰਡਰ ਇਦਾਂ ਦਾ ਆ ਗਿਆ ਕਿ ਜਿਨ੍ਹਾਂ ਨੇ ਆਪਣਾ ਅਕਤੂਬਰ 1 ਤੋਂ ਪਹਿਲਾਂ ਕਰਤਾ, ਜਿਨ੍ਹਾਂ ਨੇ ਇਦਾਂ ਫਿਰ ਇਦਾਂ ਕਿ ਬੰਦਾ ਉਹ ਮੈਂ ਕਰਨਾ ਸੀਗਾ, ਮੈਂ ਵੇਟ ਹੀ ਕਰਦਾ ਸੀਗਾ, ਮੈਂ ਦੇਖਦਾ ਹੀ ਰਹਿ ਗਿਆ ਤੇ ਪ੍ਰੋਗਰਾਮ ਮੇਰੇ ਅੱਗੋਂ ਦੀ ਜਿਹੜਾ ਲੰਘ ਗਿਆ ਹੈ ਨਾ। ਇਹ ਤਾਂ 6:47 ਵਾਲੇ ਦਾ ਨਹੀਂ ਹੋਣਾ, 46 ਵਾਲੇ ਤੱਕ ਹੀ ਆ। 46 ਵਾਲੇ ਤੱਕ ਹੀ ਆ। ਹਾਂ ਤੁਸੀਂ ਹਿਸਾਬ ਲਾ ਲਓ ਵੀ ਇਦਾਂ ਹੁੰਦਾ ਹੈ। ਕੋਰਟ ਦਾ ਆਰਡਰ ਜਦੋਂ ਜੱਜ ਨੇ ਸਿਆਹੀ ਸੁੱਕੀ ਆ ਉਹਦੀ ਨਾਲ ਹੀ ਉੱਤੇ ਜਿਹੜਾ ਉਹ ਬੰਨ ਲੱਗ ਗਿਆ ਹੈ। ਸੋ ਇਸ ਤਰੀਕੇ ਦੇ ਨਾਲ ਹੁੰਦਾ ਆ। ਸੋ ਆਬਵੀਅਸਲੀ ਆ ਅਦਾਲਤਾਂ ਦੇ ਨਾਲ ਕਾਨੂੰਨ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਚੱਲਣਾ ਪੈਂਦਾ। ਸੋ ਇਹ ਲੇਟੈਸਟ ਪਰੋਲ ਇਨ ਪਲੇਸ ਕੀਪਿੰਗ ਫੈਮਿਲੀਜ਼ ਟੂਗੈਦਰ ਜਿਹੜਾ ਪ੍ਰੋਗਰਾਮ ਦੇ ਅੰਡਰ ਇਹ ਜਿਹੜਾ ਚੱਲ ਰਿਹਾ ਆ। ਸੋ ਜਿੱਦਾਂ ਤੁਸੀਂ ਵੀ ਸਲਾਹ ਦਿੱਤੀ ਭਾਈ 601 ਵੇਵਰ ਦਾ ਵੀ ਚਲਾਈ ਚ ਰੱਖੋ ਕੰਮ, ਨਾਲ ਇਹ ਵੀ ਜਿਹੜਾ ਫਾਈਲ ਕਰ ਰੱਖੋ। ਹਾਲ ਦੀ ਘੜੀ ਤਾਂ ਅਟਾਰਨੀ ਕਹਿਣਾ ਜੀ ਇਹਨਾਂ ਨੇ 14 ਦਿਨਾਂ ਦੀ ਸ਼ਾਇਦ 2 ਵੀਕ ਦੀ ਰੋਕ ਲਾਈ ਸੀ। ਜੇ ਉਹ ਰੋਕ ਗਈ ਦੁਬਾਰਾ ਅੱਗੇ ਕਿਤੇ ਹੋਰ ਗਈ ਵਾਪਸ ਦੁਬਾਰਾ ਖੁੱਲ ਗਿਆ, ਸੋ ਮੌਕਾ ਜਾਣ ਨਾ ਦਿਓ। ਜਿਹਦੇ ਕੋਲ ਮੌਕਾ ਹੈਗਾ ਆ ਆਪਣੀ ਭਾਈ ਐਪਲੀਕੇਸ਼ਨ ਘੱਲ ਦਿਓ। ਉਹ ਅਸੈਪਟ ਜਿਹੜੀ ਉਹ ਇਸ ਟਾਈਮ ਕਰ ਰਹੇ ਹੈਗੇ ਆ ਜੀ। ਤੇ ਆਪਾਂ ਅਟਾਰਨੀ ਕਹਿਣਾ ਜੀ ਹੁਣ ਅੱਜ ਦੇ ਜਿਹੜੇ ਕੇਸ ਇਸ਼ੂ ਵੱਲ ਵੀ ਵਧੀਏ। ਕਿਹੜਾ ਕੇਸ ਲਾਅ ਦੀ ਜਿਹੜੀ ਆਪਾਂ ਡਿਸਕਸ਼ਨ ਕਰਨੀ ਅੱਜ ਜੀ? ਸੋ ਆਪਾਂ ਇੱਕ ਕੇਸ ਲਾਅ ਹੈਗਾ ਮੈਟਰ ਆਫ ARCG, ਇਹਦੇ ਬਾਰੇ ਡਿਸਕਸ ਕਰਨੀ ਹੈ। ਸੋ ਡਿਸਕਸ਼ਨ ਕਿਉਂ ਕਰਨੀ? ਕਿਉਂਕਿ ਇਸ ਹਫਤੇ ਸਾਡੇ 2 ਜਿਹੜੇ ਕੇਸ ਸੀਗੇ ਕਾਫੀ ਅਹਿਮ ਕੇਸ ਸੀਗੇ। ਠੀਕ ਹੈ ਜੀ। ਤੇ ਉਹਨਾਂ ਬਾਰੇ ਖੁਦ ਜਿਹੜੇ ਇਹ ਲੋਕ ਆ ਇਹ ਕਿਉਂਕਿ ਮੈਂ ਆਫਿਸ ਦੇ ਵਿੱਚ ਨਹੀਂ ਸੀਗਾ ਤੇ ਵੀਡੀਓ ਆਪਾਂ ਉਹਨਾਂ ਦੀ ਪਾ ਨਹੀਂ ਸਕੇ। ਇਹ ਜਿਹੜੇ ਕੇਸ ਸੀਗੇ ਡੋਮੈਸਟਿਕ ਵਾਇਲੈਂਸ ਦੇ ਨਾਲ ਜਿਹੜੇ ਸੰਬੰਧ ਰੱਖਦੇ ਆ। ਠੀਕ ਹੈ ਜੀ। ਤੇ ਡੋਮੈਸਟਿਕ ਵਾਇਲੈਂਸ ਦੇ ਰਿਲੇਟਡ ਜਿਹੜੀ ਆਪਾਂ ਗੱਲਬਾਤ ਜਿਹੜੀ ਕਰਾਂਗੇ। ਠੀਕ ਹੈ। ਤੇ ਸੋ ਕਾਈਂਡ ਆਫ ਵਾਵਾ ਵਾਲਾ ਐਂਗਲ ਵੀ ਇਹਦੇ ਵਿੱਚ ਆ ਜਾਂਦਾ ਹੈ? ਨਹੀਂ, ਇਹਦੇ ਵਿੱਚ ਵਾਵਾ ਵਾਲਾ ਨਹੀਂ ਹੈ। ਜਿਹੜਾ ਡੋਮੈਸਟਿਕ ਵਾਇਲੈਂਸ ਦੇ ਬੇਸ ਤੇ ਜਿਹੜਾ ਅਸਾਈਲਮ ਹੁੰਦਾ, ਜਿਹੜਾ ਲੇਡੀਜ਼ ਦੇ ਨਾਲ ਧੱਕਾ ਹੁੰਦਾ ਉਹਨਾਂ ਦੀ ਕੰਟਰੀ ਦੇ ਵਿੱਚ, ਉਸ ਬਾਰੇ ਜਿਹੜੀ ਗੱਲ ਕਰਾਂਗੇ। ਓਕੇ, ਗੱਲ ਤਾਂ ਕਰਾਂਗੇ ਕਿਉਂਕਿ ਨਾ ਕਈ ਵਾਰੀ ਸਾਡੇ ਕੋਲ ਪਹਿਲਾਂ ਕੇਸ ਆਏ ਵੀ ਆ, ਕਿਤੇ ਚੱਲ ਜਾਂਦੇ ਆ ਪੈਰਾਲੀਗਲਾਂ ਕੋ ਜਾਂ ਕਈ ਵਾਰੀ ਵਕੀਲ ਵੀ ਇਨਕਲੂਡਡ। ਤੇ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸ ਹੁੰਦੇ ਨਾ ਉਹਦੇ ਕਾਫੀ ਸਾਰੇ ਜਿਹੜੇ ਐਲੀਮੈਂਟ, ਕਾਫੀ ਸਾਰੇ ਉਹਦੇ ਪਹਿਲੂ ਜਿਹੜੇ ਹੁੰਦੇ ਆ ਉਹ ਤੁਸੀਂ ਕੋਰਟ ਨੂੰ ਇਸਟੈਬਲਿਸ਼ ਕਰਨੇ ਹੁੰਦੇ ਆ, ਤਾਂ ਹੀ ਉਹ ਕੇਸ ਜਿਹੜੇ ਪਾਸ ਹੁੰਦੇ ਆ।
ਤੇ ਉਹ ਕੇਸਾਂ ਬਾਰੇ ਜਿਹੜੀ ਗੱਲ ਕਰਾਂਗੇ। ਤੇ ਅਗੇਨ ਬਾਈ ਸਾਰਿਆਂ ਨੂੰ ਰਿਕੁਐਸਟ ਆ, ਜਿੱਦਾਂ ਕੋਈ ਵੀ ਕੇਸ ਡਿਸਕਸ ਕਰਦੇ ਆ, ਜਿਹੜੇ ਕਹਾਣੀਕਾਰ ਆ ਉਹ ਇਦਾਂ ਨਹੀਂ ਕਿ ਹੁਣ ਸਾਡੀ ਗੱਲ ਸੁਣ ਕੇ ਆਪਣੀਆਂ ਨਵੀਆਂ ਕਹਾਣੀਆਂ ਬਣਾਉਣ ਲੱਗ ਪਏ। ਜੋ ਜੈਨੂਇਨ ਕੰਮ ਹੈਗਾ ਉਹੀ ਕਰਨਾ, ਜੀ ਪੁੱਠਾ ਸਿੱਧਾ ਕੰਮ ਨਹੀਂ ਕਰਨਾ। ਸ਼ੋਅ ਤੋਂ ਇਨਫਲੂਐਂਸ ਵੀ ਬੜੇ ਲੋਕੀ ਚੱਕਦੇ ਆ, ਕਿ ਜਿੱਦਾਂ ਆਪਾਂ ਪਹਿਲਾਂ ਇੱਕ ਵਾਰੀ ਉਹ ਕੀਤਾ ਸੀਗਾ, ਖਾਨ ਸਾਹਿਬ ਵਾਲਾ ਕੇਸ ਕੀਤਾ ਸੀਗਾ, ਜਿਹੜਾ ਮੁਲਾਜ਼ਮ ਹੁੰਦਾ ਉਹ, ਹਾਂਜੀ 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 ਹਾਂਜੀ, ਉਹ ਹਨਾ? ਜੰਮੂ ਕਸ਼ਮੀਰ ਦੇ ਵਿੱਚ ਜਾਂਦੇ ਆ, ਹਾਂ, ਉਹ ਬੰਦਾ ਗੱਡੀ ਵਾਲਾ, ਟੈਕਸੀ ਵਾਲਾ ਜਿਹੜਾ ਉਹ ਸੀਗਾ। ਤੇ ਨਾਲ ਇਹ ਕਿਹਾ ਵੀ ਸੀਗਾ ਕਿ ਬਈ ਇਹ ਬੜੇ ਹਿਸਟੋਰਿਕ ਲੈਂਡਮਾਰਕ ਕੇਸਿਸ ਹੁੰਦੇ ਆ, ਕਿਤੇ ਉਦਾਂ ਨਾ ਕਿਸੇ ਦੇ ਆਖੇ ਲੱਗ ਕੇ ਕਾਪੀ ਐਵੇਂ ਕਰ ਦਿਓ। ਕਾਪੀ ਕਰਕੇ ਫੈਕਟ ਪੈਟਰਨ ਜਿਹੜਾ ਬਣਾ ਦਿਓ। ਤੇ ਤੁਹਾਡੇ ਸਾਹਮਣੇ ਆ ਤੇ ਗਏ ਉਦਾਂ ਦੇ ਕੇਸ? ਸਾਡੇ ਮੂਹਰੇ ਤਾਂ ਨਹੀਂ ਅਜੇ ਤੱਕ ਆਏ, ਪਰ ਆਪਣਾ ਪਤਾ ਲੱਗਾ ਹੈ। ਜਿਹੜੀ ਚੀਜ਼ ਸਾਡੇ ਮੂਹਰੇ ਆਈ ਨਾ, ਜਦੋਂ ਆਪਾਂ ਫਨੀ ਐਕਚੁਅਲੀ, ਇਹ ਜਦੋਂ ਨਾ ਆਪਾਂ ਸ਼ੁਰੂ ਕੀਤਾ ਹੈਗਾ ਸਾਰਾ, ਸਭ ਤੋਂ ਪਹਿਲੀ ਟਿਕਟੌਕ ਮੈਨੂੰ ਯਾਦ ਆ ਵੀਡੀਓ ਮੈਂ ਪਾਈ ਸੀਗੀ ਕਿਸਾਨੀ ਅੰਦੋਲਨ ਦੇ ਉੱਤੇ, ਕਿ ਜਿਹਨਾਂ ਦਾ ਕਿਸਾਨੀ ਅੰਦੋਲਨ ਚ ਪਾਰਟਿਸਿਪੇਟ ਕੀਤਾ ਉਹ ਮੋਸ਼ਨ ਟੂ ਰੀਓਪਨ ਕਰ ਸਕਦੇ ਆ। ਤੇ ਉਦੋਂ ਕਿ ਮੇਰੇ ਖਿਆਲ ਰੇਡੀਓ ਨਾਲ ਵੀ ਨਵੀਂ ਆਪਣੀ ਐਸੋਸੀਏਸ਼ਨ ਸੀਗੀ, ਤੇ EMPLOYMENT ਇਮੀਗ੍ਰੇਸ਼ਨ ਦਾ ਹੀ ਜ਼ਿਆਦਾ ਕੰਮ ਜਿਹੜਾ ਆਪਾਂ ਕਰੀਦਾ ਸੀਗਾ, ਫੈਮਿਲੀ ਦਾ। ਤੇ ਜਿਹੜੇ ਸਾਲਮ ਵਾਲੇ ਕੇਸ ਸੀਗੇ ਉਹ ਸੀਗੇ ਮਿਡਲ ਈਸਟ ਵਾਲੇ, ਜਾਂ ਮਤਲਬ ਪੰਜਾਬੀ ਕੇਸ ਉਦੋਂ ਨਹੀਂ ਸੀਗਾ ਕੋਈ ਵੀ, ਜ਼ੀਰੋ ਸੀਗੇ। ਤੇ ਸਾਰੇ ਜਿਹੜੇ ਕੇਸ ਸੀਗੇ ਉਹ ਸੀਗੇ ਸਾਊਥ ਅਮਰੀਕਨ, ਹਨਾ, ਮੈਕਸੀਕਨ, ਚਾਈਨੀਜ਼, ਮਿਡਲ ਈਸਟਰਨ, ਏਦਾਂ ਸੀਗੇ। ਠੀਕ ਹੈ। ਕਿਉਂਕਿ ਸੈਨੋਜ਼ ਵਿੱਚ ਸੀਗੇ ਆਡੀਅנס ਜਿੱਦਾਂ ਦੀ ਸੀਗੀ ਉਦਾਂ ਦੇ, ਤੇ ਜਿੱਦਾਂ ਦੀਆਂ ਫਰਮਸ ਚ ਕੰਮ ਕੀਤਾ ਉਦਾਂ ਦਾ ਕਲਾਇੰਟ ਆਂਦਾ ਸੀਗਾ। ਤੇ ਹਿਸਪੈਨਿਕ ਕੇਸ ਜਿਹੜੇ ਕਹਿ ਲਓ ਤੁਸੀਂ ਔਨ ਬੈਲੈਂਸ ਜ਼ਿਆਦਾ ਸੀਗੇ। ਤੇ ਉਹ ਨਾ ਪਹਿਲਾਂ ਜਦੋਂ ਆਇਆ ਕਿਸਾਨੀ ਵਾਲਾ ਹੋਇਆ ਇਦਾਂ, ਕਿਉਂਕਿ ਆਪਣੇ ਹੁੰਦੇ ਤਾਂ ਆਹ ਜਿਹੜੀ ਚੀਜ਼ ਮੇਨ ਜਿਹੜੀ ਹੋਈ ਹੈ, ਹਨਾ, ਜੇ ਵੱਡੇ ਲੈਵਲ ਤੇ ਕਹੋ ਕਿ ਕੋਈ ਹੋਇਆ ਰੀਸੈਂਟ ਜਿਹੜੀ ਚੀਜ਼ ਆ। ਹਾਂ, 84 ਚ ਤਾਂ ਦੇਖੋ, 84 ਚ ਤਾਂ ਮੈਂ ਬੋਰਨ ਨਹੀਂ ਹੋਇਆ। ਉਹ ਤਾਂ ਮੈਂ ਕਿਹਾ ਜਿੱਦਾਂ ਸੁਣਿਆ ਸਾਰਾ, ਤੇ ਉਹ ਉਦੋਂ ਤਾਂ ਮੈਂ ਕਿਹਾ ਆਪਾਂ ਸਕੂਲਾਂ ਸਕਾਲਾਂ ਚ ਪੜ੍ਹਦੇ ਸੀ, ਉਦੋਂ ਇੱਕ ਸੁਣਿਆ ਹੈਗਾ ਕਿ ਵੇਵ ਅਸਾਈਲਮ ਦੀ ਬਹੁਤ, ਜਿਹੜੀ 80s ਚ 90s ਚ ਗਈ ਆ ਅਮਰੀਕਾ ਦੇ ਵਿੱਚ। ਉਦੋਂ ਤਾਂ ਹਾਲਾਤ ਜਿਹੜੇ ਸੀ ਇੰਡੀਆ ਦੇ, ਖੁਦ UN ਵਗੈਰਾ ਕਾਫੀ, ਮਤਲਬ ਉਹ ਤਾਂ ਮਤਲਬ ਕਲੀਅਰ ਕੱਟ ਸੀਗਾ ਨਾ, ਕਿ ਏਦਾਂ ਸਿਸਟਮੈਟਿਕ ਜਿਹੜਾ ਪੈਟਰਨ ਜੈਨੋਸਾਈਡ ਵਗੈਰਾ ਹੋਇਆ ਕੀ ਵਿਜ਼ੀਬਲ ਸੀਗਾ। ਤੇ ਉਸ ਤੋਂ ਬਾਅਦ ਜਿਹੜੇ ਸੀਗੇ, ਹੁਣ ਚਲੋ ਲਹਿਰਾ ਲੂਰਾ ਕਈ ਚੱਲੀਆਂ, ਬੇਅਦਬੀਆਂ ਦੇ ਮਸਲੇ, ਬੰਦੀ ਸਿੰਘਾਂ ਦੇ ਮਸਲੇ, ਜਿਹੜੇ ਪਾਣੀਆਂ ਨੂੰ ਲੈ ਕੇ ਮੁੱਦੇ, ਹਨਾ, ਕਿ ਕਿਸਾਨਾਂ ਦੇ ਸੰਘਰਸ਼ ਜਿਹੜੇ ਚੱਲਦੇ ਰਹੇ। ਪਰ ਜਿਹੜਾ ਆਪਣੇ ਹੁੰਦੇ ਆਪਾਂ ਵੇਖਿਆ, ਉਹ ਸੀਗਾ ਸਭ ਤੋਂ ਵੱਡਾ ਜਿਹੜਾ 2020 ਵਾਲਾ, ਕਿ ਯੂਥ ਵਗੈਰਾ ਸਾਰੀ ਜਿਹੜੀ ਨਾਲ ਰਲ ਗਈ। ਤੇ ਉਹ ਵੀ ਇਦਾਂ ਸੀਗਾ ਕਿ ਆਈ ਥਿੰਕ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਉਮੀਦ ਨਹੀਂ ਕੀਤੀ ਸੀਗੀ ਕਿ ਜਿਹੜੀ ਯੂਥ ਆ ਉਹ ਇਸ ਲੈਵਲ ਤੇ ਜਿਹੜੀ ਅੱਗੇ ਆਊਗੀ। ਤੇ ਉਮੀਦ ਬੜੇ ਸਾਰੇ ਪੰਜਾਬੀਆਂ ਨੇ ਵੀ ਨਹੀਂ ਕੀਤੀ ਸੀਗੀ, ਕਿਉਂਕਿ ਜਿੱਦਾਂ ਹੁਣ ਆਪਾਂ ਨੂੰ ਟੀਵੀ ਟੂਵੀ 'ਚ ਦਿਖਾਇਆ ਜਾਂਦਾ ਸੀਗਾ ਕਿ ਗਾਣੇ ਵਜਾਣੇ ਕਰਦੇ ਰਹਿੰਦੇ ਆ, ਨਸ਼ੇ ਨੁਸ਼ੇ ਦੇ, ਹੁਣ ਕਿੰਨੀਆਂ ਆਪਣੀਆਂ ਜਿਹੜੀਆਂ ਫਿਲਮਾਂ ਵੀ ਬਣੀਆਂ ਵਾ, ਤੇ ਕਿੰਨਾ ਉਹ ਸੀਗਾ। ਤੇ ਲੋਕਾਂ ਨੂੰ ਇਹ ਤਾਂ ਜਦੋਂ ਹੁਣ ਮੌਕਾ ਆਉਂਦਾ ਉਦੋਂ ਹੀ ਪਤਾ ਲੱਗਦਾ ਕਿ ਕਿੱਥੇ ਕੌਣ ਸਟੈਂਡ ਕਰਦਾ ਹੈ ਨਾ। ਤਾਂ ਉਹਦੇ ਜਿਹੜੇ ਨੰਬਰ ਸੀਗੇ ਐਸਟਰੋਨੋਮਿਕਲ, ਕਿ ਲੱਖਾਂ 'ਚ ਜਦੋਂ ਗੱਲਬਾਤ ਚੱਲ ਗਈ, ਤੇ ਉਦੋਂ ਸੀਗਾ ਕਿ ਚੇਂਜ ਕੰਟਰੀ ਕੰਡੀਸ਼ਨ ਹੋ ਗਏ, ਕਿ ਹਾਲਾਤ ਜਿਹੜੇ ਦੇਸ਼ ਦੇ ਬਦਲ ਗਏ। ਤਾਂ ਮੈਨੂੰ ਯਾਦ ਆ, ਮੈਂ ਪਹਿਲੀ ਵੀਡੀਓ ਪਾਈ ਸੀਗੀ, ਉਹ ਸੀਗਾ ਕਿ ਆ ਦੇਸ਼ ਦੇ ਹਾਲਾਤ ਬਦਲੇ ਇਹਨਾਂ ਕੰਸੀਡਰ ਕਰ ਸਕਦੇ ਆ, ਤੇ ਕੇਸ ਰੀਓਪਨ ਹੋ ਸਕਦੇ ਆ। ਤੇ ਇੱਥੇ ਕਈ ਨਾਮਚੀਨ ਵਕੀਲ ਸਨ ਕਿਹਾ ਨਹੀਂ, ਇਹ ਐਵੇਂ ਮਾਰਦਾ ਵਾ, ਇਹ ਕਿਸਾਨੀ ਕਸੂਨੀ ਦੇ ਉੱਤੇ ਕੋਈ ਨਹੀਂ ਮਿਲਦਾ, ਹਨਾ। ਤੇ ਉਹ ਟਾਈਮ ਇੱਕ ਹੋਰ ਆ, ਤੇ ਇੱਕ ਆਹ ਵਾਲਾ ਟਾਈਮ ਆ ਕਿ ਜਿਹੜੇ ਸਿਰਫ ਤੇ ਸਿਰਫ ਜਿਹੜਾ ਆਪਣਾ ਕਿਸਾਨੀ ਦੇ ਬੇਸ ਤੇ ਹੀ, ਕਿ ਜਿਹੜਾ ਬੰਦਾ ਕਹਿੰਦਾ ਮੈਂ ਕਿਸਾਨੀ ਹੱਕਾਂ ਦੀ ਲੜਾਈ ਕਰਦਾ ਵਾਂ, BKU ਦੇ ਕੇਸ, ਭਾਰਤੀ ਕਿਸਾਨ ਯੂਨੀਅਨ ਦੇ, ਹੋਰ ਕਿਸਾਨੀ ਸੰਸਥਾਵਾਂ ਦੇ, ਕਿ ਪਿਓਰਲੀ ਜਿਹੜੇ ਕਿਸਾਨੀ ਸੰਸਥਾਵਾਂ ਦੇ ਜਿਹੜੇ ਕੇਸ ਸੀਗੇ ਉਹ ਸਾਹਮਣੇ ਆਏ। ਤੇ ਤੁਹਾਡੇ ਮੂਹਰੇ ਬੈਠੇ ਆ, ਉਦੋਂ ਲੋਕੀ ਕਹਿੰਦੇ ਸੀ ਨਹੀਂ ਐਵੇਂ ਮਾਰਦਾ, ਕਿਸਾਨੀ ਵਾਲੇ ਕੇਸ ਹੋ ਨਹੀਂ ਸਕਦੇ, ਹਨਾ। ਤੇ ਗੱਲ ਕਰੀਏ ਫੈਕਟ ਪੈਟਰਨ ਦੀ, ਹਨਾ, ਕਿ ਉਹਦੇ ਵਿੱਚ ਨਾ ਜਦੋਂ ਕਨਕਲੂਜਨ ਸੀਗਾ ਕਈ ਵਾਰੀ ਕਿ ਬੰਦਾ ਰੀਲੋਕੇਟ ਕਿਉਂ ਨਹੀਂ ਕਰ ਸਕਦਾ ਕਿਸਾਨੀ ਮੁੱਦਿਆਂ ਦੇ ਉੱਤੇ, ਇਹਦੇ ਬਾਰੇ ਆਪਾਂ ਕਈ ਖਾਸ ਡਿਟੇਲ ਦੇ ਵਿੱਚ ਗੱਲ ਨਹੀਂ ਕੀਤੀ ਸ਼ੋਅ ਦੇ ਉੱਤੇ। ਤੇ ਹੁਣ ਮੈਨੂੰ ਲੱਗਦਾ ਕੀ ਹੁੰਦਾ ਕਿ ਜਦੋਂ ਬੰਦਾ ਬਹਿ ਗਿਆ ਸਾਡੇ ਮੂਹਰੇ, ਇੱਕ ਤਾਂ ਇਹ ਹੈ ਕਿ ਆਪਣੇ ਆਫਿਸ ਦੇ ਵਿੱਚ ਬੰਦਾ ਬਹੂਗਾ, ਬੋਲੂਗਾ, ਤਾਂ ਹੀ ਉਹਦੇ ਬਿਆਨ ਬਣੂਗੇ, ਨਹੀਂ ਤਾਂ ਨਹੀਂ ਬਣੂਗੇ। ਉਹਦੇ ਕਰਕੇ ਕਈ ਲੋਕੀ ਸਾਨੂੰ ਕਰਦੇ ਆ, ਕਈ ਛੱਡ ਜਾਂਦੇ ਆ। ਸਿੱਧੀ ਜੇ ਗੱਲ ਓਪਨਲੀ ਦੱਸਣੀ ਹੋਵੇ ਜੀ, ਤੇ ਬੰਦੇ ਦੀ ਪੂਰੀ ਘਸਾਈ ਹੁੰਦੀ ਆ ਜਦੋਂ ਤੋਂ ਆਂਦਾ, ਡੇ 1 ਤੋਂ ਲੈ ਕੇ, ਤੇ ਜਦੋਂ ਤੱਕ ਉਹਦਾ ਕੇਸ ਦਾ ਬਣ ਕੇ ਆਪਣੇ ਮੂਹਰੇ ਆਂਦਾ ਜਾਂ ਜੱਜ ਮੂਹਰੇ ਆਂਦਾ, ਉਹ ਮੋਰ ਦੈਨ ਪ੍ਰੀਪੇਅਰਡ ਹੁੰਦਾ, ਕਿਉਂਕਿ ਕੱਲਾ ਅੱਖਰ ਉਹਨੇ ਆਪ ਭਰੋਇਆ ਵਾ ਪੇਜ ਦੇ ਉੱਤੇ। ਜੀ। ਤੇ ਉਹਨਾਂ ਜਦੋਂ ਵਾਪਸ ਫੇਰ ਮੈਂ ਦੇਖਿਆ ਸਟਾਫ ਨੂੰ, ਮੈਂ ਕਿਹਾ ਯਾਰ ਆ ਦੂਜੇ ਵਕੀਲ ਦਾ ਕੇਸ ਆਇਆ, ਆਪਾਂ ਅਪੀਲ ਕਰਨ ਦੇ, ਆ ਫੇਲ ਹੋ ਗਿਆ, ਏਦਾਂ ਹੋ ਗਿਆ। ਤੇ ਇਹਦੇ ਵਿੱਚ ਵੀ ਜਿਹੜਾ ਆਪਣਾ ਲੈਂਗੁਏਜ ਤਾਂ ਮੇਰੇ ਵਾਲੀ ਲਿਖੀ ਹੋਈ ਹੈ ਕਿ ਰੀਲੋਕੇਸ਼ਨ ਵਾਲੀ ਆਰਗੂਮੈਂਟ ਹੈ ਏਦਾਂ। ਉਸ ਤੋਂ ਸਾਨੂੰ ਕੀ ਲੱਗਦਾ ਕਿ ਜਿਹੜੇ ਵਿੱਚ ਨਾ ਆਪਣੇ ਜਦੋਂ ਇਹ ਟਰਾਂਸਲੇਟ ਕਰਾਉਣ ਜਾਂਦੇ ਆ,
ਟਰਾਂਸਲੇਟ ਇੰਟਰਪ੍ਰੀਟ ਕਰਾਉਣ ਜਾਂਦੇ ਆ, ਤਾਂ ਇਹ ਆਪਣੇ ਜਿਹੜੇ ਟਰਾਂਸਲੇਟਰ ਇੰਟਰਪ੍ਰੀਟਰ ਜਿਹੜੇ ਹੁੰਦੇ ਆ, ਇਹ ਉਹਨਾਂ ਦੀ ਨਾ ਟਰਾਂਸਲੇਟ ਕਰਦੇ ਕਰਦੇ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਆਬਵੀਅਸਲੀ ਅੱਗੇ ਤੋਂ ਅੱਗੇ ਲੀਕ ਹੋ ਜਾਂਦੀ ਹੈ ਕਿ ਕਿੱਦਾਂ। ਤਾਂ ਮੈਂ ਸਟਾਫ ਨੂੰ ਉਹੀ ਗੱਲ ਕਰਾਂ, ਮੈਂ ਕਿਹਾ ਯਾਰ ਇਹ ਤਾਂ ਉਹੀ ਸੇਮ ਹੀ ਚੀਜ਼ ਹੋ ਗਈ ਫਿਰ ਆਰਕੇਕੇ ਵਾਲੀ। ਉਹ ਕਹਿੰਦੇ ਯਾਰ ਆਰਕੇਕੇ ਆ ਫੈਕਟ ਪੈਟਰਨ ਰਲਦੇ ਆ, ਇਹ ਵਾਲੇ ਹਿਸਾਬ ਨਾਲ ਤਾਂ ਮੈਂ ਕਿਹਾ ਹੁਣ ਫੈਕਟ ਪੈਟਰਨ ਸਾਰਿਆਂ ਦੇ ਹੀ ਰਲੀ ਜਾਣੇ ਹੈਗੇ, ਜਿਹੜੀ ਮਰਜ਼ੀ ਚੀਜ਼ ਹੋਵੇ ਚੱਲ ਵੀ ਆ ਗਿਆ। ਖਾਨ ਸਾਹਿਬ ਵਾਲਾ ਕੇਸ ਹੋਇਆ, ਚੱਲ ਵੀ ਉਹਦੇ ਪੈਟਰਨ ਰਲ ਗਏ। ਅੱਜ ਡੀਵੀ ਵਾਲਾ ਕਰਨਾ, ਉਹੀ ਗੱਲ ਕਹਿੰਦੇ ਹੈਗੇ ਡੀਵੀ ਤਾਂ ਦੱਸਤਾ ਦੇਣਾ, ਤੇ ਉਹ ਜਦੋਂ ਉਹ ਵਿਚਾਰੇ ਟਰਾਂਸਲੇਟ ਕਰਾਉਣ ਜਾਂਦੇ ਆ ਤਾਂ ਉਹਨਾਂ ਨੂੰ ਉੱਥੋਂ ਦੀ ਇਨਫੋਰਮੇਸ਼ਨ ਜਿਹੜੀ ਆਈ ਥਿੰਕ ਕਿ ਉੱਥੋਂ ਦੀ ਜਿਹੜੀ ਲੀਕ ਹੋ ਜਾਂਦੀ ਹੈ। ਤੇ ਇੱਕ ਜਿਹੜੀ ਹੋਰ ਚੀਜ਼ ਆ ਜਿਹੜੇ ਆਪਣੇ ਸੁਣਨ ਵਾਲੇ ਆ ਨਾ, ਇੱਕ ਵਾਰੀ ਆਪਣੇ ਕੋਲ ਕੋਈ ਕਲਾਇੰਟ ਆਇਆ, ਉਹ ਕਹਿੰਦਾ ਲੌਬੀ 'ਚ ਆ ਗਿਆ ਕਿ ਮੈਂ ਇਹਨੇ ਉਹ ਬੰਦੇ ਦਾ ਤੁਸੀਂ ਜਿਹੜਾ ਕੇਸ ਪਾਸ ਕਰਾਇਆ ਹੈਗਾ ਹਨਾ, ਜਿਹਦੀ ਉਹਦੀ ਵੀਡੀਓ ਉਹਦੇ ਨਾਲ ਮੇਰਾ ਸੰਬੰਧ ਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਉਹਦਾ ਨਾਂ ਕੀ ਆ, ਉਹਨਾਂ ਦਾ ਨਾਂ ਨਾ ਯਾਦ ਆਵੇ। ਤਾਂ ਮੈਂ ਫਿਰ ਪੁੱਛਿਆ, ਮੈਂ ਕਿਹੜੇ ਪਿੰਡ ਦਾ ਦੱਸ, ਉਹਨੂੰ ਉਹ ਵੀ ਨਹੀਂ ਸੀਗਾ। ਤੇ ਉਹ ਮੈਨੂੰ ਕਹਿੰਦਾ ਨਹੀਂ ਭਾਜੀ, ਕਹਿੰਦਾ ਮੈਨੂੰ ਪਤਾ ਵਾ, ਮੈਂ ਜਾਣਦਾ ਵਾ, ਏਦਾਂ ਨਹੀਂ ਉੱਦਾਂ ਨਹੀਂ ਕਿ ਕਹਿੰਦਾ ਮੇਰੇ ਕੋਲ ਸਟੇਟਮੈਂਟ ਆ ਕਹਿੰਦਾ ਉਹਦੀ, ਤੇ ਬੰਦੇ ਦਾ ਕੇਸ ਪਾਸ ਹੋਇਆ। ਮੈਂ ਕਿਹਾ ਦਿਖਾ ਸਟੇਟਮੈਂਟ, ਤੇ ਉਹਨੇ ਡੈਕਲੇਰੇਸ਼ਨ ਦਿਖਾਈ, ਤੇ ਦੇਖ ਲਓ ਤੁਸੀਂ ਕਿ ਬੰਦੇ ਦੇ ਕੋਲ ਸਟੇਟਮੈਂਟ ਪਹੁੰਚੀ ਹੋਈ ਆ, ਬੰਦੇ ਨੂੰ ਬੰਦੇ ਦਾ ਨਾਂ ਨਹੀਂ ਪਤਾ, ਤੇ ਉਹਦੇ ਕੋਲ ਸਟੇਟਮੈਂਟ ਸੀਗੀ। ਮੈਂ ਕਿਹਾ ਕਿੱਦਾਂ ਦਿੱਤੀ? ਉਹ ਕਹਿੰਦਾ ਯਾਰ ਉਹਨੇ ਖੁਦ ਦਿੱਤੀ ਆ ਕਿਸੇ ਨੂੰ, ਤੇ ਉਹਨੇ ਅੱਗੋਂ ਦੇਤੀ। ਸੋ ਇੱਕ ਚੀਜ਼ ਮੇਰੇ ਵੀਰੋ ਦੇਖੋ, ਤੁਹਾਡਾ ਕੇਸ ਆ, ਕੇਸ ਪਾਸ ਹੋਇਆ, ਉਹ ਜਿਹੜੀ ਇਨਫੋਰਮੇਸ਼ਨ ਨਾ, ਆਪਣੇ ਜਿਹੜੇ ਬਿਆਨ ਆ, ਉਹਨੂੰ ਕਈ ਵਾਰੀ ਤੁਸੀਂ ਲਾਈਟਲੀ ਲੈ ਜਾਂਦੇ ਕਿ ਮੇਰਾ ਜਿਹੜਾ ਕੰਮ ਹੋ ਗਿਆ ਵਾ ਹੁਣ ਮੈਂ ਇਹਨੂੰ ਸ਼ੇਅਰ ਕਰ ਦੇਵਾਂ। ਗਲਤ ਗੱਲ ਆ, ਏਦਾਂ ਨਾ ਕਰੋ। ਤੁਹਾਡੇ ਯੂਨੀਕ ਚੀਜ਼ ਆ ਉਹਦੇ ਵਿੱਚ, ਜਿਹੜੇ ਐਸਪੈਕਟਸ ਜਿਹੜੇ ਨਾ, ਕਈ ਹਰੇਕ ਕੇਸ ਟੂ ਕੇਸ ਜਿਹੜੀ ਛੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਉਹ ਜਿਹੜੇ ਬਿਆਨ ਆ ਨਾ, ਉਹ ਜਿਹੜੇ ਤੁਹਾਡੇ ਡਾਕੂਮੈਂਟਸ ਹੈਗੇ ਆ, ਉਹਨੂੰ ਤੁਹਾਡੇ ਇੰਟਰਸਟ ਹੈਗੇ ਉਹ ਡਾਕੂਮੈਂਟਸ ਕਿਸੇ ਨੂੰ ਦੇਣੇ ਨਹੀਂ ਹੈਗੇ। ਕਿਉਂਕਿ ਕੀ ਪਤਾ ਤੁਹਾਡੀ ਪੂਰੀ ਜਿਹੜੀ ਚੀਜ਼ ਆ ਉਹਨੂੰ ਜੇ ਕਾਪੀ ਕਰਕੇ ਬੰਦਾ ਲਿਆਇਆ, ਉਹਨੇ ਕਿਹਾ ਚੱਲ ਇਹਦਾ ਕੇਸ ਪਾਸ ਹੋਇਆ, ਮੈਂ ਇਹਦੀ ਨਕਲ ਕਰ ਲੈਣਾ ਹਨਾ, ਤੇ ਤੁਹਾਡਾ ਜਿਹੜਾ ਗ੍ਰਾਮੈਟੀਕਲ ਸਟਰਕਚਰ ਆ, ਉਹ ਸਾਰੀ ਚੀਜ਼ ਆ ਉਹ ਰਲ ਜਾਣੀ ਹਨਾ। ਉਹ ਬੰਦੇ ਦਾ ਜਿਹੜਾ ਸੀਗਾ ਕਾਫੀ ਕੰਸਰਨਿੰਗ ਜਿਹੜਾ ਸੀਗਾ, ਪਰ ਇਹ ਚੀਜ਼ ਨੂੰ ਆਪਾਂ ਰੋਕ ਨਹੀਂ ਸਕਦੇ। ਤੇ ਮੈਟਰ ਆਫ ਆਰਕੇਕੇ ਜਿਹੜਾ ਕੇਸ ਹੈ ਹਨਾ, ਤੇ ਹੁਣੇ ਜਿੱਦਾਂ ਨਾਲ ਲਾਈਵ ਸਟ੍ਰੀਮ ਚੱਲ ਰਹੀ ਹੈ, ਤੇ ਬੰਦਾ ਕਹਿੰਦਾ ਯਾਰ ਭਾਜੀ, ਕਹਿੰਦਾ ਸੇਮ ਕੇਸਾਂ ਨੂੰ ਕਹਿੰਦਾ ਡਿਨਾਈ ਕਿਉਂ ਕਰੀ ਜਾਂਦੇ ਆ, ਉਹਦਾ ਰੀਜ਼ਨ ਕੀ ਹੈਗਾ? ਉਹਦਾ ਰੀਜ਼ਨ ਇਹੀ ਹੈ ਕਿ ਉਹਨਾਂ ਨੂੰ ਫਰਾਡ ਦੇ ਕੰਸਰਨਸ ਆ ਕਿ ਇਹ ਜਿਹੜਾ ਬੰਦਾ ਇਹਦੇ ਐਕਚੁਅਲ ਕੇਸ ਹੈਗੇ ਵੀ ਆ ਕਿ ਨਹੀਂ, ਹੈ ਨਾ। ਤੇ ਉਹ ਚੀਜ਼ ਤੋਂ ਜਿਹੜੇ ਆ ਢਾਂਚੇ ਜਿਹੜੇ ਕਾਪੀ ਜਿਹੜੇ ਹੋ ਜਾਂਦੇ ਆ। ਤੇ ਜ਼ਿਆਦਾਤਰ ਕੀ ਹੁੰਦਾ ਕਿ ਹੁਣ ਜਿੱਦਾਂ ਅੱਜ ਡੀਵੀ ਦੀ ਆਪਾਂ ਗੱਲ ਕਰਾਂਗੇ, ਡੋਮੈਸਟਿਕ ਵਾਇਲੈਂਸ ਦੀ, ਤੇ ਜਿਹੜਾ ਕਾਪੀ ਕਰਨ ਵਾਲਾ ਉਹ ਆ ਕਿ ਉਹਨੂੰ ਇੱਕ ਚੀਜ਼ ਉੱਤੋਂ ਤੋਂ ਤਾਂ ਦਿਖ ਰਹੀ ਆ ਕਿ ਅੱਛਾ ਇਹਨਾਂ ਡੀਵੀ ਦਾ ਏਦਾਂ ਲਿਖਿਆ, ਉਦਾਂ ਲਿਖਿਆ, ਜਾਂ ਆਹ ਕਹਿ ਰਹੇ ਆ ਹਨਾ, ਪਰ ਉਹਦੇ ਵਿੱਚ ਜਿਹੜੇ ਐਲੀਮੈਂਟ ਹੁੰਦੇ ਆ ਕਿ ਹੈ ਕੀ ਚੀਜ਼ ਆ ਇਹ ਡੀਵੀ ਦਾ, ਇਹਦੀ ਪ੍ਰੋਬਲਮ ਕਿੱਥੇ ਆਉਂਦੀ ਹੈ ਹਨਾ, ਕਿ ਕੀ ਸਮੱਸਿਆ ਕੀ ਹੈਗੀ ਆ, ਉਹ ਚੀਜ਼ ਬਾਰੇ ਆਪਾਂ ਜਿਹੜੀ ਡਿਸਕਸ਼ਨ ਅੱਜ ਜਿਹੜੀ ਕਰਨ ਜਾ ਰਹੇ ਹਾਂ ਜੀ। ਸੋ ਇਹ ਜਿਹੜਾ ਕੇਸ ਆ, ਕਿਹੜੇ ਈਅਰ ਦਾ ਕੇਸ ਆ, ਤੇ ਇਹ ਡੋਮੈਸਟਿਕ ਵਾਇਲੈਂਸ ਦੇ ਮਾਮਲੇ 'ਚ ਕੀ ਡਿਸਾਈਡ ਹੋਇਆ ਸੀ ਇਸ ਕੇਸ ਦੇ ਵਿੱਚ? ਸੋ ਇਹ ਐਕਚੁਅਲੀ ਜਿਹੜਾ ਕੇਸ ਸੀਗਾ ਮੈਟਰ ਆਫ ARCG, ਇਹ ਸੀਗਾ। ਆਪਾਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਪਹਿਲਾਂ ਹੋਰ ਵੀ ਜਿਹੜੇ ਡੀਵੀ ਦੇ ਕੇਸ ਕੂਸ ਆ, ਕਾਫੀ ਜਿਹੜੇ ਨਾਮਚੀਨ ਕੇਸ ਆਪਾਂ ਉਹ ਡਿਸਕਸ ਆਲਰੇਡੀ ਕੀਤੇ ਆ ਹਨਾ। ਤੇ ਇਹ ਕੇਸ 'ਚ ਜਿਹੜੀ ਖਾਸ ਗੱਲਾਂ ਸੀਗੀਆਂ ਉਹ ਤੁਹਾਨੂੰ ਪਤਾ ਲੱਗ ਜਾਣੀਆਂ ਜਦੋਂ ਅੱਜ ਆਪਾਂ ਇਹ ਗੁਆਟੇਮਾਲਾ ਦਾ ਕੇਸ ਸੀਗਾ। ਤੇ ਗੁਆਟੇਮਾਲਾ 'ਚ ਜਿਹੜੀਆਂ ਮੈਰਿਡ ਵੂਮਨ ਹੈਗੀਆਂ, ਜਿਹੜੀਆਂ ਕਿ ਆਪਣਾ ਰਿਲੇਸ਼ਨਸ਼ਿਪ ਛੱਡ ਨਹੀਂ ਸਕਦੀਆਂ, ਉਹਦੇ ਬਾਰੇ ਗੱਲਬਾਤ ਹੋ ਰਹੀ ਆ ਕਿ ਇਹ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਬਣਦਾ ਕਿ ਨਹੀਂ ਬਣਦਾ। ਠੀਕ ਹੈ ਜੀ। ਤੇ ਕਿਉਂਕਿ ਦੇਖੋ, ਜਦੋਂ ਤੁਸੀਂ ਅਸਾਈਲਮ ਫਾਈਲ ਕਰਦੇ ਆ, ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਇਹ ਸਾਰੇ ਜਿਹੜੇ ਨੈਸ਼ਨੈਲਿਟੀ, ਇਹ ਤਾਂ ਸਟੈਂਡਰਡ ਜਿਹੜੇ ਆ ਗਏ ਹਨਾ। ਪੋਲੀਟੀਕਲ ਓਪੀਨੀਅਨ ਤੇ ਰਿਲੀਜਨ ਦੇ ਸਾਡੇ ਜਿਹੜੇ ਜ਼ਿਆਦਾ ਕੇਸ ਆਪਣੇ ਪੰਜਾਬ ਤੋਂ ਆਉਂਦੇ ਆ। ਹਾਂਜੀ। ਤੇ ਬਾਕੀ ਸਾਰੇ ਜਿਹੜੀ ਮਿਸਲੇਨੀਅਸ ਆ ਗਏ ਹਨਾ, ਕਿ LGBTQ ਦਾ ਹੋ ਗਿਆ, ਡੋਮੈਸਟਿਕ ਵਾਇਲੈਂਸ ਵਾਲੇ ਹੋ ਗਏ, ਜਾਂ ਕੋਈ ਵੀ ਹੋਰ ਜਿਹੜੀ ਕੈਟੇਗਰੀ ਆ ਜਿਹੜੀ ਰਿਲੀਜਨ ਜਾਂ ਪੋਲੀਟੀਕਲ ਓਪੀਨੀਅਨ ਦੇ ਵਿੱਚ ਨਹੀਂ ਆਉਂਦੀ ਆ, ਤੇ ਉਹ ਜਿਹੜੀ ਕੈਟੇਗਰੀ ਫਿਰ ਤੁਹਾਡੀ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਵਿੱਚ PSG ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਤੁਹਾਡਾ ਕੇਸ ਬਣਦਾ। ਸੋ PSG ਦੇ ਜਿਹੜੇ ਕੇਸ ਹੁੰਦੇ ਆ, ਉਹ ਪਹਿਲਾਂ ਹੀ ਇੱਕ ਚੈਲੰਜਿੰਗ ਕੇਸ ਹੁੰਦੇ ਆ। ਉਹ ਹੁੰਦੇ ਬਹੁਤ ਇੰਟਰਸਟਿੰਗ ਆ, ਜੱਜ ਬਹੁਤ ਉਹਨਾਂ ਨੂੰ ਲਾਈਕ ਕਰਦੇ ਆ, ਧਿਆਨ ਨਾਲ ਸੁਣਦੇ ਆ। ਉਹਨਾਂ ਵਿੱਚ ਓਬਵੀਅਸਲੀ ਚੈਲੰਜ ਇਹੀ ਹੁੰਦਾ ਕਿ ਤੁਸੀਂ ਪਾਰਟਿਕੂਲਰ ਸੋਸ਼ਲ ਗਰੁੱਪ ਐਸਟੈਬਲਿਸ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਤੇ ਚੱਕਰ ਇਹ ਪੈ ਜਾਂਦਾ ਕਿ PSG, ਹੁਣ ਤੁਸੀਂ ਪੁੱਛੋਗੇ ਉਹਨੂੰ ਇੰਨੀ ਪ੍ਰੋਬਲਮ ਕਿਉਂ ਆ, PSG ਨੂੰ ਇੰਨਾ ਐਸਟੈਬਲਿਸ਼ ਕਰਨਾ ਮੁਸ਼ਕਿਲ ਕਿਉਂ ਹੁੰਦਾ? ਕਿਉਂਕਿ ਉਹ ਕਹਿੰਦੇ ਆ ਕਿ ਇੱਕ ਪਾਰਟਿਕੂਲਰਲੀ ਕੋਗਨਾਈਜ਼ੇਬਲ ਸੋਸ਼ਲ ਗਰੁੱਪ ਹੋਣਾ ਚਾਹੀਦਾ, ਕਿ ਮਤਲਬ ਤੁਹਾਨੂੰ ਉਹਨੂੰ ਬਿਲਕੁਲ ਇੱਕ ਤਰੀਕੇ ਨਾਲ ਡਿਫਾਈਨ ਕਰਨਾ ਪੈਣਾ ਕਿ ਇਹਦੇ ਐਲੀਮੈਂਟ ਜਿਹੜੇ ਕੌਣ ਹੈ। ਜੇ ਤੁਸੀਂ ਕਹੋ ਕਿ ਸਿੱਖਾਂ ਨਾਲ ਧੱਕਾ ਹੁੰਦਾ, ਰਾਈਟ,
ਉਹ ਤੁਹਾਡਾ ਪਾਰਟਿਕੂਲਰ ਸੋਸ਼ਲ ਗਰੁੱਪ ਨਹੀਂ ਬਣਿਆ। ਕਿਉਂ? ਕਿਉਂਕਿ ਬਹੁਤ ਜ਼ਿਆਦਾ ਨੰਬਰਾਂ ਦੇ ਵਿੱਚ ਸਿੱਖ ਮੌਜੂਦ ਆ, ਬਹੁਤ ਜਗ੍ਹਾ ਇੰਡੀਆ ਦੇ ਵਿੱਚ ਉਹ ਰਹਿੰਦੇ ਆ, ਤੇ ਕਈ ਜਗ੍ਹਾ ਉਹਨਾਂ ਨਾਲ ਧੱਕਾ ਹੁੰਦਾ, ਕਈ ਜਗ੍ਹਾ ਧੱਕਾ ਨਹੀਂ ਹੁੰਦਾ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਨਹੀਂ ਬਣਦਾ ਹੈਗਾ ਇਨ ਇਟਸੈਲਫ। ਤੇ ਹੁਣ ਤੁਸੀਂ ਕਹੋ ਕਿ ਮੈਰਿਡ ਕਿ ਫੀਮੇਲ ਐਜ਼ ਅ ਪਾਰਟਿਕੂਲਰ ਸੋਸ਼ਲ ਗਰੁੱਪ, ਕਿ ਇਹਨਾਂ ਨਾਲ ਇੰਡੀਆ 'ਚ ਬਹੁਤ ਧੱਕਾ ਹੁੰਦਾ, ਰੇਪ ਹੁੰਦੇ ਆ, ਏਦਾਂ ਹੁੰਦਾ ਉੱਦਾਂ ਹੁੰਦਾ, ਤੇ ਕੰਟਰੀ ਕੰਡੀਸ਼ਨਸ ਹੈਗੀਆਂ ਜੇ। ਪਰ ਉਹ ਤੁਹਾਡਾ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਨਹੀਂ ਬਣਿਆ, ਕਿਉਂਕਿ ਨੰਬਰ ਬਹੁਤ ਜ਼ਿਆਦਾ, ਤੁਸੀਂ ਇਹਨੂੰ ਪ੍ਰੀਸਾਈਸਲੀ ਡਿਫਾਈਨ ਨਹੀਂ ਕਰ ਸਕਦੇ, ਤੇ ਕੋਗਨਾਈਜ਼ੇਬਲ ਇੱਕ ਸੋਸ਼ਲ ਗਰੁੱਪ ਨਹੀਂ ਹੈਗਾ। ਕਿਉਂਕਿ ਉਹ ਕਹਿੰਦੇ ਆ ਕਿ ਜਿਹੜੇ ਰੇਪ ਵਿਕਟਿਮ ਵੀ ਇਨਕਲੂਡਡ ਹੈਗੇ ਆ, ਕਿਸੇ ਨੂੰ ਵੇਖ ਕੇ ਨਹੀਂ ਪਤਾ ਲੱਗ ਸਕਦਾ ਕਿ ਇਹਦੇ ਨਾਲ ਰੇਪ ਹੋਇਆ ਹੈ ਨਾ ਜੀ। ਹੁਣ ਇਹੀ ਪਹਿਲੂ ਨੂੰ ਜੇ ਅੱਗੇ ਲੈ ਕੇ ਜਾਈਏ ਕਿ ਮੰਨ ਲਓ ਕਿਸੇ ਦੇ ਉੱਤੇ ਉਹਨਾਂ ਨੇ ਐਸਿਡ ਸੁੱਟਤਾ ਹੈ ਨਾ, ਉਹ ਵਾਲਾ ਜਿਹੜਾ ਸੋਸ਼ਲ ਗਰੁੱਪ ਆ ਗਿਆ, ਉਹ ਬਹੁਤ ਇੱਕ ਛੋਟਾ ਜਿਹੜਾ ਸੋਸ਼ਲ ਗਰੁੱਪ ਆ ਕਿ ਸਮਾਜ ਨੂੰ ਕਿੱਦਾਂ ਵੇਖਦਾ ਵਾ, ਉਹ ਇੱਕ ਆਇਡੈਂਟੀਫਾਈਬਲ ਗਰੁੱਪ ਹੈਗਾ। ਤੁਸੀਂ ਵੇਖ ਕੇ ਦੱਸ ਸਕਦੇ ਆ ਕਿ ਬੰਦਾ ਆ ਪਾਰਟਿਕੂਲਰ ਸੋਸ਼ਲ ਗਰੁੱਪ ਨੂੰ ਬਿਲੋਂਗ ਕਰਦਾ। ਤੇ ਸੇਮ ਚੀਜ਼ ਇਹਦੇ ਵਿੱਚ ਜੇ ਤੁਸੀਂ ਕਹੋ ਕਿ ਮਨੀਪਾਲ ਦੀ ਟ੍ਰਾਈਬਲ ਵੂਮਨ ਜਿਹੜੀ ਉਹ ਹੈਗੀ ਆ, ਉਹ ਪਾਰਟਿਕੂਲਰ ਸੋਸ਼ਲ ਗਰੁੱਪ ਹੋ ਸਕਦਾ ਹੈਗਾ ਹੈ ਨਾ। ਕਸ਼ਮੀਰੀ ਵੂਮਨ ਜਿਹੜਾ ਹੈਗਾ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਕੇਸ, ਮੁਸਲਿਮ ਕਸ਼ਮੀਰੀ ਵੂਮਨ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਤੁਸੀਂ ਆਰਗੂਮੈਂਟ ਜਿਹੜੀ ਕਰ ਸਕਦੇ ਆ। ਪਰ ਇਨ ਜਨਰਲ ਤੁਸੀਂ ਨਹੀਂ ਕਹਿ ਸਕਦੇ ਕਿ ਹਰੇਕ ਫੀਮੇਲ ਇਹਦੇ ਥੱਲੇ ਆਉਂਦੀ ਹੈ। ਸੋ ਚੈਲੰਜਸ ਇਹ ਰਹਿੰਦੇ ਆ ਕਿ ਸੋਸ਼ਲ ਗਰੁੱਪ ਤੁਸੀਂ ਡਿਫਾਈਨ ਕਿੱਦਾਂ ਕਰਨਾ। ਜੇ ਤੁਸੀਂ ਸਿੱਧੇ ਕਹਿੰਦੇ ਆ ਕਿ ਡੋਮੈਸਟਿਕ ਵਾਇਲੈਂਸ ਸਿਰਫ, ਤੇ ਉਹਦਾ ਬਹੁਤ ਜ਼ਿਆਦਾ ਬਰੌਡ ਹੋ ਜਾਂਦਾ ਕਿ ਡੋਮੈਸਟਿਕ ਵਾਇਲੈਂਸ ਹੈ ਤਾਂ ਹਜ਼ਾਰਾਂ ਲੋਕਾਂ ਨਾਲ ਹੋ ਗਈ, ਉਹਨੂੰ ਸੁਸਾਇਟੀ ਐਜ਼ ਅ ਗਰੁੱਪ ਨਹੀਂ ਉਹਨੂੰ ਵੇਖਦੀ ਹੈਗੀ। ਤੇ ਇਹ ਜਿਹੜਾ ਮੇਨ ਡੋਮੈਸਟਿਕ ਵਾਇਲੈਂਸ ਦੇ ਕੇਸ ਦੇ ਵਿੱਚ ਮੁੱਦੇ ਰਹਿੰਦੇ ਆ ਕਿ ਕੋਰਟ ਕਈ ਵਾਰੀ ਇਹ ਮੰਨਣ ਤੋਂ ਇਨਕਾਰ ਕਰ ਦਿੰਦਾ ਕਿ ਇਹ ਪਾਰਟਿਕੂਲਰ ਸੋਸ਼ਲ ਗਰੁੱਪ ਮੰਨਿਆ ਜਾਊਗਾ ਕਿ ਨਹੀਂ ਮੰਨਿਆ ਜਾਊਗਾ। ਮਤਲਬ ਤੁਹਾਡਾ ਸਾਰਾ ਦੇ ਸਾਰਾ ਚੈਲੰਜ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਆਸ-ਪਾਸ ਹੀ ਜਿਹੜਾ ਰਹਿੰਦਾ ਹੈਗਾ। ਹੁਣ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਵਿੱਚ ਆਪਣਾ ਫੋਰ ਐਗਜ਼ਾਮਪਲ ਆਪਾਂ ਕਹੀਏ ਕਿ ਇੰਡੀਆ 'ਚ ਕੋਈ ਮੁਜ਼ਾਹਰਾ ਸੀਗਾ ਤੇ ਰੋਸ ਪ੍ਰਦਰਸ਼ਨ ਸੀਗਾ, ਉਹਦੇ ਵਿੱਚ 100 ਲੇਡੀਜ਼ ਨੇ ਪਾਰਟਿਸਿਪੇਟ ਕੀਤਾ, ਤੇ ਉਹਨਾਂ ਨੇ ਜੋ ਵੀ ਉਹਨਾਂ ਦੀ ਪੋਲੀਟੀਕਲ ਐਕਟੀਵਿਟੀ ਉਹ ਸੀਗੀ, ਤੇ ਉਹ ਕੋਈ ਰੀਜ਼ਨ ਕਰਕੇ ਪਬਲਿਸ਼ ਹੋ ਗਏ, ਉਹਨਾਂ ਦੇ 100 ਜਣਿਆਂ ਦੇ ਜਿਹੜੇ ਚਿਹਰੇ ਸਾਹਮਣੇ ਆ ਗਏ। ਹੁਣ ਇਹ ਤੁਹਾਡਾ ਪਾਰਟਿਕੂਲਰ ਸੋਸ਼ਲ ਗਰੁੱਪ ਬਣ ਸਕਦਾ। ਕਿਉਂ? ਕਿਉਂਕਿ ਵਿਜ਼ਿਬਿਲਿਟੀ ਆ। ਤੁਸੀਂ ਕਹਿ ਸਕਦੇ ਆ ਕਿ ਇਹ ਕਸ਼ਮੀਰੀ ਜਨਾਨੀਆਂ ਜਿਨ੍ਹਾਂ ਨੇ ਜਾ ਕੇ ਚੰਡੀਗੜ੍ਹ ਪ੍ਰਦਰਸ਼ਨ ਕੀਤਾ ਸੀਗਾ ਤੇ ਜਿਹੜੀਆਂ ਮਸ਼ਹੂਰ ਹੋ ਗਈਆਂ ਹੈ ਨਾ, ਤੇ ਉਹ ਤੁਸੀਂ ਪਾਰਟਿਕੂਲਰਿਟੀ ਨਾਲ ਡਿਫਾਈਨ ਕਰਤਾ ਕਿ ਸਮਾਜ ਨੂੰ ਪਤਾ ਲੱਗ ਗਿਆ ਕਿ ਇਹ 100 ਜਣੇ ਦਾ ਟੋਲਾ ਹੈਗਾ। ਕਿ ਜਦੋਂ ਸਮਾਜ ਨੂੰ ਔਨ ਹੋਲ ਇੱਕ ਲਾਰਜ ਸੁਸਾਇਟੀ ਨੂੰ ਪਤਾ ਲੱਗ ਗਿਆ ਕਿ ਇੱਕ ਆ ਜਿਹੜਾ ਟੋਲਾ ਉਹਨਾਂ ਵਿਤਕਰਾ ਹੋ ਸਕਦਾ ਜਾਂ ਉਹ ਕਰਦੇ ਆ ਜਾਂ ਉਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਟਰੀਟ ਕਰਦੇ ਆ, ਤਾਂ ਉਹਨੂੰ ਆਪਾਂ ਪਾਰਟਿਕੂਲਰ ਸੋਸ਼ਲ ਗਰੁੱਪ ਜਿਹੜਾ ਕਹਿੰਦੇ ਆ। ਫੋਰ ਐਗਜ਼ਾਮਪਲ ਜੇ ਆਪਾਂ ਕਹੀਏ ਕਿ ਦਲਿਤ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਹੈਗਾ, ਉਹ ਹੁਣ ਤੁਸੀਂ ਰਿਲੀਜਨ ਦੇ ਵਿੱਚ ਵੀ ਜਾ ਸਕਦੇ ਆ, ਜੇ ਡਿਪੈਂਡਿੰਗ ਤੁਹਾਡਾ ਕੇਸ ਕਿੱਦਾਂ ਹੈਗਾ। ਪਰ ਜੇ ਤੁਸੀਂ ਐਂ ਐਟ ਲਾਰਜ ਕਹੋ ਕਿ ਕੀ ਦਲਿਤ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਹੈਗਾ, ਤੁਸੀਂ ਉਹਨੂੰ ਐਸਟੈਬਲਿਸ਼ ਕਰ ਸਕਦੇ ਆ ਕਿ ਹਾਂ ਇਹਨੂੰ ਸਮਾਜ ਆਇਡੈਂਟੀਫਾਈ ਕਰੂਗਾ, ਕਿਉਂਕਿ ਤੁਹਾਨੂੰ ਆਪਣੀ ਜਿਹੜੀ ਜਾਤ ਆ ਉਹ ਆਇਡੈਂਟੀਫਾਈ ਕਰਨੀ ਪੈਂਦੀ ਹੈ, ਕਾਸਟ ਆਇਡੈਂਟੀਫਾਈ ਕਰਨੀ ਪੈਂਦੀ ਹੈ, ਰਿਲੀਜਨ ਆਇਡੈਂਟੀਫਾਈ ਕਰਨਾ ਪੈਂਦਾ, ਤੁਹਾਡੇ ਲਾਸਟ ਨੇਮ ਤੋਂ ਉਹ ਪਛਾਣ ਸਕਦੇ ਆ, ਤੁਹਾਨੂੰ ਪ੍ਰਮਾਣ ਆਪਣਾ ਦੇਣਾ ਪੈਂਦਾ। ਤੇ ਇਹ ਜਿਹੜੀਆਂ ਚੀਜ਼ਾਂ ਇਹ ਕੇਸ ਇੱਕ ਬਣ ਸਕਦੇ ਆ, ਕਿਉਂਕਿ ਇਹਨੂੰ ਆਪਾਂ ਆਇਡੈਂਟੀਫਾਈ ਕਰ ਸਕਦੇ ਆ ਕਿ ਇੱਕ ਆਮ ਸਮਾਜ ਨਾਲੋਂ ਅਲੱਗ ਕੀ ਇਹ ਇੱਕ ਜ਼ਿਆਦਾ ਗਿਣਤੀ ਹੈ ਸਮਾਜ ਦੀ, ਤੇ ਘੱਟ ਗਿਣਤੀ ਦੇ ਵਿੱਚ ਉਹਦੇ ਵਿੱਚ ਆਉਂਦੇ ਆ। ਉਸ ਬੇਸ ਤੇ ਤੁਸੀਂ ਜਿਹੜਾ ਕੇਸ ਉਹ ਬਣਾ ਸਕਦੇ ਆ। ਜਿਹੜੇ ਹੁਣ ਆਪਣੇ ਸੀਗੇ ਕਿ ਜਿਹੜੇ ਪਾਰਟਿਕੂਲਰ ਸੋਸ਼ਲ ਗਰੁੱਪ ਇੱਕ ਕਈ ਕੇਸਾਂ 'ਚ ਆਪਾਂ ਬਣਾਇਆ ਸੀਗਾ ਕਿ ਤੁਸੀਂ ਕਈ ਵਾਰੀ ਦੇਖਿਆ ਹੋਣਾ ਸਾਡੀਆਂ ਵੀਡੀਓ ਦੇ ਵਿੱਚ ਕਿ ਬੰਦੇ ਨੇ ਇੰਡੀਆ ਦੇ ਵਿੱਚ ਗਤੀਵਿਧੀ ਕੋਈ ਨਹੀਂ ਕੀਤੀ ਸੀ ਤੇ ਕਦੀ ਕੋਈ ਪਾਰਟੀ ਜੁਆਇਨ ਨਹੀਂ ਉਹਨੇ ਕੀਤੀ ਸੀਗੀ, ਉਹ ਵਾਲੇ ਕੇਸ ਵੀ ਪਾਸ ਹੋਏ ਆ। ਸੋ ਉਹੀ ਲੋਕ ਜਿਹੜੇ ਕਹਿੰਦੇ ਕਿ ਨਹੀਂ ਤੁਸੀਂ ਇੱਕ ਢਾਂਚੇ ਦੇ ਥੱਲੇ ਜਾਂ ਉਹ ਸੰਸਥਾਵਾਂ ਦੇ ਨਾਲ ਜੁੜਨਾ ਕਿਸੇ ਦੇ ਨਾਲ ਤਾਂ ਹੀ ਕੇਸ ਪਾਸ ਹੋਊਗਾ, ਏਦਾਂ ਨਹੀਂ ਹੈਗਾ। ਬਿਨਾਂ ਸੰਸਥਾਵਾਂ ਦੇ ਨਾਲ ਜੁੜੇ ਵੀ ਜਿਹੜਾ ਕੇਸ ਉਹ ਪਾਸ ਬਥੇਰਿਆਂ ਦੇ ਹੋਏ ਆ। ਉਹਨੂੰ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਵਿੱਚ ਆਪਾਂ ਆਰਗਿਊ ਕੀਤਾ। ਠੀਕ ਹੈ ਜੀ। ਕਿ ਜਿੱਦਾਂ ਜਦੋਂ ਕਈ ਬੰਦੇ ਸੀਗੇ ਉਹ ਸਟੂਡੈਂਟ ਸੀਗੇ ਜਾਂ ਉਹਨਾਂ ਨੇ ਕਦੀ ਇੰਡੀਆ ਦੇ ਵਿੱਚ ਕੋਈ ਗਤੀਵਿਧੀ ਨਹੀਂ ਸੀਗੀ ਜਾਂ ਛੋਟੇ ਬੜੇ ਸੀਗੇ ਹਨਾ, ਇਹਨਾਂ ਦੀਆਂ ਵੀਡੀਓ ਸਾਡੇ ਸੋਸ਼ਲ ਮੀਡੀਆ ਪੇਜ ਤੇ ਕਈਆਂ ਦੀਆਂ ਪਈਆਂ। ਉਹਨਾਂ ਨੇ ਉਰੇ ਆ ਕੇ ਜਿਹੜਾ ਜਦੋਂ ਕਿਸਾਨੀ ਅੰਦੋਲਨ ਜਿਹੜਾ ਚੱਲਦਾ ਹੈਗਾ ਉਦੋਂ ਬੜੇ ਵੋਕਲ ਜਿਹੜੇ ਹੋਏ ਸੀਗੇ ਇੱਥੇ ਆ ਕੇ, ਅਮਰੀਕਾ ਦੇ ਵਿੱਚ ਆ ਕੇ। ਤੇ ਇੰਡੀਆ ਦੇ ਵਿੱਚ ਉਹਨਾਂ ਟਾਈਮਾਂ 'ਚ ਜ਼ੀਰੋ ਜਿਹੜੀ ਗਤੀਵਿਧੀ ਸੀਗੀ, ਤੇ ਇੱਥੇ ਕਈ ਜਿਹੜੇ ਮੀਡੀਆ ਦੇ ਵਿੱਚ ਵੀ ਅੱਗੇ ਹਾਈਲਾਈਟ ਹੋਏ ਹਨਾ। ਤੇ ਉਹ ਜਦੋਂ ਮੀਡੀਆ 'ਚ ਹਾਈਲਾਈਟ ਹੋਏ ਤਾਂ ਆਪਣੀ ਉਹਦੀ ਆਰਗੂਮੈਂਟ ਇਹ ਸੀਗੀ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਕੀ ਆਪਾਂ ਸਾਰੇ ਸਿੱਖਾਂ ਦੀ ਗੱਲ ਨਹੀਂ ਕਰ ਰਹੇ, ਆਪਾਂ ਸਿਰਫ ਤੇ ਸਿਰਫ ਉਹ ਸਿੱਖਾਂ ਦੀ ਗੱਲ ਕਰ ਰਹੇ ਹਾਂ ਜਿਹੜੇ
NRI ਆ, ਨਾਨ ਰੈਜ਼ੀਡੈਂਟ ਇੰਡੀਅਨ। ਜੱਜ ਕਹਿੰਦਾ NRI ਕੀ ਹੁੰਦਾ ਹੈ ਨਾ, ਉਹਨੂੰ ਕੀ ਪਤਾ ਹੁਣ NRI ਕੀ ਹੁੰਦਾ ਵਾ। ਤੇ ਨਾਨ ਰੈਜ਼ੀਡੈਂਟ ਇੰਡੀਅਨ ਬੰਦੇ ਜਿਹੜਾ ਨੇ ਬਾਹਰ ਆ ਕੇ ਕਿਸਾਨੀ ਅੰਦੋਲਨ ਨੂੰ ਸਪੋਰਟ ਕੀਤਾ ਤੇ ਹਾਈਲਾਈਟ ਹੋਏ, ਇਹ ਪਾਰਟਿਕੂਲਰ ਸੋਸ਼ਲ ਗਰੁੱਪ ਬਣ ਗਿਆ। ਕਿਉਂ? ਕਿਉਂਕਿ ਹੁਣ ਸਾਡੇ ਕੋਲ ਕੰਟਰੀ ਕੰਡੀਸ਼ਨ ਵੀ ਆ ਗਈਆਂ। ਕਈ ਲੋਕੀ ਇਹੋ ਜਿਹੇ ਸੀਗੇ ਜਿਹਨਾਂ ਨੂੰ ਟੰਗ ਦਿੱਤਾ ਗਿਆ ਸੀਗਾ NSA ਜਾਂ ਕੋਈ ਹੋਰ ਧਾਰਾਵਾਂ ਦੇ ਥੱਲੇ। ਸੋ ਉਹ ਪਾਰਟਿਕੂਲਰਿਟੀ ਨਾਲ ਡਿਫਾਈਨ ਕਰਤਾ ਕਿ ਆਪਾਂ ਇਹ ਨਹੀਂ ਕਹਿ ਰਹੇ ਕਿ ਸਾਰੇ NRI ਸਿੱਖਾਂ ਨਾਲ ਧੱਕਾ ਕਰਦੇ ਆ। ਆਪਾਂ ਇਹ ਕਹਿ ਰਹੇ ਹਾਂ ਕਿ ਜਿਹੜਾ ਨੇ ਵੱਧ ਚੜ ਕੇ ਕਿਸਾਨੀ ਅੰਦੋਲਨ ਚ ਉਦੋਂ ਸਪੋਰਟ ਲਿੱਤਾ ਸੀਗਾ, ਲਾਈਮਲਾਈਟ ਚ ਆਏ ਸੀਗੇ, ਤੇ ਉਹ ਜਿਹੜੇ ਲੋਕੀ ਸੀ ਉਹਨਾਂ ਨੇ ਕਈਆਂ ਨੇ ਕੋਈ ਪਾਰਟੀ ਵੀ ਨਹੀਂ ਜੁਆਇਨ ਕੀਤੀ, ਕੁਝ ਵੀ ਨਹੀਂ ਕੀਤਾ। ਬਸ ਸਿਰਫ ਤੇ ਸਿਰਫ ਇੰਨਾ ਸੀਗਾ ਕਿ ਆਹ ਪਾਰਟਿਕੂਲਰਿਟੀ ਦੇ ਨਾਲ ਆਪਾਂ ਸੋਸ਼ਲ ਗਰੁੱਪ ਡਿਫਾਈਨ ਕਰਤਾ, ਤੇ ਉਹਦੇ ਕਰਕੇ ਉਹਨਾਂ ਦੇ ਕਈਆਂ ਦੇ ਜਿਹੜੇ ਕੇਸ ਜਿਹੜੇ ਪਾਸ ਹੋਏ ਸੀਗੇ, ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਜਦੋਂ ਆਪਾਂ ਸ਼ੁਰੂ ਕੀਤਾ ਸੀਗਾ, ਉਹ ਕਹਿੰਦੇ ਨਵਾਂ ਵਾਹੇ ਇਹਨੂੰ ਪਤਾ ਨਹੀਂ ਕੁਛ, ਇਹ ਚੀਜ਼ਾਂ ਹੋ ਨਹੀਂ ਸਕਦੀਆਂ, ਹਨਾ। ਸੋ ਜਿਹੜੀਆਂ ਚੀਜ਼ਾਂ ਹੋ ਨਹੀਂ ਸਕਦੀਆਂ ਹੈਗੀਆਂ, ਏਦਾਂ ਦੀਆਂ ਕਾਫੀ ਜਿਹੜੇ ਕੇਸ ਸੀਗੇ ਉਹ ਜਿਹੜੇ ਆਏ ਸਾਹਮਣੇ। ਤੇ ਅੱਜ ਜਿਹੜਾ ਆਹ ਹੁਣ ਗੁਆਟਾਮਾਲਾ ਵਾਲਾ ਕੇਸ ਆ, ਇਹਦੇ ਵਿੱਚ ਜਿਹੜਾ ਡੋਮੈਸਟਿਕ ਵਾਇਲੈਂਸ ਆ, ਸੇਮ ਮੁੱਦਾ ਇਹਦੇ ਵਿੱਚ ਆ ਕਿ ਆਪਾਂ ਕਿੱਦਾਂ ਮੰਨੀਏ, ਸਮਾਜ ਨੂੰ ਕਿੱਦਾਂ ਵੇਖਦਾ ਕਿ ਘਰਾਂ ਦੇ ਵਿੱਚ ਹੀ ਹੁੰਦਾ ਡੋਮੈਸਟਿਕ ਵਾਇਲੈਂਸ, ਤੇ ਇਹ ਪਾਰਟਿਕੂਲਰ ਸੋਸ਼ਲ ਗਰੁੱਪ ਕਿੱਦਾਂ ਬਣਦਾ। ਸੋ ਸਾਰੀ ਜਿਹੜੀ ਡਿਸਕਸ਼ਨ ਆ ਉਹ ਇਸ ਚੀਜ਼ ਦੇ ਉੱਤੇ ਆ ਕਿ ਕੋਰਟ ਨੇ ਕੀ ਚੀਜ਼ਾਂ ਵੇਖੀਆਂ, ਕੀ ਦਲੀਲਾਂ ਪੇਸ਼ ਕੀਤੀਆਂ ਵਕੀਲਾਂ ਨੇ, ਤੇ ਕਿਉਂ ਕੋਰਟ ਨੇ ਕਨਕਲੂਡ ਕੀਤਾ ਕਿ ਜਿਹੜੀਆਂ ਡੋਮੈਸਟਿਕ ਵਾਇਲੈਂਸ ਵਾਲੀਆਂ ਸਾਰੀਆਂ ਔਰਤਾਂ ਨਹੀਂ, ਕਈ ਔਰਤਾਂ ਜਿਹੜੀਆਂ ਪਾਰਟਿਕੂਲਰ ਸੋਸ਼ਲ ਗਰੁੱਪ ਨੂੰ ਐਸਟੈਬਲਿਸ਼ ਕਰ ਸਕਦੀਆਂ, ਤੇ ਕਈਆਂ ਦੇ ਕੇਸ ਫੇਲ ਵੀ ਹੋਊਗੇ। ਜੀ। ਸੋ ਕੀ ਸੀਗੇ ਇਸ ਦੇ ਫੈਕਟ, ਕੀ ਹੈ ਇਸ ਕੇਸ ਦੇ ਵਿੱਚ? ਬੀਬੀ ਨੇ ਕੀ ਜਿਹੜਾ ਹੈ ਦੱਸਿਆ, ਤੇ ਇਵੈਂਚੁਅਲੀ ਫਿਰ ਅਦਾਲਤ ਨੇ ਕੀ ਐਨਾਲਿਸਿਸ ਇਸ ਦਾ ਕੀਤਾ? ਸੋ ਇਹ ਜਿਹੜਾ ਕੇਸ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਡਿਸਾਈਡ ਕੀਤਾ ਸੀਗਾ, ਠੀਕ ਹੈ ਜੀ, ਅਗਸਤ 2014 ਨੂੰ। ਤੇ 2014 ਨੂੰ ਇਹ ਜਿਹੜਾ ਇਹ ਕੇਸ ਦੇ ਵਿੱਚ ਸੀਗਾ, ਇਮੀਗ੍ਰੇਸ਼ਨ ਜੱਜ ਨੇ ਜਿਹੜਾ 2009 ਦੇ ਵਿੱਚ ਇਹ ਕੇਸ ਜਿਹੜਾ ਡਿਨਾਈ ਕਰਤਾ ਸੀਗਾ। ਤੇ ਜਿਹੜੇ ਰਿਸਪੋਂਡੈਂਟ ਸੀਗੇ, ਜਿਹੜਾ ਸੌਖੇ ਸ਼ਬਦਾਂ ਦੇ ਵਿੱਚ ਜਿਹਨੂੰ ਕਲਾਇੰਟ ਕਹਿੰਦੇ ਆ, ਉਹਨੇ ਜਿਹੜਾ ਕੇਸ ਸੀਗਾ ਇਹ ਅਪੀਲ ਕੀਤਾ, ਤੇ ਉਹਨੇ ਇਹ ਕਿਹਾ ਕਿ ਜਿਹੜਾ ਜੱਜ ਦਾ ਡਿਸੀਜਨ ਆ ਉਹ ਗਲਤ ਆ। ਤੇ ਜਿਹੜਾ ਜੱਜ ਸੀਗਾ ਉਹਨੇ ਇਹ ਨਹੀਂ ਚੈਲੰਜ ਕੀਤਾ ਕਿ ਇੰਨਾ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ। ਉਹ ਸਾਰੇ ਜਣੇ ਮੰਨਦੇ ਸੀ ਕਿ ਡੋਮੈਸਟਿਕ ਵਾਇਲੈਂਸ ਹੋਇਆ ਵਾ। ਈਵਨ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਵੀ ਇਹ ਡਿਸਪਿਊਟ 'ਚ ਨਹੀਂ ਸੀਗਾ। ਸੋ ਇਹ ਕਲੀਅਰ ਸੀਗਾ ਕਿ ਇਹਨਾਂ ਡੋਮੈਸਟਿਕ ਵਾਇਲੈਂਸ ਧੱਕਾ ਹੋਇਆ, ਤਾਂ ਵੀ ਉਹਦਾ ਕੇਸ ਜਿਹੜਾ ਫੇਲ ਕਰਤਾ। ਸੋ ਇਹਨੂੰ ਹੁਣ ਦੱਸਣ ਦਾ ਮਕਸਦ ਕੀ ਆ ਕਿ ਸ਼ੋਅ ਦੇ ਰਾਹੀਂ ਨੌਲੇਜ ਜਿਹੜੀ ਮਿਲੇ, ਕੀ ਨੌਲੇਜ ਮਿਲੇ। ਇਹ ਨਹੀਂ ਕਿ ਬੈਠਾ ਉੱਥੇ ਕਹਾਣੀਕਾਰ ਲਿਖ ਰਿਹਾ ਕਿ ਜੀ ਡੋਮੈਸਟਿਕ ਵਾਇਲੈਂਸ ਹੈ, ਨਹੀਂ, ਕੇਸ ਫੇਲ ਹੋ ਜਾਣਾ। ਪਾਰਟਿਕੂਲਰ ਸੋਸ਼ਲ ਗਰੁੱਪ ਦੇ ਐਲੀਮੈਂਟ ਜਿਹੜੇ ਆ ਉਹ ਸੈਟੀਸਫਾਈ ਹੁੰਦੇ ਆ ਕਿ ਨਹੀਂ ਹੁੰਦੇ, ਉਹਦੇ ਬੇਸ ਤੇ ਕੇਸ ਦੀ ਸਟਰੈਂਥ ਜਿਹੜੀ ਡਿਪੈਂਡ ਕਰਦੀ ਹੈ। ਸੋ ਉਹ ਕਹਿੰਦਾ ਕਿ ਇਹ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਮੈਂਬਰ ਨਹੀਂ ਹੈਗੀ ਇਹ ਲੇਡੀ ਕਿਸੇ ਵੀ, ਤੇ ਜੱਜ ਨੇ ਰਿਫਿਊਜ਼ ਕਰਤਾ। ਉਹ ਕਹਿੰਦਾ ਕਿ ਮੈਂ ਨਹੀਂ ਮੰਨਦਾ ਕਿ ਡੋਮੈਸਟਿਕ ਵਾਇਲੈਂਸ ਜੇ ਹੋਇਆ ਕਿ ਸਾਰੀਆਂ ਲੇਡੀਜ਼ ਨੂੰ ਆਪਾਂ ਮੰਨਿਆ ਜਾਵੇ। ਇਹਦਾ ਜਿਹੜਾ ਵਕੀਲ ਸੀਗਾ ਇਹਨੇ ਅਪੀਲ ਕੀਤੀ। ਉਹ ਕਹਿੰਦੇ ਕਿ ਜਿਹੜੀਆਂ ਮੈਰਿਡ ਵੂਮਨ ਹੈਗੀਆਂ ਗੁਆਟੇਮਾਲਾ ਦੇ ਵਿੱਚ, ਸੋ ਗੁਆਟੇਮਾਲਾ ਮੈਟਰ ਨਹੀਂ ਕਰਦਾ ਕਿਉਂਕਿ ਤੁਹਾਨੂੰ ਜਿੱਦਾਂ ਦੱਸਿਆ ਕਿ 2 ਕੇਸ ਜਿਹੜੇ ਸੀਗੇ ਇਸ ਹਫਤੇ ਇੰਡੀਅਨ ਵੂਮਨ ਦੇ ਉੱਤੇ ਸੀਗੇ ਨਾ। ਤੇ ਉਹ ਕਹਿੰਦਾ ਕਿ ਮੈਰਿਡ ਵੂਮਨ ਜਿਹੜੀਆਂ ਆਪਣਾ ਰਿਲੇਸ਼ਨਸ਼ਿਪ ਛੱਡ ਨਹੀਂ ਸਕਦੀਆਂ, ਹਨਾ। ਸੋ ਜਿਹੜਾ ਮੇਨ ਮੁੱਦਾ ਆ ਗਿਆ ਕਿ ਛੱਡ ਨਹੀਂ ਸਕਦੀਆਂ, ਠੀਕ ਆ। ਆਹ ਚੀਜ਼ ਨੂੰ ਜਿਹੜਾ ਵੇਖਣਾ ਕਿ ਛੱਡ ਨਹੀਂ ਸਕਦੀਆਂ। ਜਿਹਨਾਂ ਦੇ ਡਿਵੋਰਸ ਹੋ ਗਏ ਜਾਂ ਕੁਝ ਹੋ ਗਿਆ ਉਹ ਛੱਡਤਾ, ਉਹ ਮੁੱਕ ਗਈ ਗੱਲਬਾਤ ਉੱਥੇ। ਤੇ ਘਰ ਵਾਲੇ ਨੇ ਕਿਸੇ ਨੇ ਡਿਵੋਰਸ ਦੇ ਦਿੱਤਾ ਖੁਦ ਹੀ, ਹਨਾ, ਕਿ ਮੈਨੂੰ ਬਹੁਤ ਬੁਰੀ ਤਰ੍ਹਾਂ ਟਰੀਟ ਕੀਤਾ, ਬਹੁਤ ਜ਼ਿਆਦਾ ਇਨਫੋਰਮੇਸ਼ਨ ਕਿ ਮੈਨੂੰ ਬਹੁਤ ਬੁਰੀ ਤਰ੍ਹਾਂ ਟਰੀਟ ਕੀਤਾ, ਪਰ ਬਾਅਦ ਚ ਮੈਨੂੰ ਛੱਡਤਾ, ਡਿਵੋਰਸ ਦਿੱਤਾ। ਉਹ ਤੁਹਾਡਾ ਆਹ ਜਿਹੜੇ ਐਟਲੀਸਟ ਆ ਜਿਹੜਾ ਕੇਸ ਹੈ ਇਹਦੇ ਵਿੱਚ ਜੋ ਹੋ ਰਿਹਾ ਉਹਦੇ ਥੱਲੇ ਨਹੀਂ ਹੋਊਗਾ। ਕਿਉਂ? ਕਿਉਂਕਿ ਮੇਨ ਜਿਹੜਾ ਇਹਦੇ ਵਕੀਲ ਨੇ ਤਰਕ ਜਿਹੜਾ ਪ੍ਰੈਜ਼ੈਂਟ ਕੀਤਾ ਸੀਗਾ ਉਹ ਇਹ ਸੀਗਾ ਕਿ ਉਹ ਵਾਲੀਆਂ ਮੈਰਿਡ ਵੂਮਨ ਜਿਹਨਾਂ ਨਾਲ ਧੱਕਾ ਹੋਇਆ ਤੇ ਜਿਹੜੀਆਂ ਆਪਣਾ ਰਿਲੇਸ਼ਨਸ਼ਿਪ ਛੱਡ ਨਹੀਂ ਸਕਦੀਆਂ, ਮਜਬੂਰ ਹੈਗੀਆਂ ਕਿਸੇ ਕਾਰਨ। ਇਹ ਜਿਹੜਾ ਸੀਗਾ ਕੇਸ, ਉਹ ਕੀ ਸੀਗਾ ਕਿ ਇਸ ਕੇਸ ਦੇ ਵਿੱਚ ਜੇ ਆਪਾਂ ਫੈਕਟਸ ਵੱਲ ਜਾਈਏ ਤੇ ਜਿਹੜੀ ਲੇਡੀ ਸੀਗੀ ਉਹਦੇ 3 ਮਾਈਨਰ ਬੱਚੇ ਸੀਗੇ। ਗੁਆਟਾਮਾਲਾ ਦੀ ਇਹ ਸਿਟੀਜ਼ਨ ਸੀਗੀ ਤੇ ਬਿਨਾਂ ਇਨਸਪੈਕਸ਼ਨ ਦੇ US ਦੇ ਵਿੱਚ 2005 ਦੇ ਵਿੱਚ ਇਹ ਆ ਗਈ ਸੀਗੀ। ਇਹਨੇ ਟਾਈਮ ਸਰ ਆਪਣੀ ਅਸਾਈਲਮ ਦੀ ਐਪਲੀਕੇਸ਼ਨ, ਵਿਦਹੋਲਡਿੰਗ ਦੀ ਐਪਲੀਕੇਸ਼ਨ ਫਾਈਲ ਕਰਤੀ ਸੀਗੀ। ਇਮੀਗ੍ਰੇਸ਼ਨ ਜੱਜ ਨੇ ਇਹ ਫੈਸਲਾ ਦਿੱਤਾ ਕਿ ਇਹ ਇੱਕ ਬਹੁਤ ਕ੍ਰੈਡੀਬਲ ਵਿਟਨੈਸ ਸੀਗੀ, ਇਹਦੇ ਬਿਆਨ ਸਾਰੇ ਸਹੀ ਹੋਏ ਆ, ਕੋਈ ਵੀ ਗਲਤੀ ਨਹੀਂ ਹੈਗੀ। ਉਹ ਕਹਿੰਦਾ ਇਹਦੇ ਵਿੱਚ ਕੋਈ ਡਿਸਪਿਊਟ ਨਹੀਂ ਹੈਗਾ। ਇਹਦਾ ਜਿਹੜਾ ਵਿਆਹ ਸੀਗਾ ਉਹ 17 ਸਾਲ ਦੀ ਉਮਰ 'ਚ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਇਹਨੂੰ ਬਹੁਤ ਜ਼ਿਆਦਾ ਅਬਿਊਜ਼ ਮਿਲਿਆ ਆਪਣੇ ਹਸਬੈਂਡ ਤੋਂ। ਹਰ ਹਫਤੇ ਇਹਦੀ ਮਾਰਕੁੱਟ ਜਿਹੜੀ ਹੁੰਦੀ ਸੀਗੀ। ਤੇ ਕਦੋਂ ਤੋਂ ਸ਼ੁਰੂ ਹੋਈ? ਜਦੋਂ ਦਾ ਪਹਿਲਾ ਜਵਾਕ ਹੋ ਗਿਆ ਉਸ ਤੋਂ ਬਾਅਦ ਤੋਂ।
ਇੱਕ ਮੌਕੇ ਤੇ ਉਹਨੇ ਉਹਦੀ ਨੱਕ ਤੇ ਵੀ ਮੁੱਕਾ ਮਾਰ ਕੇ ਨੱਕ ਤੋੜਤੀ ਸੀ। ਦੂਜੇ ਮੌਕੇ ਉਹਨੇ ਉੱਤੇ ਪੇਂਟ ਦਾ ਜਿਹੜਾ ਥਿਨਰ ਸੁੱਟਤਾ ਸੀਗਾ, ਜਿਹਦੇ ਠੀਕ ਹੈ। ਕਰਕੇ ਕਿ ਉਹਦੀ ਬ੍ਰੈਸਟ ਬਰਨ ਹੋ ਗਈ ਸੀਗੀ, ਹੂੰ ਤੇ ਰਿਪੀਟਡਲੀ ਜਿਹੜਾ ਰੇਪ ਹੋਇਆ ਸੀਗਾ ਉਹਦਾ। ਹੁਣ ਇਹ ਜਿਹੜੀ ਇੰਡੀਆ ਦੇ ਵਿੱਚ ਵੀ ਆਪਾਂ ਚੀਜ਼ ਚੱਲ ਜਾਂਦੀ ਹੈ, ਕਾਫੀ ਵਿਵਾਦ ਜਿਹੜਾ ਚੱਲਦਾ ਕਿ ਮੈਰਿਟਲ ਰੇਪ, ਕਿ ਜਿਹੜਾ ਵਿਆਹ ਹੋਇਆ ਉਸ ਕੇਸ ਦੇ ਵਿੱਚ ਜੇ ਨਾਨ ਕੰਸੈਂਸ਼ੂਅਲ ਸੈਕਸ ਹੋਵੇ, ਕਿ ਜੇ ਹਸਬੈਂਡ ਬਿਨਾਂ ਵਾਈਫ ਦੀ ਪਰਮਿਸ਼ਨ ਤੋਂ ਇਹ ਕਰੇ ਕਿ ਉਹਨੂੰ ਰੇਪ ਨੂੰ ਉਹ ਜਿਹੜਾ ਲਾਅ ਆ ਉਹ ਕੰਟਰੀ ਦਾ ਰੈਕਗਨਾਈਜ਼ ਕਰਦਾ ਕਿ ਨਹੀਂ ਕਰਦਾ। ਸੋ ਇਹ ਦੇਖੋ ਹੁਣ ਕਿਹੜਾ ਲਾਅ ਕਿੱਦਾਂ ਬਣਾਉਣਾ, ਇਹ ਦੇਸ਼ ਵਾਲਿਆਂ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹਨੂੰ ਵੋਟਾਂ ਪਾਉਂਦੇ ਆ, ਕਿੱਦਾਂ ਦੇ ਲਾਅ ਬਣਦੇ ਆ। ਉਸ ਚੀਜ਼ ਦੇ ਵਿੱਚ ਸਾਡਾ ਕੋਈ ਓਪੀਨੀਅਨ ਨਹੀਂ ਹੈਗਾ। ਆਪਣੇ ਤੁਹਾਨੂੰ ਵੀ ਉਦਾਂ ਦੇ ਲੀਡਰ ਮਿਲਦੇ ਆ ਜਿੱਦਾਂ ਦੇ ਤੁਸੀਂ ਇਲੈਕਟ ਕਰਦੇ ਆ। ਕੋਈ ਏਦਾਂ ਨਹੀਂ ਕਿ ਲੀਡਰਾਂ ਦੀ ਗਲਤੀ ਆ ਜਾਂ ਉਹ ਆ, ਜੇ ਤੁਸੀਂ ਇਲੈਕਟ ਕਰਦੇ ਆ ਤਾਂ ਉਦਾਂ ਦੇ ਲੀਡਰ ਹੁੰਦੇ ਆ। ਜੇ ਤੁਸੀਂ ਉਹ ਚੀਜ਼ਾਂ ਤੋਂ ਚੱਲਦੇ ਆ ਤਾਂ ਉਹ ਉਦਾਂ ਦੇ ਬਿਆਨ ਜਿਹੜੇ ਦਿੰਦੇ ਆ। ਜੇ ਉਹ ਕਹਿੰਦੇ ਨਾ ਕਿ ਇਹ ਬੋਤਲਾਂ ਵੰਡ ਕੇ ਵੋਟਾਂ ਖਰੀਦ ਲੈਂਦੇ ਆ, ਕਿ ਜੇ ਬੋਤਲਾਂ ਅਗਲੇ ਲੋਕ ਪੀਂਦੇ ਆ ਤਾਂ ਫਿਰ ਬੋਤਲਾਂ ਨਾਲ ਵੋਟ ਜਿਹੜੀ ਵਿਕਦੀ ਹੈ, ਹਨਾ। ਸੋ ਕੀ ਆ ਕਿ ਕਾਫੀ ਸਾਰੇ ਜੇ ਆਪਾਂ ਡੂੰਘਾਈ ਦੇ ਵਿੱਚ ਜਾਈਏ ਤਾਂ ਧਾਰਮਿਕ ਲੈਵਲ ਤੇ, ਸਮਾਜਿਕ ਲੈਵਲ ਤੇ, ਹਨਾ, ਇਹ ਜਿਹੜੀਆਂ ਸਮਾਜ ਜਿਹੜੀਆਂ ਕੁਰੀਤੀਆਂ, ਇਹ ਤਾਂ ਤੁਸੀਂ ਦੇਖੋਗੇ ਕਦੋਂ ਤੋਂ ਜਿਹੜੀਆਂ ਚੱਲਦੇ ਰਹਿੰਦੇ ਆ। ਕਿ ਆਪਣਾ ਜਿਹੜਾ ਸਾਡਾ ਧਰਮ ਹੀ ਹੈ, ਜੇ ਤੁਸੀਂ ਉਹਨੂੰ ਵੇਖੋਗੇ ਕਿੱਦਾਂ ਰੀਫੋਰਮੇਸ਼ਨ ਮੂਵਮੈਂਟ ਜਿਹੜੀ ਸ਼ੁਰੂ ਹੋਈ ਸੀ, ਕਿੱਥੋਂ ਉਹਦੇ ਓਰੀਜਨਸ ਕਿੱਥੋਂ ਸ਼ੁਰੂ ਹੋਏ ਸੀਗੇ। ਕੱਟੜਪੰਥੀ ਜਿਹੜੀ ਚੱਲਦੀ ਸੀਗੀ, ਉਹ ਕਹਿੰਦੇ ਇਹਨੂੰ ਤੋੜਨਾ ਵਾ, ਤੇ ਸਿੱਖ ਧਰਮ ਦਾ ਜਿਹੜਾ ਜਨਮ ਹੋਇਆ, ਗੁਰੂ ਸਾਹਿਬਾਨ ਆਏ, ਕਿੰਨੀ ਉਹਨਾਂ ਨੇ ਰੀਫੋਰਮ ਕੀਤੀ, ਹਨਾ। ਫੀਮੇਲ ਨੂੰ ਜਿਹੜਾ ਕਿ ਆਪਣੇ ਧਰਮ ਚ ਉਹਨਾਂ ਦੇ ਉਹ ਟਾਈਮਾਂ ਦੇ ਇੱਕ ਦਰਜਾ ਜਿਹੜਾ ਸੀਗਾ ਉੱਚਾ, ਬਰਾਬਰ ਦਾ ਜਿਹੜਾ ਦਰਜਾ ਜਿਹੜਾ ਦਿੱਤਾ, ਹਨਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਮਾਜ ਦੇ ਵਿੱਚ ਫੇਰ ਦੁਬਾਰਾ ਉਹ ਚੀਜ਼ਾਂ ਬਾਰ-ਬਾਰ ਨਹੀਂ ਆਣੀਆਂ, ਜਾਂ ਟਾਈਮ ਟੂ ਟਾਈਮ ਜਿਹੜਾ ਸਮਾਜ ਨੂੰ ਰਿਫਾਰਮ ਦੀ ਲੋੜ ਨਹੀਂ ਪੈਣੀ। ਬਦਲਾਵ 500 ਚਾਹੀਦੇ। 700 ਸਾਲ ਬਾਅਦ ਜਿਹੜੀ ਚੀਜ਼ ਹੁੰਦੀ ਆ, ਉਹਨੂੰ ਹਮੇਸ਼ਾ ਜਿਹੜੀ ਸੁਸਾਇਟੀ ਆ ਉਹ ਬਦਲਦੀ ਆ, ਉਹਨੂੰ ਸਮਾਜ ਨੂੰ ਜਿਹੜਾ ਚੇਂਜ ਕਰਨ ਦੀ ਲੋੜ ਪੈਂਦੀ ਆ। ਕਈ ਵਾਰੀ ਉਹ ਜਿਹੜਾ ਤੁਸੀਂ ਕਹ ਲਓ ਕੋਈ ਲੀਡਰ ਉੱਠਦਾ ਵਾ, ਗੁਰੂ ਸਾਹਿਬਾਨ ਉੱਠਦੇ ਆ, ਟਾਈਮ ਟੂ ਟਾਈਮ ਇਹ ਡਿਪੈਂਡ ਕਰਦਾ ਕਿ, ਹਨਾ, ਹੁਣ ਤੁਸੀਂ ਜੇ ਹਿਊਮਨ ਹਿਸਟਰੀ ਪੜ੍ਹੋ, ਹਰੇਕ ਦੇਸ਼ ਦੀ ਜੇ ਆਪਾਂ ਲਾ ਦਈਏ ਤਾਂ ਹਰੇਕ ਦੇਸ਼ ਦੀ ਆਪਣੀ ਆਪਣੀ ਸਟਰਗਲ ਜਿਹੜੀ ਰਹੀ ਆ। ਜਿਹੜਾ ਫੀਮੇਲ ਜਿਹੜੀਆਂ ਹੈਗੀਆਂ ਉਹ ਹਮੇਸ਼ਾ ਜਿਹੜਾ ਇੱਕ ਸਬਜੈਕਟ ਰਹੀਆਂ ਹੈਗੀਆਂ। ਬਿਲਕੁਲ ਸਟਰੈਂਥ, ਕਿਉਂਕਿ ਹੁਣ ਕੀ ਹੈ ਕਿ ਦੇਖੋ ਇੱਕ ਲੈਵਲ ਤੇ ਆਪਾਂ ਇਕੁਐਲਿਟੀ ਅਚੀਵ ਕਰ ਸਕਦੇ ਹਾਂ ਰੈਗੂਲੇਸ਼ਨ ਦੇ ਥਰੂ, ਹਨਾ। ਪਰ ਜਿਹੜੀ ਫੈਕਟਸ ਜਿਹੜੇ ਕੀ ਹੈ ਕਿ ਹੁਣ, ਹਨਾ, ਸਟਰੈਂਥ ਜਿਹੜੀ ਉਹ ਹੈ ਕਿ ਮਤਲਬ ਕਿ ਜਿਹੜਾ ਸਿੰਪਲੀ ਜਿਹੜੇ ਸਟੈਟਸ ਆ ਉਹ ਤਾਂ ਨਹੀਂ ਕਦੀ ਝੂਠ ਬੋਲੂਗੇ। ਕਿ ਜਿਹੜੇ ਜ਼ਿਆਦਾ ਰੇਪ ਕੇਸਿਸ ਆ ਉਹ ਆਬਵੀਅਸਲੀ ਮੇਲ ਜਿਹੜਾ ਹੈਗਾ ਉਹ ਅਬਿਊਜ਼ਰ ਆ ਤੇ ਫੀਮੇਲ ਅਬਿਊਜ਼ਡ ਆ। ਤੇ ਇਸ ਕਰਕੇ ਜਿਹੜੀ ਉਹ ਸਾਰੀ ਜਿਹੜੀ ਡਿਬੇਟ ਹੁਣ ਜਿਹੜੀ ਹੋ ਰਹੀ ਹੈ ਕਿ ਯੂਐਸ ਵਰਗੀ ਕੰਟਰੀ ਦੇ ਵਿੱਚ ਵੀ, ਜਿਹਦੇ ਵਿੱਚ ਕਿ ਆਫ ਕੋਰਸ ਆਪਾਂ ਇਕੁਐਲਿਟੀ ਜਾਂ ਇਹ ਸਾਰੇ ਕਨਸੈਪਟ ਆਪਾਂ ਅਕਸਰ ਜਿਹੜੀ ਆਪਾਂ ਵੇਖਦੇ ਹਾਂ, ਗੱਲ ਕਰਦੇ ਹਾਂ। ਰੈਡੀਕਲ ਫੈਮਿਨਿਜ਼ਮ ਦੀ ਵੀ ਆਪਾਂ ਕਈ ਵਾਰੀ ਗੱਲ ਕੀਤੀ ਹੈ ਸ਼ੋਅ ਦੇ ਉੱਤੇ ਕਿ ਉਸ ਹੱਦ ਤੱਕ ਵੀ ਕਈ ਵਾਰੀ ਇਕੁਐਲਿਟੀ ਦਾ ਬੈਲੈਂਸ ਏਦਾਂ ਟਿਲਟ ਕੀਤਾ ਜਾਂਦਾ ਕਿ ਜਿਹੜੇ ਮੇਲਸ ਆ ਉਹਨਾਂ ਨੂੰ ਤੁਸੀਂ ਕਹਿ ਲਓ ਕਿ ਵੱਧ ਐਡਵਾਂਟੇਜ ਵੀ ਕਈ ਵਾਰੀ ਜਿਹੜਾ ਫੀਮੇਲਸ ਨੂੰ ਕਈ ਏਰੀਆ 'ਚ ਦਿੱਤਾ ਗਿਆ, ਤੇ ਦਿੱਤਾ ਜਾਣਾ ਵੀ ਚਾਹੀਦਾ, ਡਿਪੈਂਡਿੰਗ ਤੁਸੀਂ ਕਿਹੜੇ ਸਬਜੈਕਟ ਦੇ ਉੱਤੇ ਗੱਲ ਜਿਹੜੀ ਕਰ ਰਹੇ ਆ। ਸੋ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਮੈਰਿਟਲ ਰੇਪ ਜਿਹੜਾ ਸੀਗਾ, ਹੁਣ ਜਿਹੜਾ ਇੰਡੀਆ ਉਹਦੇ ਵਿੱਚ ਬੜਾ ਡਿਬੇਟ ਇਹ ਚੱਲਦਾ। ਈਵਨ ਪ੍ਰੋਫੈਸਰ ਲੈਵਲ ਦੇ ਜਿਹੜੇ ਲੋਕ ਵੀ ਆ ਉਹ ਵੀ ਕਹਿੰਦੇ ਕਿ ਨਹੀਂ, ਏਦਾਂ ਨਹੀਂ ਹੋਣਾ ਚਾਹੀਦਾ, ਫੇਕ ਕੇਸ ਬਹੁਤ ਹੋ ਜਾਣੇ ਆ, ਜਿੱਦਾਂ ਆਪਣੇ ਝੂਠੇ ਡੋਰੀ ਦੇ ਮੁਕੱਦਮੇ ਪਾ ਦਿੰਦੇ ਆ, ਉਹ ਪਾ ਦਿੰਦੇ ਆ। ਹਾਂਜੀ ਤੇ ਉਹਨਾਂ ਨੂੰ ਇਹ ਡਰ ਆ ਕਿ ਇਹ ਜਿਹੜਾ ਉਧਰ ਨੂੰ ਨਾ ਸਮਾਜ ਜਿਹੜਾ ਤੁਰ ਪਵੇ ਕਿ ਹੋਰ ਜ਼ਿਆਦਾ ਪਾਵਰ ਦੇ ਦਈਏ ਤੇ ਹਰੇਕ ਬੰਦੇ ਕਹਿ ਦੇਵੇ ਕਿ ਮੈਰਿਜ ਦੇ ਵਿੱਚ ਰੇਪ ਵਾਲਾ ਕਨਸੈਪਟ ਨਹੀਂ ਰੈਕੋਗਨਾਈਜ਼। ਬੜਾ ਮਤਲਬ ਇਸ ਟੌਪਿਕ ਦੇ ਉੱਤੇ ਜਿਹੜਾ ਡਿਬੇਟ ਜਿਹੜਾ ਹੈਗਾ। ਪਰ ਗੱਲ ਇਹ ਹੈ ਕਿ ਯੂਐਸ ਦੇ ਵਿੱਚ ਏਦਾਂ ਨਹੀਂ ਹੈਗਾ। ਯੂਐਸ ਦੇ ਵਿੱਚ ਕੰਸੈਂਟ ਜਿਹੜਾ ਹੈਗਾ ਉਹ ਸੈਂਟਰ ਤੇ ਹੈਗਾ, ਤੇ ਵਿਆਹ ਜਿਹੜਾ ਕਈ ਵਾਰੀ ਇਹਨਾਂ ਦਾ ਇੱਕ ਸਿਰਫ ਜਿਹੜਾ ਕਹਿ ਲਓ ਕਿ ਸੈਰੇਮੋਨੀਅਲ ਹੋਇਆ। ਕਿਉਂਕਿ ਜਦੋਂ ਬੱਚਾ ਅਡਲਟ ਹੋ ਜਾਂਦਾ ਇੱਥੇ ਤਾਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਚੱਲ ਜਾਂਦੇ ਆ, ਤੇ ਸੁਸਾਇਟੀ ਜਿਹੜੀ ਆ ਇਹ ਹੋਰ ਹਿਸਾਬ ਦੀ ਲਿਬਰਲ ਸੁਸਾਇਟੀ ਜਿਹੜੀ ਹੈਗੀ ਆ। ਤੇ ਜਿਹੜਾ ਹੁਣ ਬਾਕੀ ਜਿਹੜੀ ਕੰਟਰੀਆਂ ਚ ਆਉਂਦੇ ਆ, ਹਨਾ, ਗੁਆਟਾਮਾਲਾ ਦੀ ਜਿੱਦਾਂ ਇਹਦੇ ਵਿੱਚ ਗੱਲ ਆ, ਇਹ ਆਪਣੇ ਕੇਸਾਂ ਦੇ ਵਿੱਚ ਇੰਡੀਆ ਦੀ ਗੱਲ ਸੀ। ਸੋ ਕੰਸੈਂਟ ਵਾਲਾ ਜਿਹੜਾ ਮੁੱਦਾ ਆ ਗਿਆ ਕਿ ਲਾਅ ਨੂੰ ਕਿੱਦਾਂ ਵੇਖਦਾ, ਹਨਾ। ਇਸ ਕੇਸ ਦੇ ਵਿੱਚ ਇਹਨਾਂ ਰਿਪੀਟਡਲੀ ਮੈਰਿਜ ਦੇ ਵਿੱਚ ਰੇਪ ਹੋਇਆ ਸੀਗਾ, ਜਿਹਦੇ ਵਿੱਚ ਇਹਨੇ ਕੰਸੈਂਟ ਨਹੀਂ ਕੀਤਾ ਸੀਗਾ। ਇਹਨੇ ਪੁਲਿਸ ਨੂੰ ਕੰਟੈਕਟ ਕੀਤਾ, ਪੁਲਿਸ ਕਹਿੰਦੀ ਕਿ ਆਪਾਂ ਜਿਹੜੇ ਵਿਆਹ ਵਾਲੇ ਮਸਲੇ ਆ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਦਿੰਦੇ। ਸੋ ਇਹ ਜਿਹੜਾ ਬੜਾ ਮੇਨ ਚੀਜ਼ ਜਿਹੜੀ ਆ ਗਈ ਕਿ ਜਿਹੜਾ ਸਮਾਜ ਆ ਉਹ ਕਿੱਦਾਂ ਦਾ ਵੇਖਦਾ, ਧਾਰਮਿਕ ਢਾਂਚਾ ਉੱਥੇ ਦਾ ਕਿੱਦਾਂ ਦਾ, ਸੋਸ਼ਲ ਢਾਂਚਾ ਉੱਥੇ ਦਾ ਕਿੱਦਾਂ ਦਾ, ਤੇ ਜਿਹੜੀ ਪੁਲਿਸ ਆ ਜਾਂ ਕਾਨੂੰਨ ਆ ਉਹ ਕਿੱਦਾਂ ਦੇਖਦਾ, ਕਿ ਉਹ ਉਹਦੀ ਆਵਾਜ਼ ਸੁਣਦਾ, ਕਿ ਸਮਾਜ ਇਹੋ ਜਿਹੀ ਲੇਡੀ ਦੇ ਨਾਲ ਤੁਰੂਗਾ ਕਿ ਨਹੀਂ ਤੁਰੂਗਾ। ਸੋ ਪੁਲਿਸ ਕਹਿੰਦੀ ਆਪਾਂ ਤੇਰੀ ਕੋਈ ਹੈਲਪ ਨਹੀਂ ਕਰ ਸਕਦੇ। ਤੇ ਇੱਕ ਵਾਰੀ ਪੁਲਿਸ ਉਹਦੇ ਘਰੇ ਆਈ ਵੀ ਸੀਗੀ ਕਿ ਉਹਨੇ ਜਦੋਂ ਕੰਪਲੇਂਟ ਕੀਤੀ ਤੇ ਉਦੋਂ ਉਹਦੇ ਹਸਬੈਂਡ ਨੇ ਉਹਦੇ
ਸਿਰ ਤੇ ਮਾਰਤਾ ਹੈਗਾ, ਕੋਈ ਸੱਟ ਲੱਗ ਗਈ ਸੀਗੀ ਜ਼ਿਆਦਾ ਤੇ ਖੂਨ ਖਾਨ ਵੀ ਨਿਕਲਦਾ ਹੈਗਾ, ਠੀਕ ਹੈ। ਤੇ ਪੁਲਿਸ ਨੇ ਪਰ ਹਸਬੈਂਡ ਨੂੰ ਅਰੈਸਟ ਨਹੀਂ ਕੀਤਾ, ਉਹ ਚਲ ਗਏ। ਸੋ ਸੇਮ ਚੀਜ਼ ਕੀ ਤੁਹਾਡੇ ਸਮਾਜ ਦੇ ਵਿੱਚ ਪੁਲਿਸ ਆ ਕੇ ਕਰਦੀ ਕੀ ਹੈ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਵਿੱਚ, ਕਿ ਤੁਸੀਂ ਡੋਮੈਸਟਿਕ ਵਾਇਲੈਂਸ ਦੀ ਰਿਪੋਰਟ ਜਦੋਂ ਕਰਦੇ ਆ, ਪੁਲਿਸ ਕਿੰਨੀ ਦੇਰ ਚ ਆਉਂਦੀ ਆ, ਕਿ ਉਹ ਆਉਂਦੀ ਆ ਕਿ ਨਹੀਂ ਆਉਂਦੀ ਆ, ਜਦੋਂ ਆਉਂਦੀ ਆ ਕੀ ਹੁੰਦਾ, ਉਹ ਤੁਹਾਨੂੰ ਰਾਜੀਨਾਮਾ ਜਿਹਾ ਕਰਾ ਕੇ ਚਲ ਜਾਂਦੀ ਆ, ਤੁਸੀਂ ਪੰਚਾਇਤ ਬੁਲਾਉਂਦੇ ਆ, ਰਾਜੀਨਾਮਾ ਜਿਹਾ ਹੋ ਜਾਂਦਾ ਤੁਹਾਡਾ, ਜਾਂ ਰਿਸ਼ਤੇਦਾਰੀ ਤੁਹਾਡੀ ਕੀ ਕਹਿੰਦੀ ਹੈ, ਹਨਾ। ਤੇ ਆਪਣੇ ਕੇਸਾਂ ਦੀ ਡਿਟੇਲ ਤਾਂ ਆਪਾਂ ਚਲੋ ਬਾਅਦ ਚ ਦੇਵਾਂਗੇ ਜਦੋਂ ਬੰਦੇ ਖੁਦ ਆਉਗੇ, ਕਿਉਂਕਿ ਜੋ ਉਹਨਾਂ ਨੇ ਬੋਲਣਾ ਆਪਣੇ ਮੂੰਹੋਂ ਹੀ ਬੋਲਣਾ ਜੀ। ਤੇ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਜਿੱਦਾਂ ਕਿ ਸਾਡੀ ਕੰਟਰੀਆਂ ਦੇ ਜ਼ਿਆਦਾਤਰ ਕੀ ਹੁੰਦਾ ਕਿ ਕੁੜੀ ਦੇ ਜਿਹੜੇ ਘਰ ਦੇ ਵੀ ਉਹ ਵੀ ਇਹੀ ਕਹੂਗੇ ਕਿ ਨਹੀਂ ਤੂੰ ਉੱਥੇ ਕੋਆਪਰੇਟ ਕਰ, ਆਪਣਾ ਜਿਹੜਾ ਘਰ-ਬਾਰ ਆ ਉਹ ਚਲਾ, ਘਰ-ਬਾਰ ਟੁੱਟਣ ਨਹੀਂ ਦੇਣਾ। ਤੇ ਕੁੜੀਆਂ ਵੀ ਜਿਹੜੀਆਂ ਅੱਗੋਂ ਆਬਵੀਅਸਲੀ ਕਨਵਿੰਸਡ ਆ, ਕਿਉਂਕਿ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਇਹ ਲੱਗਦਾ ਕਿ ਜੇ ਮੈਂ ਡ੍ਰੌਪ ਆਊਟ ਹੋ ਗਈ, ਮੇਰਾ ਡਿਵੋਰਸ ਹੋ ਗਿਆ, ਜਾਂ ਮੈਨੂੰ ਇਹਨਾਂ ਨੇ ਘਰੋਂ ਬਾਹਰ ਸੁੱਟਤਾ ਤੇ ਮੇਰੇ ਘਰਦਿਆਂ ਦੀ ਬੜੀ ਬਦਨਾਮੀ ਹੋਣੀ ਆ, ਜਾਂ ਫਿਰ ਏਦਾਂ ਕਿ ਮੇਬੀ ਮੇਰੇ ਭੈਣ ਭਾਈ ਨੇ ਮੈਨੂੰ ਝੱਲਣਾ ਨਹੀਂ, ਸਮਾਜ ਨੇ ਮੈਨੂੰ ਤਾਨੇ ਮਾਰਨੇ ਆ। ਤੇ ਕਈ ਵਾਰੀ ਕੁੜੀਆਂ ਜਿਹੜੀਆਂ ਫਸੀਆਂ ਰਹਿੰਦੀਆਂ ਉੱਥੇ, ਉਹਨੂੰ ਕਹਿੰਦੇ ਆ ਅਨਏਬਲ ਟੂ ਲੀਵ। ਉਹ ਜਿਹੜਾ ਇਨਗਰੀਡੀਐਂਟ ਹੈਗਾ ਕਿ ਅਨਏਬਲ ਟੂ ਲੀਵ, ਕਿ ਤੁਸੀਂ ਛੱਡ ਕਿਉਂ ਨਹੀਂ ਸਕਦੇ ਸੀਗੇ। ਉਹ ਚੀਜ਼ ਤੇ ਜਿਹੜੀ ਸਾਰਾ ਮੁੱਦਾ ਤੇ ਸਾਰੀ ਬਹਿਸ ਜਿਹੜੀ ਆ ਉਹ ਇਸ ਚੀਜ਼ ਤੇ ਆ ਕਿ ਅਨਏਬਲ ਟੂ ਲੀਵ ਵਾਲਾ ਜਿਹੜਾ ਕੰਪੋਨੈਂਟ ਆ, ਕਿਉਂ ਨਹੀਂ ਛੱਡ ਸਕਦੇ ਸੀਗੇ ਭਾਈ, ਤੁਸੀਂ ਉਹਨੂੰ ਆਰਟੀਕੂਲੇਟ ਕਰਨਾ ਕਿ ਤੁਹਾਡੇ ਘਰ ਦੇ ਕੀ ਕਹਿੰਦੇ ਸੀਗੇ, ਸਮਾਜ ਕੀ ਕਹਿੰਦਾ ਹੈਗਾ, ਪੁਲਿਸ ਕੀ ਕਹਿੰਦੀ ਸੀਗੀ, ਸਰਪੰਚ ਕੀ ਕਹਿੰਦਾ ਹੈਗਾ, ਤੁਹਾਡੇ ਸੱਜਣ ਮਿੱਤਰ ਕੀ ਸਲਾਹ ਦਿੰਦੇ ਸੀਗੇ, ਤੇ ਤੁਹਾਨੂੰ ਖੁਦ ਕੀ ਲੱਗਦਾ ਸੀਗਾ ਕਿ ਐਜ਼ ਅ ਕੁੜੀ ਤੁਹਾਨੂੰ ਉਹਨਾਂ ਨੇ ਰੇਜ਼ ਕਿੱਦਾਂ ਕੀਤਾ ਸਮਾਜ ਦੇ ਵਿੱਚ, ਕਿ ਤੁਹਾਡੇ ਤੇ ਕੀ ਜ਼ਿੰਮੇਵਾਰੀਆਂ ਉਹਨਾਂ ਨੇ ਸੁੱਟੀਆਂ, ਕਿਉਂ ਤੁਹਾਨੂੰ ਏਦਾਂ ਲੱਗਦਾ ਕਿ ਤੁਸੀਂ ਇਹਨੂੰ ਤੋੜਨਾ ਨਹੀਂ ਹੈਗਾ ਤੇ ਤੁਸੀਂ ਕੁੱਟ ਖਾਂਦੇ ਰਹਿਣਾ ਹਨਾ। ਉਹ ਜਿਹੜੀ ਸਾਰੀ ਚੀਜ਼ ਆ, ਕਿਉਂ ਨਹੀਂ ਨਿਕਲ ਸਕੇ ਇਹ ਕਿ ਮਾਨਸਿਕ ਜੇਲ੍ਹ ਤੁਹਾਡੀ ਕੀ ਹੈਗੀ, ਹਨਾ। ਜੇਲ੍ਹ ਕਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਫਿਜ਼ੀਕਲੀ ਹਮੇਸ਼ਾ ਹੋਵੇ, ਤੇ ਟੌਰਚਰ ਵੀ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਉਹ ਸਿਰਫ ਫਿਜ਼ੀਕਲੀ ਹੋਵੇ, ਉਹ ਬੜੀ ਜ਼ਿਆਦਾ ਫਾਰਮ ਜਿਹੜੀ ਲੈ ਸਕਦੇ ਆ। ਤੇ ਮੈਰਿਟਲ ਰੇਪ ਉਹਦੇ ਵਿੱਚ ਇੱਕ ਐਸੀ ਚੀਜ਼ ਆ, ਤੇ ਉਹ ਜਿਹੜਾ ਉਹਨੂੰ ਜਿਹੜਾ ਤੁਹਾਡਾ ਜਿਹੜਾ ਦੇਸ਼ ਆ, ਢਾਂਚਾ ਜਿਹੜਾ ਤੁਹਾਡਾ ਉੱਥੇ ਦਾ ਲਾਅ ਦਾ, ਉਹ ਰੈਕਗਨਾਈਜ਼ ਕਰਦਾ ਕਿ ਨਹੀਂ ਕਰਦਾ। ਸੋ ਪੁਲਿਸ ਇਹਦੇ ਘਰੇ ਆਈ, ਉਹਨੇ ਘਰ ਵਾਲੇ ਨੂੰ ਮਾੜਾ ਮੋਟਾ ਬੋਲ ਕੇ ਚਲ ਗਈ। ਇਸ ਤੋਂ ਬਾਅਦ ਉਹਨੂੰ ਥ੍ਰੈਟ ਕੀਤਾ ਘਰ ਵਾਲੇ ਨੇ ਕਿ ਆ ਗਿਆ ਤੈਨੂੰ ਸਵਾਦ, ਹਨਾ, ਕਿ ਦੇਖ ਲਿਆ ਬੁਲਾ ਕੇ, ਕੀ ਹੋਇਆ, ਕੁਛ ਨਹੀਂ ਹੋਇਆ, ਹਨਾ, ਤੇ ਜੇ ਅੱਗੇ ਤੋਂ ਬੁਲਾਇਆ ਤੇ ਤੈਨੂੰ ਜਾਨੋਂ ਮਾਰ ਦੇਣਾ। ਤੇ ਹਾਂਜੀ, ਤੇ ਇਹਨੇ ਕਈ ਵਾਰੀ ਜਿਹੜਾ ਸੀਗਾ ਰਿਲੇਸ਼ਨਸ਼ਿਪ ਛੱਡਣ ਦੀ ਕੋਸ਼ਿਸ਼ ਵੀ ਕੀਤੀ, ਘਰਦਿਆਂ ਦੇ ਨਾਲ ਜਾ ਕੇ ਆਪਣੇ ਰਹਿਣ ਲੱਗ ਪੈਂਦੀ ਸੀ। ਸੋ ਤੁਸੀਂ ਦੇਖੋਗੇ ਇਹ ਗੁਆਟਾਮਾਲਾ ਦੇ ਵਿੱਚ ਗੱਲ ਹੋ ਰਹੀ ਹੈ, ਤੇ ਜਿਹੜੇ ਆ ਦੇਖੋ ਇੰਡੀਆ 'ਚ ਬੈਠੇ ਨੂੰ ਪਤਾ ਲੱਗ ਜਾਣਾ ਕਿ ਕਿੱਦਾਂ ਸਮਾਜ ਜਿਹੜਾ ਚੱਲਦਾ, ਕਿ ਪਹਿਲੂ ਜਿਹੜੇ ਸੇਮ ਕੀ ਹੈਗੇ ਆ। ਉਹ ਕਹਿੰਦੀ ਮੈਂ ਆਪਣੇ ਘਰੇ ਵਾਪਸ ਚਲ ਗਈ ਉਹ, ਤੇ ਘਰ ਵਾਲੇ ਨੇ ਪਹਿਲਾਂ ਤਾਂ ਧਮਕੀਆਂ ਦਿੱਤੀਆਂ ਕਿ ਜੇ ਵਾਪਸ ਨਾ ਆਈ ਨਾ ਤਾਂ ਮੁੜਨ ਨਹੀਂ ਦੇਣਾ ਕਦੀ, ਜਾਂ ਜੇ ਆਈ ਤਾਂ ਤੈਨੂੰ ਮਾਰ ਦੇਣਾ, ਏਦਾਂ ਕਰ ਦੇਣਾ, ਓਦਾਂ ਕਰ ਦੇਣਾ। ਤੇ ਉਹ ਨਹੀਂ ਆਈ, ਤੇ ਫਿਰ 3 ਕੁ ਮਹੀਨੇ ਗੁਆਟਾਮਾਲਾ ਸਿਟੀ 'ਚ ਵੀ ਜਾ ਕੇ ਰਹੀ, ਤੇ ਉੱਥੇ ਵੀ ਉਹਦੇ ਮਗਰ ਗਿਆ, ਤੇ ਫਿਰ ਜਾ ਕੇ ਨਾ ਇਹਨੇ ਮਨਾ ਲਿਆ ਉਹਨੂੰ, ਪ੍ਰੋਮਿਸ ਕੀਤੇ ਕਿ ਨਹੀਂ ਮੈਂ ਮਾਫੀ ਚਾਹਨਾ, ਫਲਾਨਾ ਢਮਕਾਨਾ, ਮੈਂ ਸੁਧਰ ਜਾਣਾ, ਏਦਾਂ ਕਰ ਲੈਣਾ, ਓਦਾਂ ਕਰ ਲੈਣਾ। ਤੇ ਉਹ ਹੁਣ ਜਦੋਂ ਹੁੰਦਾ ਏਦਾਂ, ਤੇ ਆਬਵੀਅਸਲੀ ਜਿਹੜੀ ਉਹ ਸਾਰੀ ਚੀਜ਼ ਆ ਜਾਂਦੀ ਹੈ ਕਿ ਤੁਹਾਡੇ ਖੁਦ ਦੇ ਪੇਰੈਂਟਸ ਆ, ਉਹ ਕਹਿੰਦੇ ਕਿ ਚੱਲ ਹੁਣ ਤੇਰੀ ਹੋਈ ਗਲਤੀ ਹੈ ਕਿ ਜੇ ਅਗਲਾ 3 ਮਹੀਨੇ ਤੋਂ ਮਾਫੀਆਂ ਮੰਗਦਾ ਤੇ ਚੱਲ ਜਾ ਵਾਪਸ, ਤੇ ਚੱਲ ਗਈ ਵਾਪਸ। ਫਿਰ ਜਾ ਕੇ ਫਿਰ ਸੇਮ ਅਬਿਊਜ਼। ਤੇ ਜਦੋਂ ਬਾਰ-ਬਾਰ ਏਦਾਂ ਹੋਇਆ ਕਿ ਜਿੱਦਾਂ ਇੱਕ ਹੁੰਦਾ ਕਿ ਸਵਾਲ ਉੱਠਦਾ ਕੋਰਟ ਦੇ ਵਿੱਚ ਕਿ ਤੇ ਵਾਪਸ ਕਿਉਂ ਫਿਰ ਤੂੰ ਗਈ ਸੀ ਉਹਦੇ ਕੋਲ, ਹਨਾ। ਉਹ ਤੁਹਾਨੂੰ ਐਕਸਪਲੇਨ ਕਰਨਾ ਪੈਂਦਾ ਕਿ ਵਾਪਸ ਕਿਉਂ ਗਏ ਸੀਗੇ ਅਬਿਊਜ਼ਰ ਦੇ ਕੋਲ। ਅਗੇਨ ਸਮਾਜਿਕ ਲੈਵਲ ਦੀ ਗੱਲ ਆ ਗਈ, ਤੁਹਾਡੇ ਸਪੋਰਟ ਸਿਸਟਮ ਦੀ ਗੱਲ ਆ ਗਈ। ਜੇ ਜਵਾਕ ਆ ਤਾਂ ਉਹਨਾਂ ਦੇ ਤੁਹਾਡੀ ਜਿਹੜੀ ਇੰਪਲੋਇਮੈਂਟ, ਤੁਸੀਂ ਕੀ ਕਰਦੇ ਸੀ, ਆਪਣਾ ਖਰਚਾ ਚੱਕ ਸਕਦੇ ਸੀ, ਨਹੀਂ ਚੱਕ ਸਕਦੇ ਹੈਗੇ, ਤੁਹਾਡੀ ਐਜੂਕੇਸ਼ਨ ਦੇ ਹਿਸਾਬ ਨਾਲ ਉੱਥੇ ਤੁਹਾਨੂੰ ਕਿੰਨੀਆਂ ਕੁ ਜਿਹੜੀਆਂ ਓਪਰਚੁਨਿਟੀਆਂ ਸੀਗੀਆਂ ਜਾਂ ਨਹੀਂ ਸੀਗੀਆਂ। ਤੇ ਉਹ ਸਾਰੇ ਦੇ ਵਿੱਚ ਕਿ ਕਿਉਂ ਤੁਸੀਂ ਜਿਹੜੇ ਸੀਗੇ ਮਜਬੂਰ ਸੀਗੇ, ਉਹ ਸਾਨੂੰ ਜਿਹੜਾ ਸਾਰਾ ਜਿਹੜਾ ਐਸਟੈਬਲਿਸ਼ ਕਰਨਾ ਪੈਂਦਾ ਕਿ ਕਿਉਂ ਨਹੀਂ ਕਿਉਂ ਵਾਪਸ ਜਾਣਾ ਪਿਆ ਜਿਹੜੀ ਚੀਜ਼ ਹੈ ਜੀ। ਸੋ ਫਿਰ ਇਹਨੇ ਗੁਆਟੇਮਾਲਾ ਛੱਡਤਾ ਦਸੰਬਰ 2005 ਦੇ ਵਿੱਚ, ਤੇ ਉਹਨੇ ਕਿਹਾ ਕਿ ਵਾਪਸ ਨਹੀਂ ਕਦੀ ਉਹਨੇ ਜਾਣਾ। ਹੁਣ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹ ਕਹਿੰਦਾ ਕਿ ਜਿਹੜਾ ਰਿਸਪੋਂਡੈਂਟ ਆ, ਜਿਹੜੀ ਕਲਾਇੰਟ ਇਹ ਲੇਡੀ ਸੀਗੀ, ਇਹਨੂੰ ਨੁਕਸਾਨ ਤੇ ਪਹੁੰਚਿਆ, ਪਰ ਇਹ ਨਹੀਂ ਸ਼ੋ ਕਰ ਪਾਈ ਕਿ ਜਿਹੜੀ ਪਾਸਟ ਪਰਸੀਕਿਊਸ਼ਨ ਆ ਉਹ, ਜਾਂ ਜਿਹੜਾ ਤਾਂ ਫਿਊਚਰ ਦੇ ਵਿੱਚ ਫੀਅਰ ਆ, ਕਿ ਉਹਨੂੰ ਕਹਿੰਦੇ ਆ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ। ਹਾਂਜੀ, ਕਿ ਇਹ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਅਕਾਊਂਟ ਤੇ ਹੈਗਾ। ਉਹ ਕਹਿੰਦਾ ਤੁਸੀਂ ਜਿਹੜਾ ਨੈਕਸਸ, ਉਹਨੂੰ ਕਹਿੰਦੇ ਆ ਕਿ ਤੁਸੀਂ ਨੈਕਸਸ ਨਹੀਂ ਸ਼ੋ ਕਰ ਪਾਏ,
ਕਿ ਰੇਸ ਦੇ ਕਰਕੇ, ਰਿਲੀਜਨ ਕਰਕੇ, ਧਰਮ ਕਰਕੇ ਜਾਂ ਪਾਰਟਿਕੂਲਰ ਸੋਸ਼ਲ ਗਰੁੱਪ ਕਰਕੇ ਤੁਹਾਨੂੰ ਜਿਹੜੀ ਕੋਈ ਪ੍ਰੋਬਲਮ ਜਿਹੜੀ ਆਈ ਹੈ ਜੀ। ਠੀਕ ਹੈ ਜੀ। ਸੋ ਜਿਹੜਾ ਜੱਜ ਕਹਿੰਦਾ ਕਿ ਐਵੀਡੈਂਸ ਵਗੈਰਾ ਕੋਈ ਇਹਨੇ ਪੇਸ਼ ਨਹੀਂ ਕੀਤਾ ਕਿ ਜਿਹੜਾ ਸਪਾਊਸ ਨੇ ਜਿਹੜੇ ਇਹਨੂੰ ਅਬਿਊਜ਼ ਕੀਤਾ ਸੀਗਾ ਉਹ ਤਾਂ ਕਰਕੇ ਅਬਿਊਜ਼ ਕੀਤਾ ਕਿ ਜਿਹੜੀਆਂ ਕਿ ਇੱਕ ਵੂਮਨ ਸੀਗੀ ਜਿਹੜਾ ਰਿਲੇਸ਼ਨਸ਼ਿਪ ਛੱਡ ਨਹੀਂ ਸਕਦੀ ਸੀਗੀ। ਉਹ ਕਹਿੰਦਾ ਇਹਨੂੰ ਉਹਨੇ ਅਬਿਊਜ਼ ਕੀਤਾ। ਇਹ ਪ੍ਰੋਬਲਮ ਆਪਾਂ ਮੰਨ ਸਕਦੇ ਹਾਂ, ਪਰ PSG ਨਹੀਂ ਤੁਸੀਂ ਐਸਟੈਬਲਿਸ਼ ਕਰ ਪਾਏ। ਓਕੇ। ਤੇ ਜੱਜ ਕਹਿੰਦਾ ਕਿ ਜਿਹੜਾ ਇਹਦਾ ਅਬਿਊਜ਼ ਸੀਗਾ ਉਹ ਕ੍ਰਿਮੀਨਲ ਐਕਟਸ ਕਰਕੇ ਸੀਗਾ, ਪਰਸੀਕਿਊਸ਼ਨ ਨਹੀਂ ਸੀਗੀ। ਮਤਲਬ ਕਿ ਉਹਦਾ ਕ੍ਰਿਮੀਨਲ ਇੱਕ ਐਕਟ ਹੋ ਗਿਆ ਡੋਮੈਸਟਿਕ ਵਾਇਲੈਂਸ ਦਾ, ਉਸ ਤੋਂ ਜ਼ਿਆਦਾ ਕੁਝ ਨਹੀਂ ਸੀਗਾ। ਸੋ ਉਹਨਾਂ ਨੇ ਬੇਸਿਕਲੀ ਉਹਨੂੰ ਇੱਕ ਆਈਸੋਲੇਟਿਡ ਇਨਸੀਡੈਂਟ ਦੇ ਹਿਸਾਬ ਦੇ ਨਾਲ ਦਿਖਾਉਣ ਦੀ ਕੋਸ਼ਿਸ਼, ਜੱਜ ਜਿਹੜੇ ਕੋਰਟ ਆ ਉਹ ਇਸ ਹਿਸਾਬ ਦੇ ਨਾਲ ਦੇਖਦਾ ਸੀਗਾ ਵੀ ਇੱਕ ਆਈਸੋਲੇਟਿਡ ਇਨਸੀਡੈਂਟ ਆ, ਨਾ ਕਿ ਇਦਾਂ ਦੀਆਂ ਚੀਜ਼ਾਂ ਜ਼ਿਆਦੀਆਂ ਘਟ ਰਹੀਆਂ। ਹਾਂਜੀ। ਸੋ ਉਹ ਕਹਿੰਦਾ ਕਿ ਕ੍ਰਿਮੀਨਲ ਐਕਟ ਆ, ਪੁਲਿਸ ਕੋ ਜਾਓ, ਤੁਹਾਡੀ ਜੇ ਤੁਹਾਡਾ ਪੁਲਿਸ ਵਾਲਾ ਸਿਸਟਮ ਨਹੀਂ ਹੈਲਪ ਕਰ ਸਕਦੇ, ਸਾਡੀ ਪ੍ਰੋਬਲਮ ਨਹੀਂ, ਅਮਰੀਕਾ ਦੀ ਪ੍ਰੋਬਲਮ ਨਹੀਂ, ਤੁਹਾਡੀ ਕੰਟਰੀ ਦੀ ਪ੍ਰੋਬਲਮ ਆ। ਠੀਕ ਹੈ। ਤੇ ਉਹ ਕਹਿੰਦਾ ਕਿ ਇਹ ਜਿਹੜਾ ਮੈਨੂੰ ਵੇਖਣ ਨੂੰ ਲੱਗਦਾ ਕਿ ਇਹ ਆਪਣੇ ਆਪ ਹੀ ਆਰਬਿਟਰੀਲੀ, ਮਤਲਬ ਕਿ ਬਿਨਾਂ ਕਿਸੇ ਰੀਜ਼ਨ ਦੇ ਤੇ ਦਾਰੂ ਦੂਰੂ ਪੀ ਕੇ ਤੈਨੂੰ ਜਿਹੜਾ ਕੁੱਟਦਾ ਸੀਗਾ ਤੇ ਉਹਦੇ ਨਾਲ ਕੋਈ ਵੀ ਜਿਹੜੀ ਰਿਕੁਆਇਰਮੈਂਟ ਆ ਅਸਾਲਮ ਵਾਲੀ ਉਹ ਮੀਟ ਨਹੀਂ ਹੁੰਦੀ ਹੈ, ਤੇ ਜਿਹੜਾ ਬਰਡਨ ਆ ਉਹ ਤੇਰੇ ਉੱਤੇ ਰਹਿੰਦਾ, ਤੁਸੀਂ ਐਸਟੈਬਲਿਸ਼ ਨਹੀਂ ਕਰ ਪਾਏ। ਹੁਣ ਇਹਨਾਂ ਨੇ ਅਪੀਲ ਕਰਤੀ। ਅਪੀਲ ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਅਸਰਟ ਕੀਤਾ ਕਿ ਜਿਹੜੀ ਕਲਾਇੰਟ ਸੀਗੀ, ਰਿਸਪੋਂਡੈਂਟ ਸੀਗੀ ਫੀਮੇਲ ਜਿਹੜੀ, ਕਿ ਉਹ ਇੱਕ ਡੋਮੈਸਟਿਕ ਵਾਇਲੈਂਸ ਦੀ ਵਿਕਟਿਮ ਆ। ਸੋ ਇਹਦੇ ਕੇਸ ਦੇ ਵਿੱਚ ਕੁਝ ਇੱਕ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਹੋਈਆਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਹਿਲਾਂ ਜਿਹੜਾ ਸੀਗਾ ਉਹ ਅਪੀਲ ਜਦੋਂ ਫਾਈਲ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਆ ਉਹ ਅਪਹੈਲਡ ਹੋਣਾ ਚਾਹੀਦਾ, ਮਤਲਬ ਕਿ ਉਹ ਸਹੀ ਆ, ਉਹਨੇ ਆਪਾਂ ਇਮੀਗ੍ਰੇਸ਼ਨ ਜੱਜ ਦੇ ਡਿਸੀਜਨ ਨੂੰ ਸਪੋਰਟ ਕਰਦੇ ਹਾਂ। ਓਕੇ ਜੀ। ਫਿਰ ਜਿਹੜਾ BIA ਸੀਗਾ ਉਹਨਾਂ ਨੇ ਜਦੋਂ ਦੇਖਿਆ ਕਿ ਆਹ ਮੁੱਦਾ ਹੈਗਾ ਡੋਮੈਸਟਿਕ ਵਾਇਲੈਂਸ ਦਾ, ਇੰਨਾ ਇਹ ਸੌਖਾ ਨਹੀਂ ਹੈਗਾ, ਗੰਭੀਰ ਮੁੱਦਾ ਹੋ ਸਕਦਾ ਕਿ ਦੁਨੀਆ ਦੇ ਵਿੱਚ ਕਈ ਸਾਰੀਆਂ ਵੂਮਨ ਇਹਦੇ ਥੱਲੇ ਅਫੈਕਟਡ ਹੋਣ, ਤੇ ਸਾਨੂੰ ਇਹ ਕੇਸ ਨੂੰ ਥੋੜਾ ਹੋਰ ਗੰਭੀਰਤਾ ਨਾਲ ਸੁਣਨਾ ਚਾਹੀਦਾ। ਤੇ ਉਹਨਾਂ ਨੇ ਕਿਹਾ ਕਿ ਬਰੀਫਿੰਗਸ ਤੁਸੀਂ ਜਿਹੜੀਆਂ ਉਹ ਫਾਈਲ ਕਰੋ ਕੋਰਟ ਦੇ ਵਿੱਚ। ਤੇ ਇੱਕ ਐਮਿਕਰੇ ਬਰੀਫਿੰਗ ਜਿਹੜੀ ਹੁੰਦੀ ਹੈ ਕਿ ਜਿਹੜੇ ਤੁਹਾਡੇ ਪਾਰਟੀਆਂ ਜਿਹੜੀਆਂ ਉਹ ਤੋਂ ਇਲਾਵਾ ਨਾ ਉਹ ਇੱਕ ਓਪਨ ਇਨਵਾਈਟ ਦਿੰਦੇ ਆ ਸਾਰੇ ਵਕੀਲਾਂ ਨੂੰ, ਸਾਰੀਆਂ ਯੂਨੀਵਰਸਿਟੀਆਂ ਨੂੰ, ਸਾਰੀਆਂ ਸੰਸਥਾਵਾਂ ਨੂੰ ਕਿ ਤੁਸੀਂ ਵੀ ਇਹਦੇ ਉੱਤੇ ਆਪਣੇ ਆਪਣੇ ਕਮੈਂਟ ਦੱਸੋ, ਆਪਾਂ ਸਾਰਿਆਂ ਦਾ ਕੰਸੀਡਰ ਕਰਕੇ ਫਿਰ ਆਪਾਂ ਵੇਖਦੇ ਹਾਂ ਕਿੱਧਰ ਜਾਣਾ। ਠੀਕ ਹੈ ਜੀ। ਤੇ ਆਬਵੀਅਸਲੀ ਇਹਦੇ ਵਿੱਚ ਤੁਸੀਂ ਵੇਖੋ ਕਿ ਕਾਫੀ ਜਿਹੜੇ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਜਿਹੜੀ ਹੈਗੀ ਆ, ਏਲਾ, ਸੈਂਟਰ ਫॉर ਜੈਂਡਰ ਐਂਡ ਰਿਫਿਊਜੀ ਸਟੱਡੀਜ਼, ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ ਇਹਨਾਂ ਨੇ ਆਪਣੇ ਜਿਹੜੇ ਬਰੀਫਿੰਗ ਜਮ੍ਹਾਂ ਕਰਾਈਆਂ। ਫੈਡਰੇਸ਼ਨ ਫॉर ਅਮਰੀਕਨ ਇਮੀਗ੍ਰੇਸ਼ਨ ਰਿਫਾਰਮ, ਨੈਸ਼ਨਲ ਇਮੀਗ੍ਰੈਂਟ ਜਸਟਿਸ ਸੈਂਟਰ, ਯੂਨਾਈਟਿਡ ਨੇਸ਼ਨ ਹਾਈ ਕਮਿਸ਼ਨ ਫॉर ਰਿਫਿਊਜੀਜ਼, ਉਹਨਾਂ ਨੇ ਵੀ ਇਹਦੇ ਸਪੋਰਟ ਦੇ ਵਿੱਚ ਜਿਹੜੀਆਂ ਬਰੀਫਿੰਗ ਜਿਹੜੀਆਂ ਜਮ੍ਹਾਂ ਕਰਾਈਆਂ। ਤੇ ਨਾਮਚੀਨ ਜਿਹੜੀਆਂ ਲਾਅ ਫਰਮ ਸੀਗੀਆਂ ਉਹ ਇਹਦੇ ਵਿੱਚ ਜਿਹੜੀਆਂ ਇਨਵੋਲਵ ਹੋਈਆਂ। ਤੇ ਹੁਣ ਜਿਹੜਾ ਇਹ ਕੇਸ ਸੀਗਾ ਇਹਦੇ ਵਿੱਚ ਜਦੋਂ ਉਹਨਾਂ ਨੇ ਇੰਨਾ ਸਾਰਾ ਜਿਹੜਾ ਮੁੱਦਾ ਬਣ ਗਿਆ, ਇੰਨੇ ਸਾਰੇ ਪਹਿਲੂ ਜਿਹੜੇ ਚੱਲ ਪਏ, ਤੇ ਉਹਦੇ ਬੇਸ ਤੇ ਜਿਹੜਾ ਹੁਣ BIA ਨੇ ਜਿਹੜਾ ਇਹਦਾ ਫੈਸਲਾ ਜਿਹੜਾ ਲੈਣਾ ਸੀਗਾ। ਪਰ ਕੀ ਹੋਇਆ ਇਹਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਹੋਈ ਕਿ ਜਦੋਂ ਇੰਨੀਆਂ ਸਾਰੀਆਂ ਬਰੀਫਿੰਗ ਚੱਲ ਗਈਆਂ, ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗੀ ਉਹਨੇ ਕਈ ਚੀਜ਼ਾਂ ਖੁਦ ਮੰਨ ਲਈਆਂ। ਉਹ ਕਹਿੰਦੇ ਆਪਾਂ ਮੰਨਦੇ ਹਾਂ ਕਿ ਇਹਦੇ ਨਾਲ ਧੱਕਾ ਹੋਇਆ ਤੇ PSG ਦੇ ਕਰਕੇ ਹੀ ਧੱਕਾ ਹੋਇਆ। ਜਿਹੜੀ ਸਰਕਾਰ ਸੀਗੀ ਉਹਨੇ ਆਪਣੇ ਹਥਿਆਰ ਜਿਹੜੇ ਸੁੱਟ ਤੇ। ਓਕੇ, ਮੰਨ ਗਏ ਇਹਨੂੰ PSG। ਸਰਕਾਰ ਜਿਹੜੀ ਸੀਗੀ ਉਹ ਮੰਨ ਗਈ, ਜਿਹੜਾ ਸਰਕਾਰੀ ਚੈਲੰਜ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਪਰ ਉਹਨਾਂ ਦੇ ਮੰਨਣ ਨਾਲ ਕੁਝ ਨਹੀਂ ਹੁੰਦਾ, ਕਿਉਂਕਿ ਆਪਾਂ ਹੁਣ ਉੱਤੇ ਨਹੀਂ ਰੁਕਣਾ। ਸਿਰਫ ਉਹਨਾਂ ਨੇ ਕਿਹਾ ਕਿ ਆਪਾਂ ਹੁਣ ਉਦਾਹਰਨ ਬਣਾਉਣੀ ਹੈ ਇਹਦੀ ਹੋਰ ਸਾਰੇ ਕੇਸਾਂ ਲਈ। ਠੀਕ ਹੈ ਜੀ। ਤਾਂ ਕਿ ਸਿਰਫ ਹੁਣ ਇਹ ਇੱਕ ਕਲਾਇੰਟ ਦੀ ਗੱਲ ਨਹੀਂ ਰਹਿ ਗਈ। ਤੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗੀ ਉਹ ਕਹਿੰਦੀ ਇਹਨੂੰ ਕੇਸ ਨੂੰ ਰਿਮਾਂਡ ਕਰੋ ਥੱਲੇ ਜੱਜ ਦੇ ਕੋਲ, ਤਾਂ ਕਿ ਆਪਾਂ ਹੋਰ ਇਹਦੇ ਉੱਤੇ ਬਹਿਸ ਕਰ ਸਕੀਏ ਤੇ ਹੋਰ ਜਿਹੜੇ ਫੈਕਟਸ ਆ ਪਹਿਲੂ ਇਹਦੇ ਐਕਸਪਲੋਰ ਕਰ ਸਕੀਏ ਕਿ ਕਿਉਂ ਇਹ ਫਸੀ ਹੋਈ ਸੀ, ਕਿੱਦਾਂ ਫਸੀ ਹੋਈ ਸੀਗੀ। ਜਿਹੜਾ ਕਲਾਇੰਟ ਸੀਗਾ ਉਹ ਕਹਿੰਦਾ ਕਿ ਮੈਂ ਰਿਮਾਂਡ ਨੂੰ ਅਪੋਜ਼ ਕਰਦਾ, ਕਿਉਂਕਿ ਸਾਨੂੰ ਲੱਗਦਾ ਕਿ ਆਪਾਂ ਜਿਹੜਾ ਅਸਾਈਲਮ ਦੇ ਬਰਡਨ ਆ ਉਹ ਪੂਰਾ ਮੀਟ ਕਰ ਲਿਆ, ਤੇ BIA ਨੂੰ ਇੱਥੇ ਹੀ ਜਿਹੜਾ ਕੇਸ ਆ ਆਪਣੇ ਲੈਵਲ ਤੇ ਹੀ ਅਪਰੂਵ ਜਿਹੜਾ ਕਰ ਦੇਣਾ ਚਾਹੀਦਾ। ਪਰ ਜਿਹੜਾ BIA ਸੀਗਾ ਉਹਨੇ ਫਿਰ ਰਿਮਾਂਡ ਕੀਤਾ ਤੇ ਆਪਣਾ ਜਿਹੜਾ ਐਨਾਲਿਸਿਸ ਸੀਗਾ ਉਹ ਦਿੱਤਾ PSG ਦੇ ਉੱਤੇ, ਤਾਂ ਕਿ ਹੋਰ ਕੇਸਾਂ ਦੀ ਵੀ ਜਿਹੜੀ ਹੈਲਪ ਹੋ ਸਕੇ। ਓਕੇ, ਠੀਕ ਹੈ ਜੀ। ਸੋ ਇਹਨਾਂ ਦੇ ਫਿਰ ਹੁਣ ਕਲੇਮ ਦੇ ਤੋਂ ਬਾਅਦ ਦੇ ਵਿੱਚ ਕਨਕਲੂਜਨ ਫਿਰ ਇਹ ਨਿਕਲ ਗਿਆ ਵੀ ਇਹਨੂੰ ਮੰਨ ਲਿਆ ਗਿਆ। ਫਿਰ ਫੈਸਲਾ ਕੀ ਹੈ, ਫਾਈਨਲ ਕਨਕਲੂਜਨ ਕੀ ਨਿਕਲਿਆ ਇਸ ਕੇਸ ਦਾ? ਸੋ ਇਹਦੇ ਵਿੱਚ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਪਹਿਲਾਂ ਤੁਹਾਡੇ ਨਾਲ ਡਿਸਕਸ਼ਨ ਕੀਤੀ, ਆਪਾਂ ਉਹ ਕਰ ਸਕਦੇ ਹਾਂ। ਮੈਨੂੰ ਪਤਾ ਨਹੀਂ ਹੁਣ ਕਿੰਨਾ ਆਪਣੇ ਕੋਲ ਔਨ 에ਅਰ ਟਾਈਮ ਆ, ਜੇ ਆਪਾਂ ਸਿੱਧੇ ਕਨਕਲੂਜਨ ਵੱਲ ਵਧਣਾ ਆਪਾਂ ਉਹ ਵੀ ਵੱਧ ਸਕਦੇ ਹਾਂ,
ਤੇ ਹਾਂਜੀ, ਆਪਾਂ ਕਨਕਲੂਜਨ ਵੱਲ ਨੂੰ ਵੱਧ ਲੈਂਦੇ ਹਾਂ। ਮੇ ਬੀ ਇਹਨੂੰ ਆਪਾਂ ਥੋੜਾ ਜਿਹੀ ਡਿਸਕਸ਼ਨ ਆ ਕੰਟੀਨਿਊ ਕਰ ਲਾਂਗੇ ਅਗਲੀ ਵਾਰ, ਪਰਟੀਕੂਲਰ ਸੋਸ਼ਲ ਗਰੁੱਪ ਨੂੰ ਜਿਹੜਾ ਉਹ ਲੈ ਕੇ ਮੇ ਬੀ 2 ਪਾਰਟਸ ਦੇ ਵਿੱਚ ਇਸ ਨੂੰ ਜਿਹੜਾ ਉਹ ਕੰਪਲੀਟ ਕਰ ਲਾਂਗੇ ਫਿਰ। ਠੀਕ ਹੈ ਜੀ। ਸੋ ਇਹਦਾ ਕਨਕਲੂਜਨ ਇਹੀ ਸੀਗਾ ਕਿ ਉਹਨਾਂ ਨੇ ਜਿੱਦਾਂ ਦੱਸਿਆ ਕਿ ਕਾਫੀ ਸਮਾਜਿਕ ਪਹਿਲੂ ਜਿਹੜੇ ਵੇਖੇ ਕਿ ਬੰਦਾ ਕਿਉਂ ਫਸਿਆ ਹੁੰਦਾ, ਕਿਉਂ ਉਹ ਛੱਡ ਕੇ ਨਹੀਂ ਜਾ ਸਕਦਾ। ਜਿਹੜਾ ਵੂਮੈਨ ਨੂੰ ਉਹ ਪ੍ਰਾਪਰਟੀ ਕਈ ਜਗ੍ਹਾ ਸਮਝਿਆ ਜਾਂਦਾ ਕਿ ਸਿਰਫ ਇਹ ਘਰ ਦੇ ਕੰਮ ਕਰਾਉਣ ਲਈ ਇਹਦੀ ਜ਼ੁਬਾਨ ਨਾ ਕੋਈ ਹੋਵੇ, ਉਹਨਾਂ ਨੂੰ ਕੋਈ ਹੋਰ ਜਿਹੜਾ ਪੁਲਿਸ ਦੀ ਸਹਾਇਤਾ ਨਹੀਂ ਮਿਲਦੀ, ਕੋਈ ਆਪਣੇ ਉੱਥੇ ਲਾਅ ਇਨਫੋਰਸਮੈਂਟ ਦੀ ਜਿਹੜੀ ਹੈਲਪ ਨਹੀਂ ਮਿਲਦੀ। ਤੇ ਸੈਕਸ਼ੂਅਲ ਅਫੈਂਸਿਸ ਵਗੈਰਾ, ਰੇਪ ਅਫੈਂਸਿਸ ਜਿਹੜੇ ਸੀਗੇ ਕਾਫੀ ਕਾਮਨ ਜਿਹੜੀਆਂ ਕੰਟਰੀਆਂ ਦੇ ਵਿੱਚ ਹੁੰਦੇ ਆ, ਤੇ ਰੀਲੋਕੇਸ਼ਨ ਦੀ ਆਪਸ਼ਨ ਨਹੀਂ ਰਹਿੰਦੀ ਸਿੰਗਲ ਵੂਮਨ ਨੂੰ, ਜਿਹੜੇ ਚੈਲੰਜਸ ਉੱਥੇ ਆਉਂਦੇ ਆ, ਤੇ ਸਿਕਿਉਰਿਟੀ ਵਗੈਰਾ ਦਾ ਥ੍ਰੈਟ ਜਿਹੜਾ ਹੁੰਦਾ ਕਿ ਸਮਾਜ ਸਟਰਕਚਰ ਹੀ ਇਦਾਂ ਦਾ ਕਿ ਜਿਹੜਾ ਲੇਡੀ ਨੂੰ ਇੱਕ ਮੇਲ ਤੇ ਡਿਪੈਂਡ ਹੋਣਾ ਜਿਹੜਾ ਜ਼ਰੂਰੀ ਆ। ਤੇ ਉਹਦੇ ਬੇਸ ਤੇ ਉਹਨਾਂ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਉਹ ਲੇਡੀਜ਼ ਜਿਹੜੀਆਂ ਕਿ ਵਿਆਹ ਦੇ ਰਿਲੇਸ਼ਨਸ਼ਿਪ 'ਚ ਜਿਹਨਾਂ ਨਾਲ ਧੱਕਾ ਹੁੰਦਾ ਤੇ ਉਹ ਛੱਡ ਨਹੀਂ ਸਕਦੀਆਂ ਰਿਲੇਸ਼ਨਸ਼ਿਪ ਨੂੰ, ਉਹ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਜਿਹੜਾ ਉਹਨਾਂ ਦਾ ਬਣਦਾ। ਓਕੇ, ਠੀਕ ਹੈ। ਸੋ ਇਹਦਾ ਫਿਰ ਇਵੈਂਚੁਅਲੀ ਕੇਸ ਇਹਦਾ ਫਿਰ ਪਾਸ ਹੋ ਗਿਆ ਸੀ, ਇਹਨੂੰ ਅਸਾਈਲਮ ਗ੍ਰਾਂਟ ਹੋ ਗਿਆ ਸੀਗਾ। ਇਹਦਾ ਫਿਰ ਕੇਸ ਉਹਨਾਂ ਨੇ ਰਿਮਾਂਡ ਕਰਤਾ ਸੀਗਾ ਥੱਲੇ। ਠੀਕ ਹੈ। ਸੋ ਰਿਮਾਂਡ ਕਰਨ ਦਾ ਮਤਲਬ ਕੀ ਹੁੰਦਾ ਵੀ ਹੇਠਲੀ ਅਦਾਲਤ ਨੇ ਫੈਸਲਾ ਲੈਣਾ? ਹਾਂਜੀ, ਸੋ ਹੇਠਲੀ ਅਦਾਲਤ ਇਹਦਾ ਫੈਸਲਾ ਜਿਹੜਾ ਉਹ ਲਊਗੀ। ਅਜੇ ਆ ਗਿਆ ਫੈਸਲਾ ਕਿ ਆਉਣਾ ਆ? ਹਾਂਜੀ, ਇਹ ਤਾਂ 2000 ਕਦੋਂ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਗੱਲ ਹੈ। ਸੋ ਇਵੈਂਚੁਅਲੀ ਜਿਹੜਾ ਉਹ ਫਿਰ ਇਹ ਤਾਂ ਇਹਨੇ ਰਾਹ ਬਣਾਤਾ ਬਾਕੀ ਸਾਰਿਆਂ ਦੇ ਲਈ, ਲੋਕੀ ਜਿਹੜੇ ਆਣੇ ਆ, ਇਹਨੇ PSG ਮਤਲਬ ਕ੍ਰੀਏਟ ਕਰਤਾ ਇੱਕ। ਹਾਂਜੀ, ਸੋ ਹੁਣ ਇਹ ਆ ਕਿ ਹੁਣ ਲੌਂਗ ਸਟੋਰੀ ਸ਼ਾਰਟ ਕੀ ਹੈ, ਜਿਹੜੇ ਲਿਸਨਰਸ ਆਪਣੇ ਜਿਹੜੇ ਹੈਗੇ, ਲੌਂਗ ਸਟੋਰੀ ਸ਼ਾਰਟ ਜਿਹੜੀ ਇਹ ਹੈ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੇਸ ਹੈ ਨਾ ਇੰਡੀਆ ਦੇ ਵਿੱਚੋਂ ਦੀ, ਪੰਜਾਬ ਦੇ ਵਿੱਚੋਂ ਦੀ, ਉਹ ਸਿਰਫ ਏਦਾਂ ਨਹੀਂ ਕਿ ਤੁਸੀਂ ਕਿਹਾ ਕਿ ਸਾਡੇ ਨਾਲ ਧੱਕਾ ਹੋਇਆ ਤੇ ਤੁਹਾਡਾ ਕੇਸ ਅਪਰੂਵ ਹੋ ਜਾਣਾ। ਉਹਦੇ ਵਿੱਚ ਹੋਰ ਸਾਰੇ ਬਹੁਤ ਜਿਹੜੇ ਪਹਿਲੂ ਹੁੰਦੇ ਆ, ਕੋਗਨਾਈਜ਼ੇਬਿਲਿਟੀ, ਪਾਰਟਿਕੂਲੈਰਿਟੀ, ਇਮਿਊਟੇਬਿਲਿਟੀ, ਏਦਾਂ ਦੇ ਨਾ ਕਈ ਸਾਰੇ ਪਹਿਲੂ ਜਿਹੜੇ ਆਉਂਦੇ ਆ, ਜਿਹੜੇ ਤੁਹਾਨੂੰ ਸ਼ੋਅ ਕਰਨੇ ਪੈਂਦੇ ਆ PSG ਬਣਾਉਣ ਦੇ ਲਈ। ਠੀਕ ਹੈ ਜੀ। ਤੇ ਜਿਹੜੇ ਕਈ ਵਾਰੀ ਜਿੱਦਾਂ ਕੇਸ ਜਿਹੜੇ ਸੀਗੇ ਉਹ ਕੀ ਸੀਗਾ ਕਿ ਪ੍ਰੋਬਲਮ ਇਹ ਪੈਂਦੀ ਸੀਗੀ, ਕਹਾਣੀਕਾਰ ਜਿਹੜੇ ਆ ਤੇ ਉਹ ਅੱਧ ਪਚੱਦੀ ਜੀ ਸੁਣ ਕੇ ਹਨਾ, ਅੱਧੀ ਗੱਲ ਉਹਨਾਂ ਦੇ ਸਿਰ ਤੋਂ ਲੰਘ ਗਈ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਐਲੀਮੈਂਟ ਜਿਹੜੇ ਹੈ ਕੀ ਆ, ਤੇ ਉਹ ਲੋਕਾਂ ਨੇ ਆਪਣੀ ਦਾਸਤਾਨ ਤੇ ਵਧੀਆ ਵਿਆਖਿਆ ਕੀਤੀ, ਪਰ ਉਹ ਐਲੀਮੈਂਟ ਨਹੀਂ ਮੀਟ ਕਰ ਪਾਏ। ਤਾਂ ਜਿਹੜਾ ਲੀਗਲ ਵਾਲਾ ਐਲੀਮੈਂਟ ਸੀਗਾ ਉਹ ਨਹੀਂ ਉਹਨਾਂ ਕੋਲ ਸ਼ੋਅ ਕਰ ਪਾਇਆ, ਉਹਦੇ ਕਰਕੇ ਉਹਨਾਂ ਦੇ ਜਿਹੜੇ ਕੇਸ ਸੀਗੇ ਉਹ ਖਰਾਬ ਹੋ ਜਾਂਦੇ ਆ ਕਈ ਵਾਰੀ। ਠੀਕ ਹੈ ਜੀ। ਤੇ ਉਹਦੇ ਵਿੱਚ ਹੁਣ ਜਿਹੜੀ ਮੇਨ ਚੀਜ਼ ਇਹ ਹੈ ਕਿ ਤੇ ਦੂਸਰੀ ਚੀਜ਼ ਆਪਾਂ ਇਹ ਦੇਖੀ ਕਿ ਕਈਆਂ ਦੇ ਨਾ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਹੁੰਦੇ ਆ, ਕਾਫੀ ਸਾਰੀਆਂ ਜਿਹੜੀਆਂ ਸਿੰਗਲ ਲੇਡੀਜ਼ ਇੱਥੇ ਆਉਂਦੀਆਂ, ਤੇ ਇਹਦੇ ਵਿੱਚ ਕੋਈ ਪਰਦਾ ਨਹੀਂ ਹੈਗਾ। ਸਾਰਿਆਂ ਨੂੰ ਪਤਾ ਕਿ ਕਿਸੇ ਨਾ ਕਿਸੇ ਮੋੜ ਤੇ ਕਿਸੇ ਨਾ ਕਿਸੇ ਕਿਸਮ ਦੀ ਹਰਾਸਮੈਂਟ ਕਿਤੇ ਨਾ ਕਿਤੇ ਹੋਈ ਹੁੰਦੀ ਹੈ ਹਨਾ। ਤੇ ਜਿਹੜੀ ਆਪਣੀ ਕਮਿਊਨਿਟੀ ਆ ਹੁਣ ਰੀਸੈਂਟਲੀ ਜਿਹੜਾ 6 ਮਹੀਨੇ ਸਾਲ ਦੇ ਵਿੱਚ ਆਪਣੇ ਕੋਲ ਬੜੇ ਜ਼ਿਆਦਾ ਫੀਮੇਲਸ ਦੇ ਜਿਹੜੇ ਕੇਸਿਸ ਆਏ, ਸਿੰਗਲ ਫੀਮੇਲਸ ਦੇ ਜਿਹੜੇ ਕੇਸਿਸ ਆਏ, ਪਰ ਉਸ ਤੋਂ ਪਹਿਲਾਂ ਜਿਹੜਾ ਸੀਗਾ ਸਾਰੇ ਪੋਲੀਟੀਕਲ ਤੇ ਰਿਲੀਜੀਅਸ ਓਪੀਨੀਅਨ ਵਾਲੇ ਜ਼ਿਆਦਾ ਜਿਹੜੇ ਕੇਸ ਸੀਗੇ। ਸੋ ਇਹ ਆ ਕਿ ਜਿਹੜੇ ਇਹ ਵਾਲੇ ਕੇਸਿਸ ਆ, ਜਿਹੜਾ ਨਾ ਧੱਕਾ ਹੋਇਆ, ਤੁਸੀਂ ਇਹ ਜਿਹੜਾ ਚੀਜ਼ ਆਪਣੀ ਜਿਹੜਾ ਵਾਲਾ ਪਹਿਲੂ ਆ, ਭਾਵੇਂ ਤੁਹਾਡਾ ਰਿਲੀਜਨ ਵਾਲਾ ਐਲੀਮੈਂਟ ਜਾਂ ਪੋਲੀਟੀਕਲ ਵਾਲਾ ਐਲੀਮੈਂਟ ਵੀ ਹੈਗਾ, ਤੁਸੀਂ ਔਨ ਟਾਪ ਆਫ ਦੈਟ ਜੇ ਤੁਹਾਡੇ ਕੇਸ ਦੇ ਵਿੱਚ ਆਹ ਵਾਲੇ ਐਲੀਮੈਂਟ ਸੀਗੇ, ਤੁਸੀਂ ਉਹਨੂੰ ਜ਼ਰੂਰ ਐਕਸਪਲੋਰ ਜਿਹੜਾ ਕਰੋ, ਉਹ ਜਿਹੜਾ ਆਪਣਾ ਰੈਕੋਰਡ ਉਹਨੂੰ ਜ਼ਰੂਰ ਡਿਵੈਲਪ ਕਰੋ ਉਹਦੇ ਬਾਰੇ। ਕਿਉਂਕਿ ਕੀ ਆ ਕਿ ਜਿੱਦਾਂ ਆਪਾਂ ਹੁਣ ਗੱਲ ਕੀਤੀ ਸਮਾਜਿਕ ਢਾਂਚੇ ਦੀ ਹਨਾ, ਕਈ ਵਾਰੀ ਬੰਦਾ ਏਦਾਂ ਹੁੰਦਾ ਉਹਨੂੰ ਲੱਗਦਾ ਨਹੀਂ ਕਿ ਕੁਝ ਗਲਤ ਹੋਇਆ, ਉਹਨੂੰ ਲੱਗਦਾ ਕਿ ਇਹ ਨਾਰਮਲ ਜੀ ਚੀਜ਼ ਆ, ਪਰ ਜੇ ਤੁਸੀਂ ਇਸ ਦੇਸ਼ 'ਚ ਆ ਜਾਂਦੇ, ਇਸ ਦੇਸ਼ 'ਚ ਨਾਰਮਲ ਚੀਜ਼ ਨਹੀਂ ਹੈਗੀ। ਜੇ ਇਹਨੂੰ ਇਹ ਫਰਕ ਆ। ਤੇ ਜਿਹੜੇ ਆਹ ਵਾਲੇ ਆਪਣੇ ਜੇ ਕੇਸ ਆ, ਤੁਸੀਂ ਇਸ ਕੈਟਾਗਰੀ 'ਚ ਜਿਹੜੇ ਫਿੱਟ ਹੁੰਨੇ ਆ ਹਨਾ, ਭਾਵੇਂ ਤੁਹਾਡਾ ਰਿਲੀਜਨ ਵਾਲਾ ਜਿਹੜਾ ਕੇਸ ਵੀ ਹੈਗਾ ਉਹ ਆ, ਤੁਸੀਂ ਆਪਣਾ ਜਿਹੜਾ ਰੈਕੋਰਡ ਆ ਉਹਨੂੰ ਕੰਪਲੀਮੈਂਟ ਕਰ ਸਕਦੇ ਆ ਕਿ ਆਹ ਚੀਜ਼ ਸੀਗੀ, ਪਾ ਦੋ। ਭਾਵੇਂ ਕਿ ਤੁਹਾਨੂੰ ਕਦੋਂ ਪਤਾ ਲੱਗਾ, ਆਹ ਵਾਲਾ ਸ਼ੋਅ ਵੇਖਿਆ ਮੈਨੂੰ ਉਦੋਂ ਪਤਾ ਲੱਗਾ ਕਿ ਆਹ ਵਾਲਾ ਵੀ ਮੇਰਾ ਕੇਸ ਜਿਹੜਾ ਸੀਗਾ, ਤੇ ਦੱਸ ਸਕਦੇ ਆ ਜੱਜ ਨੂੰ ਕਿ ਕਿਉਂ ਤੁਸੀਂ ਪਹਿਲਾਂ ਫਾਰਵਰਡ ਨਹੀਂ ਆਏ। ਤੁਹਾਨੂੰ ਲੈਕ ਆਫ ਨੌਲੇਜ ਸੀਗੀ, ਜਾਂ ਤੁਸੀਂ ਖੁਦ ਜੇ ਤੁਹਾਨੂੰ ਕੋਈ ਲੱਗਦਾ ਸੀਗਾ ਕਿ ਤੁਹਾਨੂੰ ਪਤਾ ਹੀ ਨਹੀਂ ਸੀਗਾ ਕਿ ਏਦਾਂ ਵੀ ਜਿਹੜਾ ਕੇਸ ਹੁੰਦਾ ਵਾ, ਤਾਂ ਤੁਸੀਂ ਉਹਨੂੰ ਆਪਣਾ ਜਿਹੜਾ ਰੈਕੋਰਡ ਉਹਨੂੰ ਕੰਪਲੀਮੈਂਟ ਕਰਕੇ ਆਹ ਵਾਲੇ ਜਿਹੜੇ ਕੇਸਿਸ ਆਪਣੇ ਉਹਦੇ ਵਿੱਚ ਐਡ ਆਪਣੇ ਜਿਹੜੇ ਐਲੀਮੈਂਟ ਆ ਕੇਸ 'ਚ ਕਰ ਸਕਦੇ ਆ। ਕਿਤੇ ਵੀ ਕਾਨੂੰਨ ਦੀ ਕਿਤਾਬ 'ਚ ਇਹ ਨਹੀਂ ਲਿਖਿਆ ਕਿ ਜੇ ਤੁਹਾਡਾ ਸਿਆਸੀ ਅਸਾਈਲਮ ਆ ਤੁਸੀਂ ਉਹਦੇ ਥਰੂ ਜਾਣਾ, ਤੁਸੀਂ 2 ਬੇੜੀਆਂ 'ਚ ਵੀ ਜਿਹੜਾ ਪੈਰ ਰੱਖ ਕੇ ਅੱਗੇ ਜਾ ਸਕਦੇ ਆ ਜੀ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਆ, ਟੱਡੀ ਟੇਕ ਕਹਿਣਾ ਜੀ, ਫਿਰ ਆਪਾਂ ਆਉਂਦੇ ਆ ਤੇ ਫਿਰ ਆਪਾਂ ਰਹਿੰਦੇ ਸਮੇਂ ਦੇ ਵਿੱਚ ਕਾਲਸ ਜਿਹੜੀਆਂ ਉਹ ਲੈਂਦੇ ਆ। ਤੇ ਸਰੋਤਿਓ, ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈ 408 272 5200 4082725200 ਦੇ ਉੱਤੇ ਤੁਸੀਂ
ਕਾਲ ਕਰ ਸਕਦੇ ਹਾਂ। ਤੇ ਨਾਲ ਹੀ ਜਿਹੜਾ ਉਹ ਦੱਸ ਜਾਈਏ, ਅੱਜ ਸੈਕਰਾਮੈਂਟੋ ਦੇ ਵਿੱਚ ਪਹਿਲੀ ਵਾਰ ਵਾਲੀਬਾਲ ਟੂਰਨਾਮੈਂਟ ਹੋਣ ਜਾ ਰਿਹਾ ਆ। ਉਸ ਦੀ ਜਿਹੜੀ ਲਾਈਵ ਕਵਰੇਜ ਆ, ਤੁਸੀਂ ਹੁਣ ਤੋਂ ਕੁਝ ਘੰਟੇ ਬਾਅਦ ਜਦੋਂ ਟੂਰਨਾਮੈਂਟ ਉਹ ਸ਼ੁਰੂ ਹੋਣਾ ਆ, ਤਾਂ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਉਸ ਨੂੰ ਜਿਹੜਾ ਉਹ ਦੇਖੋਗੇ। ਸੋ ਪਹਿਲੀ ਵਾਰੀ ਇਹ ਜਿਹੜਾ ਸੈਕਰਾਮੈਂਟੋ 'ਚ ਜਿਹੜਾ ਲਾਈਵ ਟੂਰਨਾਮੈਂਟ ਆ ਉਹ ਹੋਣ ਜਾ ਰਿਹਾ, ਤੇ ਉਹਦੀ ਜਿਹੜੀ ਲਾਈਵ ਕਵਰੇਜ ਆ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਦੇਖ ਸਕਦੇ ਆ। ਅਟਾਰਨੀ ਟੇਲ ਕਹਿਣਾ ਜੀ, ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ।
बाद एक फिर आप सबका स्वागत है। सो तो प्रोग्राम चल रहा है जी इस टाइम अपडेट इमीग्रेशन अटॉर्नी टिरकियाना जी जी एन एक फिर स्वागत है। सत श्री अकाल जी। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਓ ਹੁਣ ਆਪਾਂ ਕਾਲਸ ਲੈਨੇ ਆ। ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਜਿਹੜੇ ਸਵਾਲ ਆਪਣੇ ਕੁਐਸਚਨਸ ਆ ਉਹ ਤੁਸੀਂ ਪੁੱਛ ਸਕਦੇ ਹੋ। ਸੋ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਸ਼ਾਰਟ ਐਂਡ ਸਵੀਟ ਜਿਹੜਾ ਕੁਐਸਚਨ ਪੁੱਛਣ ਦੀ ਕੋਸ਼ਿਸ਼ ਕਰੋ ਤਾਂ ਜੋ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਆਪਾਂ ਲੈ ਸਕੀਏ। ਨੰਬਰ ਇੱਕ ਵਾਰੀ ਫੇਰ ਅਨਾਉਂਸ ਕਰ ਦਿੰਦੇ ਆ 4082725200। ਹੋ ਸਕਦਾ ਤੁਹਾਨੂੰ ਥੋੜਾ ਜਿਹਾ ਵਕਤ ਲੱਗ ਜਾਏ ਕਿਉਂਕਿ ਸਾਰੀਆਂ ਲਾਈਨਸ ਇਸ ਟਾਈਮ ਬਿਜ਼ੀ ਆ ਜਿਹੜੇ ਟਰਾਈ ਕਰ ਰਹੇ ਹੋਣਗੇ ਨੰਬਰ ਮਿਲਾਉਣ ਦੀ। ਦਿਲਬਾਗ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਦਿਲਬਾਗ ਜੀ ਸਤਿ ਸ਼੍ਰੀ ਅਕਾਲ। ਹਾਂਜੀ ਦਿਲਬਾਗ ਜੀ ਸੁਣ ਰਹੇ ਆ ਭਾਜੀ ਮੈਂ ਜਿਸ ਸਰ ਨਾਲ ਗੱਲ ਕਰਨੀ ਹੈ। ਹਾਂਜੀ ਪੁੱਛੋ ਜੀ ਸਵਾਲ। ਸਰ ਮੈਂ ਨਾ ਤੁਹਾਡਾ ਕਲਾਇੰਟ ਹਾਂ ਜੀ। ਮੇਰਾ ਨਾ ਭਾਜੀ ਕੱਲ ਹੀ ਲੈਟਰ ਆਈ ਆ, ਡੇਟ ਆ ਗਈ ਆ ਮੇਰੀ ਅਸਾਈਲਮ ਆਫਿਸ ਮੋਰੇ ਮੇਰਾ ਕੇਸ ਹੈ ਜੀ ਕਿੰਨੀ ਕੁ ਦੇਰ ਚ ਡੇਟ ਦਿੱਤੀ ਉਹਨਾਂ ਨੇ? ਤੇ 24 ਨੈਕਸਟ ਮੰਥ। ਅੱਛਾ ਠੀਕ ਹੈ, ਚਲੋ ਥੋੜਾ ਜਿਹਾ ਟਾਈਮ ਫਿਰ ਵੀ ਹਾਂਜੀ। ਹੈਗਾ, ਨਹੀਂ ਤਾਂ ਕਈ ਵਾਰੀ ਸਾਨੂੰ 4-5 ਦਿਨਾਂ ਚ ਵੀ ਡੇਟ ਦੇ ਦਿੱਤੀ ਹੈ ਲੋਕ ਉਹਨਾਂ ਨੇ। ਉਹ ਅੱਛਾ ਅੱਛਾ, ਆਪਾਂ ਦੂਜਾ ਵੀ ਲਾਇਆ ਹੋਇਆ ਸੀ, ਲਾਸੂਟ ਵੀ ਲਾਇਆ ਸੀ, ਪਰ ਲਾਸੂਟ ਤੋਂ ਪਹਿਲਾਂ ਹੀ ਆ ਗਈ। ਵਧੀਆ ਵਧੀਆ। ਲਾਸੂਟ ਫਾਈਲ ਕਰਤਾ ਸੀਗਾ? ਹਾਂਜੀ ਹਾਂਜੀ ਫਾਈਲ ਹੋ ਗਿਆ ਸੀ ਪਰ ਹਲੇ ਪੈਂਡਿੰਗ ਆ, ਪਰ ਉਸ ਤੋਂ ਪਹਿਲਾਂ ਹੀ ਆ ਗਈ। ਹਾਂਜੀ ਕਈ ਵਾਰੀ ਫਾਈਲ ਹੋਣ ਦੇ ਕਰਕੇ ਵੀ ਉਹ ਜਿਹੜਾ ਦੇ ਦਿੰਦੇ ਆ ਤਰੀਕ ਸਵਾੜਨ ਨੂੰ ਕਿ ਲਾਸੂਟ ਨੇ ਕੀਤਾ ਇਹ ਕਿ ਆਪਣੇ ਆਪ ਉਹਨਾਂ ਨੇ ਕੀਤੀ ਹੈ, ਕਿੱਦਾਂ ਕੀਤੀ ਹੈ, ਬਟ ਇਧਰ ਵੇ ਦੱਸੋ ਸਵਾਲ। ਹਾਂਜੀ ਮੇਰਾ ਸਵਾਲ ਇਹ ਆ ਵੀ ਆਪਾਂ ਨੂੰ ਤਿਆਰੀ ਕਰਨ ਲਈ 21 ਡੇ ਮਿਲਣੇ ਆ ਨਾ ਟਿਊਜ਼ਡੇ ਤੋਂ, ਤੇ ਆਪਣੇ ਕੋਲ ਇਨਫ ਆ? ਇਨਫ ਤਾਂ ਮੇਰਾ ਵੀਰ ਹੁਣ ਤੂੰ ਹੀ ਮੰਗਿਆ ਲਾਸੂਟ ਆਪਣਾ ਜਿਹੜਾ ਕਰਕੇ ਕਿ ਤਰੀਕ ਛੇਤੀ ਚਾਹੀਦੀ ਹੈ, ਇਨਫ ਹੋਣੇ ਚਾਹੀਦੇ ਆ। ਹੁਣ ਉਹਨਾਂ ਨੇ ਮੈਂ ਕਿਹਾ ਤਰੀਕ ਮੰਗੀ ਤੇ ਤਰੀਕ ਦੇਤੀ ਉਹਨਾਂ ਨੇ। ਹਾਂਜੀ ਹਾਂਜੀ ਮੈਂ ਜਿਹੜੀ ਉਹ ਲੈਟਰ ਦਾ ਮੈਂ ਉਹ ਵੀ ਮੇਲ ਕਰਤੀ ਸੀਗੀ। ਇਹ ਤਾਂ ਤੁਸੀਂ ਦੱਸੋਗੇ ਜੇ ਇਨਫ ਨਹੀਂ ਹੈਗਾ ਫਿਰ ਤਰੀਕ ਛੇਤੀ ਲੈਣੀ ਨਹੀਂ ਚਾਹੀਦੀ। ਇਹ ਮੈਨੂੰ ਕੱਲ ਮੇਰੇ ਲਈ ਥੋੜਾ ਨਾ ਇਹ ਸਵਾਲ ਆ ਕਿ ਇਨਫ ਆ। ਨਹੀਂ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਤੁਸੀਂ ਨਾਲ ਮੇਰੇ ਚੱਲੋਗੇ? ਹਾਂਜੀ ਜੇ ਸਾਡੇ ਨੂੰ ਤੁਸੀਂ ਹਾਇਰ ਕੀਤਾ ਤਾਂ ਜ਼ਰੂਰ ਆਪਣਾ ਆਫਿਸ ਚੋਂ ਮੈਂ ਜਾਂ ਮੇਰਾ ਵਕੀਲ ਸਾਡੇ ਚੋਂ ਕੋਈ ਜਾਊਗਾ। ਥੈਂਕ ਯੂ ਵੈਰੀ ਮਚ ਭਾਜੀ। ਪਰ ਮੈਂ ਕਾਲ ਵੀ ਕੀਤੀ ਸੀ ਫਰਾਈਡੇ ਆਈ ਸੀ ਮੈਨੂੰ ਲੈਟਰ। ਠੀਕ ਆ ਮੇਰਾ ਵੀਰ, ਜਿੱਦਾਂ ਉਹਨਾਂ ਨੇ ਦੱਸਿਆ ਕਿ ਲਾਈਨ ਬਹੁਤ ਕਾਲਰਸ ਦੀ ਹੈਗੀ ਆ, ਜੇ ਸਵਾਲ ਹੈਗਾ ਉਹ ਪੁੱਛ। ਫਰਾਈਡੇ ਵਾਲਾ ਦੱਸ ਚੁੱਕੇ ਆ ਪਹਿਲਾਂ ਹੀ ਤੇ ਤਰੀਕ ਤੁਹਾਡੀ ਹੈਗੀ ਆ ਤੇ ਆਪਾਂ ਉਹਦੀ ਤਿਆਰੀ ਕਰਦੇ ਹਾਂ ਜਦੋਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ। ਠੀਕ ਆ ਭਾਜੀ ਥੈਂਕ ਯੂ। ਠੀਕ ਹੈ ਜੀ ਓਕੇ। ਨਰਵਿੰਦਰ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀ ਭਾਜੀ ਵੀ ਸਾਡੇ ਜੱਜ ਨੇ, ਜੱਜ ਫਲੋਰੈਂਸ ਚੈਂਬਰਲਿਨ ਕਿੱਦਾਂ ਦੇ ਜੱਜ ਨੇ ਪਲੀਜ਼ ਦੱਸੋ। ਕੀ ਪੁੱਛ ਰਹੇ ਕਿ ਜੱਜ ਸਾਹਿਬ ਕਿੱਦਾਂ ਦੇ ਨੇ? ਵਧੀਆ ਨੇ, ਵਧੀਆ ਨੇ ਜੱਜ ਸਾਹਿਬ। ਹਾਂਜੀ ਠੀਕ ਹੈ ਜੀ। ਠੀਕ ਹੈ ਜੀ ਠੀਕ ਹੈ ਓਕੇ ਜੀ ਠੀਕ ਥੈਂਕ ਨਾਲੇ ਦੇਖੋ ਬਈ ਸਾਰੇ ਜਾਣੇ, ਮੈਂ ਕਿਹਾ ਹੁਣ ਇਹ ਵਾਕਈ ਵਧੀਆ ਜੱਜ ਸਾਹਿਬ ਨੇ, ਪਰ ਮੈਨੂੰ ਤੁਸੀਂ ਦੱਸੋ ਕਿ ਜੇ ਹੁਣ ਭਾਈ ਕੋਈ ਮਾੜੇ ਜੱਜ ਸਾਹਿਬ ਹੋਣ ਕੋਈ ਜੇ ਹੋਰ ਹੈ ਨਾ, ਮੈਂ ਹੁਣ ਕਿਸੇ ਬਾਰੇ ਮਾੜਾ ਥੋੜਾ ਨਾ ਕਹਿ ਸਕਦਾ। ਮੈਂ ਕਿਹਾ ਹੁਣ ਤੁਸੀਂ ਆਪ ਯਾਰ ਸਾਰੇ ਸਮਝਦਾਰ ਬੰਦੇ ਆ ਕਿ ਮੈਂ ਹੁਣ ਕਿਸੇ ਬਾਰੇ ਕਿਉਂ ਮਾੜਾ ਕਹਾਂ? ਕੱਲ ਨੂੰ ਜੱਜ ਮੈਨੂੰ ਕਹੇ ਕਿ ਤੂੰ ਮੇਰੇ ਬਾਰੇ ਮਾੜਾ ਕਿਉਂ ਕਿਹਾ, ਕਿ ਕਿਹੜੇ ਹਿਸਾਬ ਨਾਲ ਤੂੰ ਮਾੜਾ ਕਹਿੰਦਾ? ਇਹ ਤਾਂ ਹੁਣ ਜੱਜ ਨੇ ਤਾਂ ਆਪਣਾ ਇਹੀ ਕਹਿਣਾ ਕਿ ਬਈ ਜਿਹੜਾ ਤੁਹਾਡੇ ਕਲਾਇੰਟ ਦਾ ਕੇਸ ਆ ਉਹਨਾਂ ਨੂੰ ਮੈਂ ਸੁਣ ਕੇ ਮੈਂ ਨਿਊਟਰਲ ਹੋ ਕੇ ਜਿਹੜਾ ਫੈਸਲਾ ਉਹ ਦਿੰਨਾ ਹੈ ਨਾ। ਇਹਨੂੰ ਹੁਣ ਮੈਂ ਮਾੜਾ ਜਾਂ ਚੰਗਾ ਕਿਸੇ ਨੂੰ ਕਿੱਦਾਂ ਕਹਿ ਸਕਦਾ? ਜਿਹੜਾ ਹੁਣ ਸਵਾਲ ਇਹ ਹੈ ਕਿ ਇਹਨਾਂ ਦੀ ਰੇਟਿੰਗ ਜਿਹੜੀ ਹੁੰਦੀ ਆ, ਅਪਰੂਵਲ ਰੇਟਿੰਗ ਉੱਥੇ ਹੁੰਦੀ ਆ ਕਿ ਕਿਸੇ ਦੀ 90% ਆ, ਕਿਸੇ ਦੀ 40% ਆ, ਕਿਸੇ ਦੀ 10% ਆ। ਉਹ ਚੀਜ਼ ਤਾਂ ਤੁਹਾਨੂੰ ਅੰਦਾਜ਼ਾ ਜਿਹੜਾ ਮਿਲ ਸਕਦਾ। ਹੁਣ ਮਾੜਾ ਚੰਗੇ ਵਾਲੀ ਤਾਂ ਕੋਈ ਗੱਲ ਨਹੀਂ ਹੈ ਨਾ। ਉਹਨੇ ਆਪਣਾ ਜਿਹੜੇ ਸਟ੍ਰਿਕਟ ਜੱਜ ਆ ਉਹਨਾਂ ਨੇ ਬਿਲਕੁਲ ਹੀ ਜਿਹੜਾ ਉਹਨਾਂ ਨੂੰ ਲੱਗੂਗਾ ਕਲਾਇੰਟ ਕੋ ਹਰ ਕੁਛ ਹੈਗਾ ਉਹਨੂੰ ਅਪਰੂਵ ਕਰਨਾ। ਸੋ ਇਹ ਚੀਜ਼ ਦਾ ਨਹੀਂ ਮੈਂ ਜਵਾਬ ਦੇ ਸਕਦਾ ਕਿ ਕੌਣ ਮਾੜਾ ਕੌਣ ਚੰਗਾ। ਇਹ ਰੇਟਿੰਗ ਤੁਸੀਂ ਚੈੱਕ ਕਰੋ ਗੂਗਲ 'ਚ ਪਾ ਕੇ ਤੇ ਉਹ 'ਚ ਆਊਗੀ ਜੀ। ਰੇਟਿੰਗ ਉੱਥੇ ਦੇਖੋ, ਉਦਾਂ ਜਦ ਸਾਰੇ ਚੰਗੇ ਤੁਸੀਂ ਮਾੜਾ ਨਹੀਂ ਕਿਸੇ ਨੂੰ ਕਹਿ ਸਕਦੇ। ਹਾਂਜੀ ਮਨਪ੍ਰੀਤ ਜੀ। ਹੈਲੋ ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਸੀ ਕਿ ਮੇਰਾ ਨਾ ਭਾਂਜਾ ਆਇਆ ਦੂਜਾ ਕੈਨੇਡਾ ਤੋਂ ਸੇਫ ਹੋ ਕੇ 19.5 ਦਾ, ਮੈਂ ਉਹਦਾ ਗਾਰਡੀਅਨਸ਼ਿਪ ਦਾ ਲਾਉਣਾ ਚਾਹਣਾ, ਤੇ ਕੀ ਆਪਾਂ ਨੂੰ ਅਸਾਈਲਮੈਂਟ ਜ਼ਰੂਰੀ ਲਾਉਣੀ ਆ, ਲੱਗੇ ਚਾਹੀਦੀ ਹੈ ਜਾਂ ਮਤਲਬ ਕਿ ਸਿੱਧਾ ਗਾਰਡੀਅਨ ਵੀ ਲੱਗ ਜਾਊਗਾ? ਉਹ ਫੜਿਆ ਗਿਆ ਸੀਗਾ? ਨਹੀਂ ਜੀ ਸੇਫ ਆਇਆ। ਹਾਂਜੀ ਨਹੀਂ ਸਾਇਲਨ ਤਾਂ ਦੇਖੋ ਜੇ ਕਲੇਮ ਹੈਗਾ ਤਾਂ ਜ਼ਰੂਰ ਲਾਓ, ਜੇ ਕਲੇਮ ਹੈਗਾ ਵਾ ਜੇ ਉਹਨਾਂ ਹੋਇਆ, ਕਿਉਂਕਿ ਸਾਲ ਦੀ ਡੈਡਲਾਈਨ ਹੁੰਦੀ ਹੈ ਹਨਾ।
ਤੇ ਦੂਸਰੀ ਗੱਲ ਇਹ ਹੈ ਕਿ ਗਾਰਡੀਅਨਸ਼ਿਪ 'ਚ ਵਰਕ ਪਰਮਿਟ ਦੀ ਵੀ ਪ੍ਰੋਬਲਮ ਹੁੰਦੀ ਹੈ। ਜੇ ਉਹਦਾ ਕਲੇਮ ਹੈਗਾ ਅਸਾਈਲਮ ਦਾ ਤਾਂ ਜ਼ਰੂਰ ਲਗਾਓ ਉਹਨੂੰ, ਹਨਾ। ਪੈਟਰਨਿਟੀ ਕਹਿੰਦੇ ਜੀ ਇੱਥੇ CLP ਦੇ ਅੰਡਰ ਫਿਰ ਉਹਦਾ ਲਾ ਸਕਦਾ ਪਰ ਅਪਰੂਵ ਨਹੀਂ ਹੋਣਾ, ਰਾਈਟ? ਜੋ ਲੇਟੈਸਟ ਹੈਗਾ। ਹਾਂਜੀ, ਉਹ ਤਾਂ ਚਲੋ ਹੁਣ ਮੈਨੂੰ ਪਤਾ ਨਹੀਂ ਇਹਨਾਂ ਦੇ ਕੀ ਮੁੱਦੇ ਆ, ਕਿੱਦਾਂ ਆਇਆ ਸੀਗਾ, ਲੀਗਲ ਐਂਟਰੀ ਸੀਗੀ, CB1 ਦੇ ਹੋਰ ਬਥੇਰੇ ਸਾਰੇ ਮੁੱਦੇ ਆ ਕਿ CLP ਲੱਗਦਾ, STCA ਲੱਗਦਾ, ਕੀ ਲੱਗਦਾ। ਪਰ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਜੇ ਉਹਦਾ ਅਸਾਈਲਮ ਆਫਿਸ 'ਚ ਉਹਨੇ ਪਹਿਲਾਂ ਜਾਣਾ, ਜੇ ਉਹ ਸੇਫ ਲੰਘਿਆ, ਫੜਿਆ ਨਹੀਂ ਗਿਆ, ਓਕੇ, ਤੇ ਜੇ ਉਹਦਾ ਕਲੇਮ ਹੈਗਾ ਤਾਂ ਜ਼ਰੂਰ ਤੁਸੀਂ ਲਾਓ। ਟੂ ਆਨਸਰ ਯੋਰ ਕੁਐਸਚਨ ਕਿ ਕੀ ਜ਼ਰੂਰੀ ਹੁੰਦਾ ਵਾ, ਜ਼ਰੂਰੀ ਨਹੀਂ ਹੁੰਦਾ। ਪਰ ਤੁਹਾਡੇ ਹੁਣ ਦੇਖੋ 6 ਮਹੀਨੇ ਤੁਹਾਡੇ ਰਹਿੰਦੇ ਆ, ਤੇ ਡਿਪੈਂਡਸ ਆ ਕਿ ਗਾਰਡੀਅਨਸ਼ਿਪ ਵੀ ਮਿਲਦੀ ਆ, ਨਹੀਂ ਮਿਲਦੀ ਆ, ਬੜੇ ਸਾਰੇ ਫੈਕਟਰ ਕੇਸ 'ਚ ਹੁੰਦੇ ਆ। ਪਰ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਜੇ ਇੱਕ ਤੋਂ ਵੱਧ ਆਪਸ਼ਨਾਂ ਹੁੰਦੀਆਂ, ਦੋਨੋਂ ਆਪਸ਼ਨਸ ਐਕਸਰਸਾਈਜ਼ ਕਰੋ। ਠੀਕ ਹੈ ਜੀ। ਤੇ ਆਪਾਂ 360 ਅਪਰੂਵਲ ਹੋਣ ਤੋਂ ਬਾਅਦ ਵਰਕ ਪਰਮਿਟ ਲੈ ਸਕਦੇ ਆ ਕਿ ਪਹਿਲਾਂ ਨਹੀਂ ਸੀਗਾ ਤੇ ਜਾਂ ਲਾਇਸੈਂਸ ਵਗੈਰਾ ਤੋਂ ਅਪਲਾਈ ਕਰ ਸਕਦੇ? ਉਸ ਤੋਂ ਬਾਅਦ ਜੇ ਅਗਰ ਆਪਾਂ ਲਾਇਸੈਂਸ ਤਾਂ ਭਾਜੀ ਆਪਣਾ ਕਿਹੜੀ ਸਟੇਟ 'ਚ ਆ ਤੁਸੀਂ? ਕੈਲੀਫੋਰਨੀਆ। ਇੱਥੇ AB60 ਦੇਖੋ ਕੈਲੀਫੋਰਨੀਆ ਤਾਂ AB60 ਵੈਸੇ ਮਿਲ ਜਾਣਾ ਤੁਹਾਨੂੰ DMV ਤੇ, ਜਿਹੜਾ ਕੱਚਾ ਬੰਦਾ ਹੈ ਨਾ, ਜਾ ਕੇ ਉਹਨਾਂ ਉਹ ਕਰੋ ਤਾਂ ਉਹ ਮਿਲ ਜਾਣਾ ਤੁਹਾਡਾ। ਓਕੇ ਜੀ, ਕੋਈ ਸਾਈਨ ਲਾਉਣਾ ਮੈਨੂੰ ਜ਼ਰੂਰੀ ਨਹੀਂਗਾ ਨਾ ਕਿ ਆਪਾਂ ਮਤਲਬ ਕਿ ਮੈਂ ਪੁੱਛਿਆ ਸੀਗਾ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀਗਾ, ਕਹਿੰਦੇ ਕਿ ਸਾਈਲਮ ਲਾਉਣਾ ਹੀ ਪਏਗਾ ਕਿਉਂਕਿ ਇਹ ਸੇਫ ਨਿਕਲਿਆ ਤੇ ਸਾਈਲਮ ਲਾ ਕੇ ਹੀ ਇਹਦਾ ਗਾਰਡੀਅਨਸ਼ਿਪ ਲੱਗੇਗਾ, ਗਾਰਡੀਅਨਸ਼ਿਪ ਸਿੱਧਾ ਨਹੀਂ ਲੱਗ ਸਕਦਾ। ਔਰ 6 ਮੰਥ ਦੀ ਕੁਝ ਵੇਟਿੰਗ ਹੈ, ਕੋਈ ਲਾਅ ਚੇਂਜ ਹੋਇਆ ਕੋਈ? ਕੱਚਾ ਨਾ ਬੰਦਾ ਨਹੀਂ, ਪਤਾ ਨਹੀਂ ਭਾਜੀ ਤੁਸੀਂ ਕੀ ਗੱਲਾਂ ਕਹੀ ਜਾਂਦੇ, ਕਿਹਦੀਆਂ ਸੁਣ ਰਹੇ ਆ ਮੈਂ ਹੁਣ। ਇੰਨੇ ਸ਼ਾਰਟ ਚ ਹੋਇਆ, ਕੋਈ ਤੁਹਾਨੂੰ ਕੋਈ ਜ਼ਰੂਰੀ ਨਹੀਂ ਹੈਗਾ ਸਾਈਲਮ ਲਾਉਣਾ। ਬਾਟਮ ਲਾਈਨ ਹੈਗੀ ਤੇ ਗਾਰਡੀਅਨਸ਼ਿਪ ਤੁਸੀਂ ਲਾ ਸਕਦੇ ਆ। 6 ਮੰਥ ਦੀ ਵੇਟਿੰਗ ਕਿੱਦਾਂ ਮੇਰਾ ਵੀਰ? ਮੁੰਡਾ 19 ਸਾਲ ਤੇ 5 ਮਹੀਨੇ ਦਾ, ਤੇ ਉਹਦਾ ਏਜ ਆਊਟ ਹੋ ਜਾਣਾ ਤੇਰਾ ਜੀ। ਸੋ ਇਹ ਹੁਣ ਉਹਨਾਂ ਨੇ ਦੱਸਤਾ ਹੈ, ਹੁਣ ਜੇ ਤੁਸੀਂ ਉਹ ਦੱਸੀ ਚੀਜ਼ ਦੇ ਉੱਤੇ ਵੀ ਬਾਰ-ਬਾਰ ਸਵਾਲ ਕਰੀ ਜਾਂਦੇ ਫਿਰ ਉਹ ਤੁੱਕ ਨਹੀਂ ਬਣਦੀ। ਉਹਨਾਂ ਨੇ ਆਲਰੇਡੀ ਤੁਹਾਨੂੰ ਕਲੀਅਰ ਕਰਤਾ, ਗਾਰਡੀਅਨਸ਼ਿਪ ਲਾਉਣ ਦੇ ਲਈ ਅਸਾਈਲਮ ਲਾਉਣਾ ਜ਼ਰੂਰੀ 360 ਜਿਹੜਾ ਹੈਗਾ ਉਹ ਆਰਡਰ ਤੋਂ ਪਹਿਲਾਂ ਜਿਹੜਾ 21 ਸਾਲ ਦੀ ਉਮਰ ਤੋਂ ਪਹਿਲਾਂ ਫਾਈਲ ਹੋਣਾ ਚਾਹੀਦਾ। ਹੁਣ ਮੈਨੂੰ ਪਤਾ ਨਹੀਂ ਕਿੰਨੇ ਸਾਲ ਦਾ ਹੋਗਾ ਕਿ ਮੈਂ ਤੁਹਾਨੂੰ ਕਹਾਂ ਕਿ ਨਹੀਂ ਫਾਈਲ ਹੋਣਾ, ਤੁਸੀਂ ਕੱਲ ਨੂੰ ਕਹਣਾ ਯਾਰ ਇਹਨੇ ਸ਼ੋਅ ਤੇ ਕਿਹਾ ਸੀ ਨਾ ਫਾਈਲ ਕਰ, ਮੈਂ ਗਾਰਡੀਅਨ ਤੋਂ ਵੀ ਜਾਂਦਾ ਲੱਗਾ ਤੇ ਅਸਾਈਲਮ ਤੋਂ ਵੀ ਜਾਂਦਾ ਲੱਗਾ। ਦੋਨੋਂ ਕਲੇਮ ਤੁਸੀਂ ਪਰਸੂ ਕਰੋ ਜੀ। ਜਸਪ੍ਰੀਤ, ਹੈਲੋ। ਹਾਂਜੀ ਜਸਪ੍ਰੀਤ ਜੀ, ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਤਿ ਸ਼੍ਰੀ ਅਕਾਲ ਸਰ। ਫਰਵਰੀ 2020 ਦੇ ਵਿੱਚ ਮੇਰਾ ਸਰ ਕੇਸ ਜਿੱਦਾਂ ਜੱਜ ਨੇ ਡਿਨਾਈ ਕਰਤਾ ਸੀ ਤੇ ਉਦੋਂ ਦੀ ਸਰ ਮੇਰੀ ਅਪੀਲ ਲੱਗੀ ਹੋਆ ਤੇ ਸਰ ਮੇਰੇ ਵਕੀਲ ਨੇ ਬਰੀਫ ਸਬਮਿਟ ਕਰਤਾ ਤੇ ਉਹ ਸਰਕਾਰੀ ਵਕੀਲ ਉੱਧਰੋਂ ਨਹੀਂ ਕੋਈ ਵੀ ਬਰੀਫ ਸਬਮਿਟ ਹੋਇਆ ਤੇ ਨਾ ਹੀ ਕੋਈ ਰਿਜ਼ਲਟ ਆਇਆ ਜੀ। ਜੇ ਸਰਕਾਰੀ ਵਕੀਲ ਨੇ ਬਰੀਫ ਨਹੀਂ ਜਮ੍ਹਾਂ ਕੀਤਾ ਤੇ ਉਹਦਾ ਮਤਲਬ ਇਹੀ ਹੈ ਕਿ ਜੋ ਆਰਗੂਮੈਂਟਾਂ ਥੱਲੇ ਪੇਸ਼ ਕੀਤੀਆਂ ਸੀਗੀਆਂ ਸਰਕਾਰ ਨੇ ਜਾਂ ਜੱਜ ਨੇ, ਉਹੀ ਤੁਹਾਡੇ ਅਗੇਂਸਟ ਸਟੈਂਡ ਕਰਦੀਆਂ। ਤੇ ਤੁਹਾਡੇ ਲਈ ਬੈਟਰ ਹੈ ਕਿ ਸਰਕਾਰੀ ਵਕੀਲ ਨੇ ਬਰੀਫ ਨਹੀਂ ਜਮ੍ਹਾਂ ਕੀਤਾ, ਤੇ ਕਾਫੀ ਸਾਰੇ ਕੇਸਾਂ 'ਚ ਨਹੀਂ ਵੀ ਕਰਦੇ ਆ, ਹਨਾ। ਸੇਮ ਚੀਜ਼ ਜਿੱਦਾਂ ਤੁਹਾਡਾ ਕੇਸ ਹੁੰਦਾ ਕਿ ਤੁਹਾਡੇ ਵਕੀਲ ਪੇਪਰ ਫਾਈਲ ਕਰਦਾ ਤੇ ਸਰਕਾਰੀ ਵਕੀਲ ਜਿਹੜੇ ਨਹੀਂ ਪੇਪਰ ਇੰਨੇ ਫਾਈਲ ਕਰਦੇ ਕਈ ਵਾਰੀ, ਕਿਉਂਕਿ ਸਰਕਾਰ ਆ ਜਿੰਨਾ ਕੁ ਉਹਨਾਂ ਕੋਲ ਵੀ ਬਰਡਨ ਬਥੇਰਾ, ਤੇ ਤੁਹਾਡੇ ਫੇਵਰ ਦੀ ਗੱਲ ਹੀ ਹੈ ਜੇ ਉਹਨਾਂ ਨੇ ਨਹੀਂ ਫਾਈਲ ਕੀਤਾ ਬਰੀਫ। ਤੇ ਸਰ ਮੇਰਾ ਦਸੰਬਰ 2020 ਦੇ ਵਿੱਚ ਮੇਰਾ ਯੂ ਵੀਜ਼ਾ ਲੱਗਾ ਆ, ਤੇ ਜੇ ਸਰ ਮੇਰੀ ਅਪੀਲ ਡਿਨਾਈ ਹੋ ਜਾਂਦੀ ਆ ਤੇ ਮੈਂ ਕੇਸ ਬੰਦ ਕਰਾ ਸਕਦਾ, ਕਰਕੇ ਮੈਂ ਯੂ ਵੀਜ਼ੇ ਤੇ ਵਰਕ ਪਰਮਿਟ ਲੈਣਾ ਚਾਹੁੰਦਾ। ਯੂ ਵੀਜ਼ੇ ਤੇ ਤੁਸੀਂ ਵਰਕ ਪਰਮਿਟ ਲੈਣਾ ਚਾਹੁੰਦੇ ਆ ਤੇ ਯੂ ਵੀਜ਼ੇ ਦੀ ਪਹਿਲੀ ਗੱਲ ਤਾਂ ਹੈਗਾ 2016 ਦੇ ਚੱਲਦੇ ਆ, ਤੁਹਾਨੂੰ ਟਾਈਮ ਲੱਗਣਾ 5-6 ਸਾਲ, ਹਨਾ। ਵਰਕ ਪਰਮਿਟ ਤੁਸੀਂ ਜ਼ਰੂਰ ਯੂ ਵੀਜ਼ੇ ਦਾ ਤੁਹਾਡਾ ਆ ਸਕਦਾ, ਹਨਾ, ਤੇ ਉਹ ਤੁਸੀਂ ਪਰਸੂ ਕਰ ਸਕਦੇ ਆ। ਪਰ ਇਹ ਜਿਹੜਾ ਕੇਸ ਹੈ ਬੰਦ ਮਤਲਬ ਕਿੱਦਾਂ? ਤੁਹਾਡੇ ਉਹਨਾਂ ਨੇ ਆਲਰੇਡੀ ਡੀਪੋਟੇਸ਼ਨ ਜਿਹੜੀ ਜੱਜ ਨੇ ਆਰਡਰ ਕਰਤੀ ਆ ਤੇ ਅਪੀਲ 'ਚ ਤੁਹਾਡੀ ਮਜਬੂਰੀ ਬਣ ਗਈ ਹੈ, ਤੁਹਾਨੂੰ ਅਪੀਲ ਕਰਨੀ ਪੈਣੀ ਹੈ। ਨਹੀਂ ਅਪੀਲ ਕਰਦੇ ਤਾਂ ਤੁਹਾਡੀ ਡੀਪੋਟੇਸ਼ਨ ਫਾਈਨਲ ਹੋ ਜਾਣੀ ਹੈ, ਹਨਾ। ਤੇ ਆਈਸ ਵਾਲੇ ਕੋਈ ਯੂ ਵੀਜ਼ਾ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਸਟੇ ਦੇਣੀ ਹੈ, ਉਹ ਚੱਕ ਵੀ ਸਕਦੇ। ਸੋ ਅਪੀਲ ਤਾਂ ਤੁਹਾਡੇ ਗੱਲ ਹੁਣ ਪੈ ਗਈ ਹੈ। ਇਹ ਜ਼ਰੂਰ ਹੋ ਸਕਦਾ ਕਿ ਜਦੋਂ ਤੁਹਾਨੂੰ ਬੋਨਾਫਾਈਡ ਡਿਟਰਮੀਨੇਸ਼ਨ ਆ ਜਾਵੇ ਨਾ ਯੂ ਵੀਜ਼ੇ ਦੀ, ਇੱਕ ਵਾਰੀ ਤੁਹਾਡਾ ਜਿਹੜਾ USCIS ਤੇ ਤੁਹਾਨੂੰ ਇੱਕ ਲੈਟਰ ਆਉਂਦੀ ਹੈ ਕਿ ਤੇਰਾ ਯੂ ਵੀਜ਼ਾ ਆਪਾਂ ਅਪਰੂਵ ਕਰ ਦੇਣਾ, ਬਸ ਆਪਾਂ ਵੀਜ਼ੇ ਨੰਬਰ ਦੀ ਵੇਟ ਕਰਦੇ ਹਾਂ। ਉਹ ਜਦੋਂ ਇੱਕ ਵਾਰੀ ਤੇਰਾ ਆ ਜਾਂਦਾ ਨਾ, ਉਹਦੇ ਬੇਸ ਤੇ ਮੇਰਾ ਵੀਰ ਦੁਬਾਰਾ ਇੱਕ ਵਾਰੀ ਜਿਹੜਾ ਸਰਕਾਰੀ ਵਕੀਲ ਉਹਨਾਂ ਨੂੰ ਕਰਕੇ ਪੁੱਛ ਲਓ ਕਿ ਜੇ ਉਹ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਜਿਹੜੀ ਐਕਸਰਸਾਈਜ਼ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਆ। ਠੀਕ ਹੈ ਜੀ। ਫਿਰ ਹਾਂ, ਜੇ ਤੁਸੀਂ ਸਿੱਧੇ ਅਪੀਲ ਮੇਰਾ ਵੀਰ ਵਿਡਰਾ ਕਰ ਲੈਣੇ ਨਾ, ਤਾਂ ਮੇਰਾ ਵੀਰ ਤੇਰਾ ਕੇਸ, ਜੇ ਤੂੰ ਅਪੀਲ ਸਿੱਧੇ ਵਿਡਰਾ ਕਰ ਲੈਣਾ ਜਦੋਂ ਕਹਿੰਦਾ ਮੈਂ ਬੰਦ ਕਰਾਣਾ ਵਾ, ਉਹ ਤਾਂ ਫਿਰ ਜਿਹੜਾ ਇਮੀਗ੍ਰੇਸ਼ਨ ਕੋਰਟ ਦਾ ਜੱਜ ਦਾ ਡਿਸੀਜਨ ਉਹ ਫਾਈਨਲ ਹੋ ਜਾਣਾ, ਉਹ ਤਾਂ ਤੇਰੇ ਆਪਣੇ ਅਗੇਂਸਟ ਚੱਲ ਜਾਣੀ ਗੱਲ। ਸੋ ਬੰਦ ਨਹੀਂ ਇਹ ਕਰਾ ਸਕਦੇ ਕੇਸ ਏਦਾਂ। ਜੀ ਠੀਕ। ਮਨਦੀਪ, ਹਾਂਜੀ ਮਨਦੀਪ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਭਾਜੀ, ਮੇਰਾ ਨਾ ਕੇਸ ਡਿਨਾਈ ਹੋਇਆ ਸੀ 2022 ਚ, ਤੇ ਮੇਰਾ ਨਾ ਸਿਟੀਜ਼ਨ ਨਾਲ ਵਿਆਹ ਵੀ ਹੋਇਆ ਹੋਇਆ, ਤੇ ਮੈਂ ਕਿੱਦਾਂ ਤੇ ਵਿਆਹ ਵਾਲਾ ਕੇਸ ਮੈਂ ਫਾਈਲ ਕਰਨਾ ਹੈ, ਤੇ ਮੇਰੇ ਜਿੱਦਾਂ ਕਿਡਸ ਵੀ ਹੈਗੇ ਆ, ਤੇ ਮੈਂ ਇਹਨੂੰ
ਅਪੀਲ ਨੂੰ ਬੰਦ ਕਰਾ ਸਕਦਾ ਜੇ ਮੈਂ ਇਹ ਕੇਸ ਫਾਈਲ ਕਰਦਾ ਸਿਟੀਜ਼ਨ ਨਾਲ? ਅਪੀਲ ਕਿੱਥੇ ਹੈ ਪੈਂਡਿੰਗ ਤੁਹਾਡੀ ਇਸ ਵੇਲੇ? ਮੇਰਾ ਨਿਊਯਾਰਕ 'ਚ ਕੇਸ ਸੀ ਭਾਜੀ, ਸਰਕਟ ਕੋਰਟ ਨਾਲ ਅਪੀਲ ਲਾਈ ਜਿੱਦਾਂ ਮੇਰੀ ਰਿਮੂਵਲ ਲੱਗ ਗਈ। ਸੈਕੰਡ ਸਰਕਟ 'ਚ ਆ ਇਸ ਵੇਲੇ? ਮੈਨੂੰ ਭਾਜੀ ਸੈਕਿੰਡ ਕੀ ਹੋਣੀ, ਜਿੱਦਾਂ ਇੱਥੇ ਦੀ ਆ ਨਿਊਯਾਰਕ ਦੀ। ਠੀਕ ਹੈ, ਮਤਲਬ BIA ਨੇ ਡਿਨਾਈ ਕਰਤਾ ਤੇ ਸਰਕਟ ਕੋਰਟ 'ਚ ਪਹੁੰਚ ਗਏ ਤੁਸੀਂ? ਹਾਂਜੀ ਹਾਂਜੀ। ਤੇ ਆਏ ਕਦੋਂ ਹੈਗੇ ਅਮਰੀਕਾ? ਮੈਂ ਭਾਜੀ 18 'ਚ ਆਇਆ ਸੀ। ਤੇ ਵੀਜ਼ੇ ਤੇ ਆਏ ਸੀਗੇ ਕਿ 2 ਨੰਬਰ 'ਚ ਆਏ ਸੀਗੇ? ਨਹੀਂ, ਮੈਂ ਬੋਰਡਰ ਕ੍ਰੋਸ ਕਰਕੇ ਆਇਆ। ਤੇ I-130 ਹੋ ਗਿਆ ਅਪਰੂਵ ਕਿ ਨਹੀਂ ਅਜੇ? ਨਹੀਂ ਭਾਜੀ, ਮੈਂ ਕੀਤਾ ਹੈ ਭਾਜੀ। ਨਹੀਂ, ਫਿਰ ਮੇਰਾ ਵੀ ਪਹਿਲਾਂ I-130 ਅਪਰੂਵ ਹੋਊਗਾ, ਫਿਰ ਆਪਣਾ ਹੁਣ ਸਰਕਟ ਕੋਰਟ ਵਾਲੀ ਅਪੀਲ ਨੇ ਤਾਂ ਕੁਝ ਨਹੀਂ ਕਰਨਾ, ਉਹਨੂੰ ਆਪਣਾ ਜਿਹੜਾ ਵਕੀਲ ਆ ਉਹਨਾਂ ਪੁੱਛ ਲਓ ਜੇ ਕੋਈ ਉਹਦੇ ਵਿੱਚ ਆਪਸ਼ਨ ਵਗੈਰਾ ਹੈਗੀ ਆ, ਰਿਮਾਂਡ ਵਗੈਰਾ ਦੀ ਆਪਸ਼ਨ ਜਿਹੜੀ ਉਹ ਜੇ ਐਕਸਰਸਾਈਜ਼ ਕਰਦੇ ਆ ਜਾਂ ਉਹਨੂੰ ਹੋਲਡ ਤੇ ਪਾ ਕੇ ਰੱਖਦੇ ਆ। ਤੇ ਪਰ ਇਹ ਆ ਕਿ ਜਿਹੜਾ ਜੱਜ ਨੇ ਆਲਰੇਡੀ ਤੁਹਾਡੇ ਖਿਲਾਫ ਰਿਮੂਵਲ ਆਰਡਰ ਜਿਹੜਾ ਲਾਤਾ ਤੇ ਤੁਹਾਨੂੰ ਉਹਨਾਂ ਡੀਲ ਕਰਨਾ ਪੈਣਾ ਹੈ ਨਾ ਕਿੱਦਾਂ, ਜਾਂ ਤਾਂ ਅਪੀਲਾਂ ਰਾਹੀਂ ਉਹ ਆਪਣਾ ਕਈ ਵਾਰੀ ਬੰਦਾ PD ਦੇ ਲੈਵਲ ਤੇ ਪਹੁੰਚ ਜਾਂਦਾ ਰਿਮਾਂਡ ਕਰਾ ਕੇ ਤੇ ਉਹ ਕੇਸ ਰਫਾ ਦਫਾ ਹੋ ਜਾਂਦਾ। ਕਈ ਵਾਰੀ ਉਹ ਨਹੀਂ ਹੁੰਦਾ, ਫਿਰ ਤੁਹਾਨੂੰ ਅੱਗੇ 212 ਵੇਵਰ 601A ਵੇਵਰ ਦੇ ਨਾਲ ਆਪਣਾ ਬੰਦੋਬਸਤ ਕਰਨਾ ਪੈਂਦਾ ਰਿਮੂਵਲ ਆਰਡਰ ਦੇ ਖਿਲਾਫ। ਪਰ ਕੋਈ ਵੀ ਸਿਨੈਰੀਓ ਦੇ ਵਿੱਚ ਤੁਹਾਨੂੰ ਜਿੱਦਾਂ ਮਰਜ਼ੀ ਤੁਸੀਂ ਕਰੋ, ਤੁਹਾਨੂੰ ਕੰਟਰੀ ਆਊਟ ਇਹਦੇ ਵਿੱਚ ਕਰਨੀ ਪਊਗੀ ਕਿਉਂਕਿ ਤੁਸੀਂ 2 ਨੰਬਰ ਤੇ ਆਏ ਸੀਗੇ ਜੀ। ਜਿੱਦਾਂ ਹੁਣ ਮੇਰਾ I-30 ਅਪਰੂਵ ਹੋ ਜਾਂਦਾ ਹੈ, ਜੇ ਜਦੋਂ ਆ ਜਾਂਦਾ ਤੇ ਫਿਰ ਮੈਂ ਇਹ ਜਿਹੜੀ ਅਪੀਲ ਆ ਇਹਨੂੰ ਹੋਲਡ ਕਰਾ ਸਕਦਾ ਜਿੱਦਾਂ PD? ਤੁਸੀਂ ਭਾਜੀ ਆਪਣੇ ਨਾ ਜਿਹੜਾ ਵਕੀਲ ਉਹਦੇ ਥਰੂ ਹੁਣੇ ਹੀ ਜਿਹੜਾ ਹੈਗਾ ਨਾ ਉਹਨੂੰ ਕਿ ਮੈਂ I-130 ਕਰਤਾ, ਰਸੀਟ ਹੈਗੀ ਆ ਮੇਰੀ ਤੇ ਜਵਾਕ ਆ ਇਹਨਾਂ ਦੇ ਬਰਥ ਸਰਟੀਫਿਕੇਟ, ਸਿਟੀਜ਼ਨ ਬੱਚੇ ਆ, ਤੇ ਤੁਸੀਂ ਉਹਨਾਂ ਨਾਲ ਹੁਣੇ ਵੀ ਜਿਹੜੀ ਡਿਸਕਸ਼ਨ ਕਰ ਸਕਦੇ ਆ ਕਿ ਉਹ ਕੀ ਚਾਹੁੰਦੇ ਹੋ। ਤੁਹਾਨੂੰ ਨਾ ਰਾਈਟ ਵੇ ਰਿਸਪੌਂਸ ਦੇ ਦਿੰਦੇ ਆ ਕੁਝ ਦਿਨਾਂ ਦੇ ਵਿੱਚ ਕਿ ਉਹ ਜੇ ਤੁਹਾਡੇ ਨਾਲ ਸਹਿਮਤ ਆ ਕਿ ਨਹੀਂ ਸਹਿਮਤ ਆ, ਉਹਨਾਂ ਨਾਲ ਤੁਸੀਂ ਕੰਟੈਕਟ ਪਹਿਲਾਂ ਸਟੈਬਲਿਸ਼ ਕਰਕੇ ਦੇਖੋ ਸਰਕਾਰ ਨਾਲ, ਸਰਕਾਰੀ ਵਕੀਲ ਨਾਲ। ਠੀਕ ਹੈ, ਠੀਕ ਹੈ ਜੀ, ਥੈਂਕ ਯੂ ਭਾਈ। ਠੀਕ ਹੈ ਜੀ। ਓਕੇ। ਰਮਨ ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਪੁੱਛੋ ਜੀ ਸਵਾਲ। ਹਾਂਜੀ ਸਰ, ਮੇਰਾ ਕੁਐਸਚਨ ਸੀਗਾ ਜੀ, ਜਿਵੇਂ ਆਪਣੇ ਕੋਈ ਦੋਸਤ ਰਿਸ਼ਤੇਦਾਰ ਉਧਰੋਂ ਬਾਰਡਰ ਟੱਪ ਕੇ ਆਉਂਦਾ ਮੈਕਸੀਕੋ ਵੱਲੋਂ, ਤੇ ਜਿਵੇਂ ਆਪਾਂ ਉਹਨੂੰ ਜੇਲ੍ਹ 'ਚੋਂ ਲੈਣ ਜਾਂਦੇ ਆ ਜਾਂ ਆਪਾਂ ਨੂੰ ਉਧਰੋਂ ਕਾਲ ਆਉਂਦੀ ਆ ਜੇਲ੍ਹ 'ਚੋਂ ਤੁਹਾਡਾ ਬੰਦਾ ਜਾਂ ਕੋਈ ਜਾਂ ਬੌਂਡ ਭਰਦੇ ਆ, ਇਹਦੇ ਤੇ ਆਪਣੇ ਤਾਂ ਨਹੀਂ ਕੋਈ ਫਿਊਚਰ 'ਚ ਕੋਈ ਆਪਣੇ ਤੇ ਪ੍ਰੋਬਲਮ ਕ੍ਰੀਏਟ ਹੁੰਦੀ ਕੋਈ ਆਪਣੀ ਸਿਟੀਜ਼ਨਸ਼ਿਪ ਤੇ ਜਾਂ ਕਿਸੇ ਹੋਰ ਚੀਜ਼ ਤੇ? ਨਹੀਂ ਭਾਜੀ, ਇਸ ਚੀਜ਼ ਤੇ ਨਹੀਂ ਪ੍ਰੋਬਲਮ ਕ੍ਰੀਏਟ ਹੁੰਦੀ। ਜੇ ਬੰਦਾ ਪ੍ਰੋਬਲਮ ਉਦੋਂ ਕ੍ਰੀਏਟ ਹੁੰਦੀ ਆ ਜੇ ਤੁਸੀਂ ਕਿਸੇ ਦੀ ਸਮਗਲਿੰਗ ਦੇ ਵਿੱਚ ਹੈਲਪ ਕੀਤੀ ਹੋਵੇ, ਕਿ ਪਹਿਲਾਂ ਹੀ ਤੁਸੀਂ ਜਾਲ ਬਣਿਆ ਹੋਵੇ ਕਿ ਕਿੱਦਾਂ ਇਹਨੇ ਬਾਰਡਰ ਟੱਪਣਾ, ਜਾਂ ਤੁਸੀਂ ਇਹਨੂੰ ਕਿਤੇ ਰਾਈਟ ਰੂਟ ਲੈਣ ਚੱਲ ਜਾਓ, ਬਾਰਡਰ ਟੱਪੇ ਕੱਚੇ ਬੰਦੇ ਨੂੰ ਹਨਾ, ਜਿਹੜਾ ਕਸਟਡੀ 'ਚ ਨਹੀਂ ਗਿਆ। ਤੇ ਅਦਰਵਾਈਜ਼ ਸਿਰਫ ਜਿਹੜਾ ਬੌਂਡ ਦੀ ਜਿਹੜੀ ਗੱਲ ਹੈ ਤਾਂ ਭਾਜੀ ਲੀਗਲ ਪ੍ਰੋਸੈਸਿਸ ਹੈਗੇ ਆ, ਇਹਦੇ ਉੱਤੇ ਨਹੀਂ ਕੋਈ ਪ੍ਰੋਬਲਮ ਤੁਹਾਨੂੰ ਹੋਣੀ। ਓਕੇ, ਜੇ ਮਤਲਬ ਬਿਨਾਂ ਪੁਲਿਸ ਦੇ ਹੱਥ 'ਚ ਚੜੇ ਬੰਦਾ ਇੱਧਰ ਆ ਜੇ ਆਪਾਂ ਉਹਨੂੰ ਲੈ ਕੇ ਆਉਂਦੇ ਉਹ ਫਿਰ ਆਪਾਂ ਨੂੰ ਹਿਊਮਨ ਸਮਗਲਿੰਗ 'ਚ ਪੈ ਜਾਂਦਾ ਆਪਣਾ ਜੀ? ਹਾਂਜੀ, ਉਹ ਤਾਂ ਫਿਰ ਕਲੀਅਰ ਹੀ ਆ ਗਿਆ ਨਾ ਕਿ ਇੱਕ ਸਟੇਟ ਤੋਂ ਦੂਜੀ ਸਟੇਟ ਜਿਹੜਾ ਲੈ ਕੇ ਜਾ ਰਹੇ ਆ ਜਾਂ ਹਾਰਬਰ ਵੀ ਕਰ ਰਹੇ ਆ, ਉਹ ਤੁਹਾਡੀ ਪ੍ਰੋਬਲਮ ਆ ਜਾਂਦੀ ਹੈ। ਓਕੇ ਠੀਕ ਹੈ ਸਰ, ਓਕੇ ਥੈਂਕ ਯੂ ਜੀ। ਓਕੇ। ਇਹਦੇ ਵਿੱਚ ਇੱਕ ਹੋਇਆ ਵੀ ਸੀਗਾ ਕਿਸੇ ਦੇ ਚਾਚਾ ਜੀ ਜਾਂ ਮਾਮਾ ਜੀ ਏਦਾਂ ਸੀਗੇ ਤੇ ਉਹ ਕਿਤੇ ਗਏ ਸੀ ਤੇ ਪੁਲਿਸ ਨੇ ਜਿਹੜਾ ਫੜ ਲਏ ਤੇ 18 ਮਹੀਨੇ ਦੀ ਜੇਲ੍ਹ ਹੋਈ ਸੀਗੀ ਉਹਨਾਂ ਨੂੰ। ਅੱਛਾ ਜੀ। ਹਾਂ, ਸਮਗਲਿੰਗ ਕਰਦੇ ਕਿ ਬਾਰਡਰ ਤੇ ਗਏ ਲੈਣ। ਕੀ ਉਹਨਾਂ ਦੀ ਕੋਈ ਇਮੀਗ੍ਰੇਸ਼ਨ ਸਟੇਟਸ ਤੇ ਤਾਂ ਨਹੀਂ ਫਰਕ ਪਿਆ ਸੀ? ਸਿਟੀਜ਼ਨ ਸੀਗੇ। ਸਿਟੀਜ਼ਨ ਸੀ। ਸੋ ਪਰ ਉਹ ਗੱਲ 'ਚ ਬਹੁਤ ਫਰਕ ਆ ਜਿਹੜਾ ਨਾ, ਇੱਕ ਬੰਦੇ ਨੇ ਅਸਾਈਲਮ ਫਾਈਲ ਕੀਤੀ ਹੋਈ ਹੈ, ਸਿਸਟਮ 'ਚ ਹੈਗਾ, ਉਹਨੂੰ ਤੁਸੀਂ ਆਪਣੇ ਘਰੇ ਸ਼ਰਨ ਦਿੱਤੀ ਹੈ, ਉਹ ਗੱਲ ਹੋ ਰਹਾ ਹੈ। ਤੇ ਇੱਕ ਜਿਹੜਾ ਸਿੱਧਾ ਹੀ ਅਜੇ ਭਗੌੜਾ ਹੋ ਗਈ ਜਿਹੜਾ ਆਇਆ ਵਾ, ਉਹ ਗੱਲ ਹੋਰ ਆ। ਠੀਕ ਹੈ ਜੀ। ਹਾਂਜੀ ਉਦਮ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਇਹ ਆ ਕਿ ਮੈਂ ਨਾ ਮਾਰਚ ਦੇ ਵਿੱਚ ਕੇਸ ਲਗਾਇਆ ਸੀ ਜੀ ਆਪਣਾ ਅਸਾਲਮ ਆਫਿਸ ਤੇ। ਭਾਜੀ ਆਵਾਜ਼ ਨਹੀਂ ਕਲੀਅਰ। ਲਾਸਟ ਕਦੋਂ? ਆਵਾਜ਼ ਤੁਹਾਡੀ ਕਲੀਅਰ ਨਹੀਂ। ਲਾਸਟ ਕਦੋਂ ਲਾਇਆ ਸੀਗਾ ਜੀ? ਮੈਂ ਮਾਰਚ ਦੇ ਵਿੱਚ ਲਗਾਇਆ ਸੀ 2024 ਦੇ ਵਿੱਚ। ਓਕੇ ਜੀ। ਹਾਂ, ਤੇ ਵਰਕ ਪਰਮਿਟ ਜੀ ਕਿੰਨੇ ਚਿਰ ਬਾਅਦ ਆ ਜਾਂਦਾ ਹੈ ਜੀ? ਭਾਜੀ 150 ਦਿਨ ਤੁਹਾਨੂੰ ਜਿਹੜੀ ਵੇਟ ਕਰਨੀ ਪੈਂਦੀ ਹੈ। ਕਿੱਥੇ ਅਸਾਈਲਮ ਆਫਿਸ 'ਚ ਲਗਾਇਆ ਵਾ? ਹਾਂਜੀ, ਅਸਾਈਲਮ ਆਫਿਸ 'ਚ। ਹਾਂਜੀ ਭਾਜੀ 180 ਦਿਨ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ 180 ਦਿਨ ਤੋਂ ਪਹਿਲਾਂ ਨਹੀਂ ਉਹ ਵਰਕ ਪਰਮਿਟ ਅਪਰੂਵ ਕਰ ਸਕਦੇ। 150 ਦਿਨ ਬਾਅਦ ਫਾਈਲ ਕਰ ਸਕਦੇ ਆ। 180 ਦਿਨ ਬਾਅਦ ਜਿਹੜਾ ਉਹਨਾਂ ਨੇ ਵਰਕ ਪਰਮਿਟ ਦੇਣਾ, ਕਿੰਨੀ ਦੇਰ ਚ ਆਉਂਦਾ ਵਾ? 2-3 ਮਹੀਨਿਆਂ ਦੇ ਅੰਦਰ ਜਿਹੜਾ ਆ ਜਾਣਾ ਚਾਹੀਦਾ। ਤੇ ਪ੍ਰੋਸੈਸਿੰਗ ਟਾਈਮ ਡਿਪੈਂਡਿੰਗ ਕਿਹੜੇ ਮਹੀਨੇ 'ਚ ਤੁਸੀਂ ਫਾਈਲ ਕਰਦੇ ਹੋ ਉੱਤੇ ਥੱਲੇ ਹੁੰਦੀ ਰਹਿੰਦੀ ਹੈ।
ਜੀ ਅੱਛਾ ਜੀ, ਅੱਛਾ। ਤੇ ਮੈਂ ਨਾ ਜੀ ਫੈਮਿਲੀ ਦੇ ਨਾਲ ਆਇਆ ਹਾਂ ਟੂਰਿਸਟ ਵੀਜ਼ੇ ਤੇ ਬਕਾਇਦਾ, ਇਹਦੇ 'ਚ ਵੀ ਕੋਈ ਫਰਕ ਪੈਂਦਾ? ਹਾਂਜੀ। ਟੂਰਿਸਟ ਵੀਜ਼ੇ ਤੇ ਕਹਿੰਦੇ ਆਏ ਸੀ ਪਰਿਵਾਰ ਨਾਲ, ਕਿ ਕੋਈ ਇਸ ਚੀਜ਼ ਦਾ ਵੀ ਫਰਕ ਹੁੰਦਾ? ਫਰਕ ਮਤਲਬ ਕਿੱਦਾਂ? ਮਤਲਬ ਅਸਾਈਲਮ ਵੀ ਸ਼ਾਇਦ ਜਲਦੀ ਜਾਂ ਲੇਟ ਜਾਂ ਨਹੀਂ, ਇਹ ਅਸਾਈਲਮ ਆਫਿਸ 'ਚ ਲੱਗਣਾ ਤੁਹਾਡਾ ਕੇਸ, ਬਸ ਉਹੀ ਫਰਕ ਆ। ਜਿਹੜੇ 2 ਨੰਬਰ 'ਚ ਆਉਂਦੇ ਆ ਉਹਨਾਂ ਦਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੁੰਦਾ। ਜੀ, ਤੇ ਇਹਦੇ ਵਿੱਚ ਉਹ ਮੈਂਬਰਸ਼ਿਪ ਵਗੈਰਾ ਵੀ ਲੈਣ ਦੇ ਨਾਲ ਤੇਜ਼ ਜਿਹੜੀ ਚੀਜ਼ ਹੁੰਦੀ ਆ, ਜਿਹੜੀ ਵਰਕ ਪਰਮਿਟ ਵਾਲੀ? ਹਾਂ, ਤੇਜ਼ ਦਾ ਤਾਂ ਨਹੀਂ, ਹੁਣ ਉਹ ਉਦੋਂ ਵਿਵਾਦ ਸੀਗਾ, ਦੇ ਦਿੰਦੇ ਆ, ਜਿਹੜਾ ਇਨੀਸ਼ੀਅਲ ਵਰਕ ਪਰਮਿਟ ਦੇ ਦਿੰਦੇ ਆ ਛੇਤੀ। ਠੀਕ ਹੈ ਜੀ, ਓਕੇ। ਕੁਲਵਿੰਦਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਫਰੈਂਡ ਹੈ ਜੀ, ਉਹ ਇੰਡੀਆ ਗਿਆ ਹੋਇਆ, ਡਿਪੋਰਟ ਕਰਤਾ ਸੀ ਜਿਹਨੂੰ ਹੋ ਗਏ ਕੋਈ 4 ਸਾਲ ਪਹਿਲਾਂ। ਤੇ ਉਹਨੇ ਭਾਜੀ ਉੱਥੇ ਜਿੱਦਾਂ ਉਹਦਾ ਮੈਰਿਜ ਬੇਸਿਸ ਕੇਸ ਇੱਥੋਂ ਲੱਗਾ ਹੋਇਆ, ਵਾਈਫ ਉਹਦੀ ਇੱਥੇ ਆ, ਬੇਟੀ ਵੀ ਇੱਥੇ ਇੱਕ। ਤੇ ਉਹਨੇ ਜਿਹੜਾ I-212 ਆ ਜਿਹੜਾ ਉਹਦਾ ਰਿਸੀਵ ਹੋਇਆ 26 ਜਨਵਰੀ ਇਸੇ ਸਾਲ 2024 ਚ ਹੋਇਆ ਜੀ। ਤੇ ਮੈਂ ਇਹ ਪੁੱਛਣਾ ਭਾਈ ਵੀ ਕਿੰਨਾ ਕੁ ਇਹਦਾ ਟਾਈਮ ਲੱਗਦਾ ਆ, ਕੋਈ ਇਹਦਾ ਪ੍ਰੋਸੈਸ ਕਿੰਨਾ ਕੁ ਆ, I-212 ਦੇ ਪ੍ਰੋਗਰੈਸ ਕੀ ਆ? ਭਾਜੀ ਡਿਪੈਂਡ ਕਰਦਾ ਕਿਹੜੇ ਸਰਵਿਸ ਸੈਂਟਰ ਮੋਰੇ ਆ। ਸਾਰਿਆਂ ਦੀਆਂ ਜਿਹੜੀਆਂ ਪ੍ਰੋਸੈਸਿੰਗ ਟਾਈਮਸ ਆ ਨਾ, uscis.gov ਦੀ ਵੈਬਸਾਈਟ ਤੇ ਅਵੇਲੇਬਲ ਆ। ਤੁਹਾਨੂੰ ਪਤਾ ਉਹਦਾ ਕਿਹੜਾ ਸਰਵਿਸ ਸੈਂਟਰ ਤੇ ਫਾਈਲ ਕੀਤਾ? ਉਹ ਨਾ ਇੱਥੇ ਸਿਆਟਲ ਦੇ ਲਾਗੇ ਰਹਿੰਦੇ ਸੀਗੇ, ਸੋ ਮੇਬੀ ਇਫ ਯੂ ਕੈਨ ਟੈਲ ਵੀ ਕਿਹੜਾ ਕਾ ਹੋ ਸਕਦਾ ਉਹਨਾਂ ਦਾ। ਉਹਨਾਂ ਦਾ ਦੇਖੋ, ਨਿਬਰਾਸਕਾ ਦਾ ਤੁਹਾਨੂੰ ਮੈਂ ਦੱਸ ਸਕਦਾ ਵਾ, ਮੋਸਟ ਲਾਈਕਲੀ ਉਹਨਾਂ ਦਾ ਉੱਥੇ ਹੋਣਾ, ਤੇ ਉਹਦੇ 30 ਮਹੀਨੇ ਲੱਗਦੇ ਆ। ਅੱਛਾ, ਨਿਬਰਾਸਕਾ ਦੇ 30 ਮਹੀਨੇ ਆ। ਤੇ ਇਹ ਟਰਨਿੰਗ ਹੈ ਜੀ, ਇਸੇ ਦੇ ਵਿੱਚ ਸਵਾਲ ਜਿਹੜਾ ਡਿਪੋਰਟ ਕਰਕੇ ਘੱਲਿਆ 4 ਸਾਲ ਬਾਅਦ, ਜਿੱਦਾਂ ਇਹ ਆ, ਉਹ ਤੇ ਡਿਪੈਂਡ ਕਰਦਾ ਵੀ ਉਹਨਾਂ ਦੇ ਜੇ 10 ਸਾਲ ਦੀ ਬਾਰ ਲੱਗੀ ਆ ਜਾਂ ਕਿੰਨੇ ਸਾਲ ਦੀ ਬਾਰ ਲੱਗੀ ਆ, ਵੀ ਤਾਂ ਵੀ ਇਸ ਪੂਰੇ ਕੇਸ 'ਚ ਫਰਕ ਪਊਗਾ? ਜਿਹੜਾ ਹੁਣ ਆਪਣਾ ਇੱਕ ਵਾਰੀ ਜਿਹਦਾ ਕੇਸ ਜਿਹੜਾ ਖਰਾਬ ਹੋ ਜਾਂਦਾ, ਡਿਪੋਰਟੇਸ਼ਨ ਲੱਗ ਜਾਂਦੀ ਹੈ ਤੇ ਰਿਮੂਵਲ ਆਰਡਰ ਆ ਜਾਂਦਾ ਜਿਹੜਾ, ਤੇ ਉਹ ਜਿਹੜਾ ਡਿਪੋਰਟੇਸ਼ਨ ਵਾਲਾ, ਉਹਨੂੰ ਬਚਣ ਲਈ ਤੁਹਾਨੂੰ ਜਿਹੜਾ 212 ਵੇਵਰ ਜਿਹੜਾ ਉਹ ਕਰਨਾ ਪੈਂਦਾ, ਨਹੀਂ ਤਾਂ ਤੁਹਾਨੂੰ ਆ ਨਹੀਂ ਸਕਦਾ ਤੁਹਾਡਾ ਗ੍ਰੀਨ ਕਾਰਡ। ਸੋ ਇਸੇ ਲਈ ਜਿਹੜੀ ਉਹ ਵੇਟ ਹੈ ਇਹਨਾਂ ਦੀ, ਉਹ 212 ਜੀ, ਉਹ ਉਹਨਾਂ ਦੀ ਵੇਟ ਹੈ ਬਿਲਕੁਲ। ਤੇ ਭਾਜੀ ਇਹ ਜੇ ਆਪਾਂ ਇਹਨੂੰ ਐਕਸਪੀਡਾਈਟ ਕਰਨਾ ਹੈ, ਇਹਨੂੰ ਥੋੜਾ ਫਾਸਟ ਕਰਨਾ, ਤੇ ਉਹਦੇ ਵਾਸਤੇ ਕੋਈ ਕੰਟੈਕਟ ਨੰਬਰ, ਕੋਈ ਵੈਬਸਾਈਟ ਹੈ? ਨਹੀਂ ਭਾਜੀ, ਉਹਨਾਂ ਨੇ ਐਕਸਪੀਡਾਈਟ ਨਹੀਂ ਕਰਨਾ। ਇਹ ਕਿਹੜਾ ਕੋਈ ਉਹ ਜਿਹੜਾ ਬੈਨੀਫਿਟ ਆ, ਉਹ ਤਾਂ ਇਹ ਦੇ ਦੇਣ ਤਾਂ ਉਨੀ ਬੜੀ ਚੀਜ਼ ਆ ਕਿ ਸਾਰਾ ਕੇਸ ਕੁਛ ਲੜ ਲੁੜ ਕੇ ਬੰਦੇ ਤੇ ਰਿਮੂਵਲ ਆਰਡਰ ਲੱਗਾ, ਤੇ ਮੈਂ ਕਿਹਾ ਜੇ ਅਪਰੂਵ ਕਰ ਦੇਣ ਉਹਦੇ 'ਚ ਬੜੀ ਵੱਡੀ ਗੱਲ ਆ। ਜੀ, ਐਕਸਪੀਡਾਈਟ ਦੀ ਕੋਈ ਚਾਂਸ ਨਹੀਂ ਜੀ ਇਹਦੇ ਵਿੱਚ, ਮਤਲਬ ਹੈ ਹੀ ਨਹੀਂ, ਮੱਦ ਹੀ ਨਹੀਂ ਉਹਨਾਂ ਨੇ ਰੱਖੀ। ਮਤਲਬ ਤੁਸੀਂ ਟਰਾਈ ਕਰ ਸਕਦੇ ਆ, ਪਰ ਉਹਨਾਂ ਨੇ ਤੁਹਾਨੂੰ ਇਹੀ ਕਹਿਣਾ ਕਿ ਸਾਡੇ ਪ੍ਰੋਸੈਸਿੰਗ ਦੇ ਵਿੱਚ ਆ ਨਾ, ਤੇ ਆਪਾਂ ਨਹੀਂ ਕਰਨਾ। ਠੀਕ ਹੈ ਜੀ। ਸਿਮਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਸੀਗਾ, ਮੇਰੇ ਕਜ਼ਨ ਸੀਗੇ, ਉਹਨਾਂ ਨੇ ਕੈਨੇਡਾ ਆਪਣਾ ਵੀਜ਼ਾ ਓਵਰ ਸਟੇ ਕੀਤਾ ਸੀਗਾ, ਤੇ ਫਿਰ ਉਹ ਇੰਡੀਆ ਰਿਪੋਰਟ ਹੋ ਗਏ ਸੀਗੇ, ਤੇ ਉਹਨਾਂ ਦੇ ਫਾਦਰ ਨੇ ਇੱਧਰ ਉਹਨਾਂ ਦੀ FB ਇਮੀਗ੍ਰੇਸ਼ਨ ਫਾਈਲ ਲਗਾਈ ਹੋਈ ਸੀਗੀ ਪਟੀਸ਼ਨ, ਤੇ ਹੁਣ ਉਹਨਾਂ ਦੀ ਇੰਟਰਵਿਊ ਆਈ ਆ ਕਿ ਜਿਹੜੀ ਉਹਨਾਂ ਦੀ ਕੈਨੇਡਾ ਦੀ ਡੈਪੋਰਟੇਸ਼ਨ ਹੈਗੀ ਆ, ਉਹਦਾ ਕੋਈ ਇਫੈਕਟ ਪਊਗਾ ਆਹ ਵਾਲੀ ਇਮੀਗ੍ਰੇਸ਼ਨ ਪਟੀਸ਼ਨ ਤੇ? ਇਹ ਵਾਲੀ ਇਮੀਗ੍ਰੇਸ਼ਨ ਪਟੀਸ਼ਨ ਤੇ ਤਾਂ ਨਹੀਂ ਇਫੈਕਟ ਪੈਣਾ ਕੈਨੇਡਾ ਵਾਲੀ ਤੇ, ਪਰ ਤੁਹਾਨੂੰ ਜਿਹੜਾ ਉਹਦੇ ਵਿੱਚ ਕੁਐਸਚਨ ਹੁੰਦੇ ਆ ਕਿ ਕਿਸੇ ਕੰਟਰੀ ਦਾ ਤੁਹਾਨੂੰ ਡਿਪੋਰਟ ਤਾਂ ਨਹੀਂ ਹੋਇਆ ਜਾਂ ਰਿਫਿਊਜ਼ ਤਾਂ ਨਹੀਂ ਐਂਟਰੀ ਕੀਤੀ, ਤੁਹਾਨੂੰ ਡਿਸਕਲੋਜ਼ਰ ਜਿਹੜੇ ਆ ਉਹ ਜ਼ਰੂਰ ਦੇਣੇ ਪੈਣੇ। ਓਕੇ, ਤੇ ਉਹਦਾ ਵੀਜ਼ਾ ਮਿਲ ਜਾਏਗਾ ਉਹਨਾਂ ਨੂੰ? ਡਿਪੋਰਟ ਕੇਸ ਗੱਲੋਂ ਕੀਤਾ ਹੈਗਾ ਉਹਨਾਂ ਨੂੰ? ਉਹਨਾਂ ਨੇ ਓਵਰਸਟੇ ਕੀਤਾ ਸੀਗਾ ਆਪਣਾ ਵੀਜ਼ਾ। ਕੈਨੇਡਾ ਦਾ ਨਹੀਂ ਫਰਕ ਪੈਣਾ, ਹੁਣ ਵੀਜ਼ਾ ਮਿਲੂਗਾ ਕਿ ਨਹੀਂ ਮਿਲੂਗਾ ਇਹ ਤਾਂ ਹੁਣ ਡਿਪੈਂਡ ਕਰਦਾ, ਕਿ ਕੋਈ ਹੋਰ ਮਸਲਾ ਤਾਂ ਨਹੀਂ ਹੈਗਾ, ਪਰ ਕੈਨੇਡਾ ਵਾਲੀ ਗੱਲ ਦਾ ਨਹੀਂ ਫਰਕ ਪੈਣਾ ਚਾਹੀਦਾ। ਠੀਕ ਹੈ ਜੀ, ਓਕੇ, ਠੀਕ ਹੈ, ਓਕੇ। ਰੋਮੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਭਾਜੀ ਨੂੰ ਸਵਾਲ ਪੁੱਛਣਾ, ਜਿੱਦਾਂ ਮੈਂ ਨਾ 2013 ਦੇ ਵਿੱਚ ਅਮਰੀਕਾ 'ਚ ਐਂਟਰ ਹੋਇਆ ਸੀ, ਤੇ ਮੈਂ ਪੈਰੋਲ ਤੇ ਆਇਆ ਸੀ, ਜਿੱਦਾਂ ਪੈਰੋਲ ਮਿਲੀ ਸੀ ਮੈਨੂੰ ਬਾਰਡਰ ਤੇ ਬਾਅਦ ਵਿੱਚ ਮੇਰਾ ਨਾ ਕੇਸ 2014 ਵਿੱਚ ਟਰਮੀਨੇਟਡ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਮੈਂ ਵਿਆਹ ਕੀਤਾ ਸੀ ਜੀ, ਤੇ ਉਹ ਵੀ ਨਹੀਂ ਸਿਰੇ ਚੜਿਆ, ਤੇ ਫਿਰ ਹੁਣ ਮੈਂ ਵਾਹਵਾ ਲਾਇਆ ਜੀ। ਉਹਦੇ ਵਿੱਚ ਨਾ ਜਿੱਦਾਂ ਮੈਨੂੰ ਐਡਵਾਂਸ ਪੈਰੋਲ ਮਿਲੀ ਹੈ, ਤੇ ਮੇਰਾ ਸਵਾਲ ਇਹ ਸੀ ਕਿ ਮੈਂ ਇੰਡੀਆ ਟਰੈਵਲ ਕਰ ਸਕਦਾ ਜਾਂ ਨਹੀਂ? ਨਹੀਂ ਮੇਰਾ ਵੀਰ, ਕਿਉਂਕਿ ਤੇਰੇ ਤੇ 10 ਸਾਲ ਦੀ ਜਿਹੜੀ ਬਾਰ ਉਹ ਲੱਗਦੀ ਹੈ ਜਦੋਂ ਬੰਦਾ 1 ਸਾਲ ਤੋਂ ਵੱਧ ਕੱਚਾ ਰਹਿ ਜਾਂਦਾ। ਹਾਂਜੀ ਹਾਂਜੀ, ਤੇ ਭਾਜੀ ਜਿੱਦਾਂ ਮੇਰਾ ਕੇਸ ਉਹਨਾਂ ਨੇ ਮੈਂ ਲਾਇਆ ਸੀ, ਜਿੱਦਾਂ ਅਸਾਈਲਮ ਕੇਸ ਲਾਇਆ ਸੀਗਾ, ਉਹ ਜਿੱਦਾਂ ਮੇਰਾ ਟਰਮੀਨੇਟਡ ਹੋ ਗਿਆ ਸੀਗਾ। ਮੇਰਾ ਵੀਰ 10 ਸਾਲ ਦੀ ਬਾਰ ਤਾਂ ਲੱਗਦੀ ਹੈ ਜਦੋਂ ਬੰਦਾ 1 ਸਾਲ ਤੋਂ ਵੱਧ ਕੱਚਾ ਰਹਿ ਜਾਂਦਾ, ਤੇ ਤਾਂ ਕਰਕੇ 10 ਸਾਲ ਦੀ ਬਾਰ ਜਿਹੜੀ ਹੈਗੀ ਅਨਲੌਫੁਲ ਪ੍ਰੈਜ਼ੈਂਸ ਕਰਕੇ ਲੱਗਣੀ ਹੈ, ਤੇ 10 ਸਾਲ ਤੰਗ ਹੋ ਜਾਣਾ ਬਾਹਰ ਭਾਵੇਂ ਪੇਰੋਲ ਮਿਲਿਆ ਹੋਵੇ।
ਠੀਕ ਹੈ ਜੀ, ਠੀਕ ਹੈ ਜੀ ਭਾਜੀ, ਰੋਮੀ, ਇਹੀ ਪੁੱਛਣਾ ਹੈ। ਥੈਂਕ ਯੂ। ਮਿਹਰਬਾਨੀ। ਓਕੇ ਜੀ। ਹਾਂਜੀ ਰਮਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ। ਜੀ ਭਾਜੀ ਮੇਰੀ ਵਾਈਫ ਦੀ ਨੈਕਸਟ ਵੀਕ ਫਾਈਨਲ ਹੀਅਰਿੰਗ ਹੈ ਜੀ ਵੈਨਨਾਈਸ ਐਲਏ ਦੇ ਵਿੱਚ, ਤੇ ਮੇਰਾ ਭਾਜੀ ਕੇਸ ਆ ਮਤਲਬ ਲੋਅਰ ਆਫਿਸ ਦੇ ਵਿੱਚ ਇਮੀਗ੍ਰੇਸ਼ਨ ਥੱਲੇ ਆ, ਤੇ ਭਾਜੀ ਜੇ ਆਪਾਂ ਮੈਨੂੰ ਨਾਲ ਜਾਵਾਂਗਾ ਤੇ ਮੇਰੇ ਤੇ ਕੁਛ ਨਹੀਂ ਕਰ ਸਕਦੇ ਜੱਜ ਵਗੈਰਾ, ਜੇ ਮੈਨੂੰ ਫਾਈਨਲ ਤਰੀਕ ਤੇ ਨਾਲ ਜਾਣਾ ਪੈਂਦਾ ਜੀ? ਕਿਹਦੀ ਤਰੀਕ ਆ ਭਾਜੀ? ਇਹਨਾਂ ਦੀ ਵਾਈਫ ਦੀ। ਉਹਨਾਂ ਦੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਫਾਈਨਲ ਆ ਨੈਕਸਟ ਵੀਕ ਮੇਰੀ ਵਾਈਫ ਦੀ, ਬਟ ਮੇਰਾ ਕੇਸ ਥੱਲੇ ਲੱਗਾ ਹੋਇਆ ਲੋਅਰ ਕੋਰਟ ਦੇ ਵਿੱਚ। ਅੱਛਾ, ਤੇ ਤੁਸੀਂ ਆਪਣਾ ਵਿਆਹ ਤੁਹਾਡਾ ਇੰਡੀਆ 'ਚ ਹੋਇਆ ਸੀਗਾ ਕਿ ਉਰੇ ਆ ਕੇ ਹੋਇਆ? ਹਾਂਜੀ ਨਹੀਂ ਵਿਆਹ ਇੰਡੀਆ 'ਚ ਹੋਇਆ ਭਾਜੀ, ਇੰਡੀਆ ਦਾ ਸੀ, ਬਟ ਆਏ ਅਸੀਂ ਦੋਨੋਂ 2 ਨੰਬਰ 'ਚ ਸੀਗੇ, ਬਾਰਡਰ ਕ੍ਰੋਸ ਕਰਕੇ ਆਏ ਸੀ, ਬਟ ਉਹਨਾਂ ਦਾ ਇਮੀਗ੍ਰੇਸ਼ਨ ਸੀ, ਮੇਰਾ ਥੱਲੇ ਸੀ ਕੇਸ। ਭਾਜੀ ਉਹ ਨਾ ਤੁਹਾਨੂੰ ਵਿਟਨੈਸ ਮਤਲਬ ਆਪਣੇ ਡਿਪੈਂਡਿੰਗ, ਮੈਨੂੰ ਹੁਣ ਪਤਾ ਨਹੀਂ ਤੁਹਾਡਾ ਕੇਸ ਕੀ ਹੈ, ਪਰ ਵਕੀਲ ਨਾਲ ਗੱਲ ਕਰੋ ਕਿ ਜੇ ਤੁਸੀਂ ਵਿਟਨੈਸ ਬਣਨਾ ਕਿ ਨਹੀਂ ਬਣਨਾ, ਉਹਦੇ ਕੇਸ ਤੁਸੀਂ ਵਿਟਨੈਸ ਵੀ ਬਣ ਸਕਦੇ ਆ, ਪਰ ਤੁਸੀਂ ਹਾਂਜੀ ਉਹਦੇ ਨਾਲ ਜ਼ਰੂਰ ਜਾਓ, ਘੱਟੋ ਘੱਟ ਉੱਥੇ ਹੋਵੋਗੇ ਤਾਂ ਜੱਜ ਇਹ ਨਾ ਸਵਾਲ ਉੱਠੇ ਘਰ ਵਾਲਾ ਕਿਉਂ ਨਹੀਂ ਆਇਆ, ਹਨਾ, ਗਵਾਹੀ ਦੇਣ। ਹਾਂਜੀ ਨਹੀਂ ਜਾ ਮੈਂ ਰਿਹਾ ਵਾ, ਬਟ ਮੈਂ ਇਹੀ ਪੁੱਛਿਆ ਵੀ ਮੈਨੂੰ ਉੱਥੇ ਕੁਐਸਚਨਿੰਗ ਵਗੈਰਾ ਜੱਜ ਕਰ ਸਕਦੇ ਐਜ਼ ਅ ਵਿਟਨੈਸ, ਜਿੱਦਾਂ ਮੈਂ ਜਾਣਾ ਮੈਂ ਰਿਹਾ ਭਾਜੀ ਕੁਐਸਚਨਿੰਗ ਵਗੈਰਾ ਕਰਨ ਲਈ ਨਾ ਤੁਹਾਨੂੰ ਵਿਟਨੈਸ ਲਿਸਟ ਜਿਹੜੀ ਦੇਣੀ ਪੈਂਦੀ ਹੈ ਪਹਿਲਾਂ, ਤੇ ਆਪਣੇ ਐਫੀਡੇਵਿਟ ਵਗੈਰਾ ਦੇਣਾ ਪੈਂਦਾ। ਤੁਸੀਂ ਆਪਣਾ ਐਫੀਡੇਵਿਟ ਜਮ੍ਹਾਂ ਕਰਾਇਆ ਸੀਗਾ? ਹਾਂਜੀ ਕਰਾਇਆ ਜੀ, ਸਭ ਕੁਝ ਤੁਹਾਨੂੰ ਭਾਜੀ ਇੱਕ ਨਾ ਪ੍ਰਾਈਵੇਸੀ ਵੇਵਰ ਜਮ੍ਹਾਂ ਕਰਾਉਣਾ ਹੁੰਦਾ, ਪ੍ਰਾਈਵੇਸੀ ਵੇਵਰ ਤਾਂ ਕਿ ਉਹ ਤੁਹਾਡੀਆਂ ਫਾਈਲਾਂ ਦੇਖ ਸਕਣ, ਤੇ ਪ੍ਰਾਈਵੇਸੀ ਵੇਵਰ ਆਪਣਾ ਜਮ੍ਹਾਂ ਕਰਾਓ, ਫਿਰ ਤੁਸੀਂ ਗਵਾਹੀ ਦੇ ਸਕਦੇ ਆ। ਤੇ ਕਈ ਵਾਰੀ ਇਹਦੇ ਵਿੱਚ ਏਦਾਂ ਹੁੰਦਾ ਕਿ ਜੇ ਤੁਸੀਂ ਗਵਾਹੀ ਨਹੀਂ ਦਿੰਦੇ ਆ ਤੇ ਸਰਕਾਰੀ ਵਕੀਲ ਕਹੂਗਾ ਕਿ ਵਿਟਨੈਸ ਅਵੇਲੇਬਲ ਆ ਕ੍ਰਾਸ ਐਗਜ਼ਾਮਿਨ ਲਈ ਤੇ ਗਵਾਹੀ ਨਹੀਂ ਦੇ ਰਿਹਾ, ਤੇ ਇਹਦਾ ਐਫੀਡੇਵਿਟ ਨੂੰ ਰੱਦ ਕਰ ਦਿਓ, ਹਨਾ। ਪੁੱਠਾ ਅਸਰ ਜਾਂਦਾ ਫਿਰ। ਹਾਂਜੀ ਜੀ ਠੀਕ ਹੈ ਜੀ। ਤੇ ਭਾਜੀ ਇੱਕ ਹੋਰ ਗੱਲ ਹੈ ਜੀ, ਜੇ ਮਹਾਰਾਜ ਦੀ ਕਿਰਪਾ ਨਾਲ ਕੇਸ ਪਾਸ ਹੁੰਦਾ, ਜਿੱਦਾਂ ਮੇਰਾ ਥੱਲੇ ਕੋਰਟ ਦੇ ਵਿੱਚ ਕੇਸ ਹੈ, ਫਿਰ ਕੱਲ ਨੂੰ ਮੇਰੀ ਕੀ ਪ੍ਰੋਸੈਸਿੰਗ ਹੋ ਸਕਦੀ, ਜਿੱਦਾਂ ਵੀ ਮੈਨੂੰ ਵੀ ਆਪਣਾ ਕੇਸ ਸੇਮ ਹੀ ਚੱਲਦਾ ਰਹੇਗਾ ਜਾਂ ਕੁਝ ਬੈਨੀਫਿਟ ਹੋਏਗਾ ਮੈਨੂੰ? ਬੈਨੀਫਿਟ ਹੋਊਗਾ, ਇੱਕ ਆਪਣੀ ਰਿਫਿਊਜੀ ਪਟੀਸ਼ਨ ਹੁੰਦੀ ਆ 730 ਕਹਿੰਦੇ ਉਹਨੂੰ, ਤੁਸੀਂ ਘਰ ਵਾਲੀ ਜਦੋਂ ਇੱਕ ਵਾਰੀ ਪਾਸ ਹੋ ਗਿਆ ਤਾਂ ਫਿਰ ਉਹ ਤੁਹਾਡੀ ਪਟੀਸ਼ਨ ਫਾਈਲ ਕਰ ਸਕਦੀ ਹੈ, ਤੇ ਫਿਰ ਉਹ ਤੁਹਾਡੀ ਪਟੀਸ਼ਨ ਜਦੋਂ ਅਪਰੂਵ ਹੋ ਗਈ ਤੇ ਉਸ ਤੋਂ ਬਾਅਦ ਤੁਸੀਂ ਵੀ ਗ੍ਰੀਨ ਕਾਰਡ ਵਗੈਰਾ ਅਪਲਾਈ ਕਰ ਸਕਦੇ। ਠੀਕ ਹੈ ਜੀ। ਉਹ ਸਾਲ 2 ਸਾਲ ਜੋ ਟਾਈਮ ਲੱਗ ਜਾਂਦਾ ਜੀ। ਹਾਂਜੀ ਇੰਨਾ ਤਾਂ ਲੱਗਣਾ ਹੀ ਲੱਗਣਾ ਜੀ, ਸਾਰਿਆਂ ਦੇ ਲੱਗੀ ਜਾਂਦਾ, ਭੈਣ ਭਾਈਆਂ ਦਾ ਦੇਖ ਲਓ, ਰਿਸ਼ਤੇਦਾਰਾਂ ਦਾ ਦੇਖ ਲਓ, ਵਿਆਹ ਸ਼ਾਦੀ ਵਾਲੇ ਸਾਰੇ ਪਾਸੇ ਹੀ ਆ ਜੀ ਟਾਈਮ ਜਿਹੜਾ ਲੱਗ ਰਿਹਾ ਇਮੀਗ੍ਰੇਸ਼ਨ ਦਾ, ਆਪਾਂ ਨੂੰ ਪਤਾ ਹੀ ਹੈ ਬੈਕਲੌਗ ਕਿੰਨਾ ਆ। ਸਾਹਿਲ। ਇਹ ਪਹਿਲਾਂ ਜੇ ਮੈਂ ਕਿਹਾ ਕੋਰਟ ਦਾ ਨਾਮ ਦੱਸ ਦੇ, ਵੈਨ ਨਾਈ ਸੈੱਟ ਹੈ ਨਾ ਪਹਿਲਾਂ। ਹਾਂਜੀ ਮੇਰਾ ਵੀਰ ਉਧਰ ਪਹਿਲਾਂ ਕੇਸ ਵੱਲ ਉਹਦੇ ਵੱਲ ਧਿਆਨ ਦੇ ਕਿ ਉਹਦਾ ਪਾਸ ਕਿੱਦਾਂ ਹੋਣਾ, ਕਿ ਤੂੰ ਗਵਾਹੀ ਦੇਣੀ ਆ ਕਿ ਨਹੀਂ ਦੇਣੀ ਆ। ਗਵਾਹੀ ਤੂੰ ਆਪ ਦੇਣਾ ਨਹੀਂ ਚਾਹੁੰਦਾ ਤੇ ਵਾਈਫ ਨੂੰ ਕਹਿੰਦਾ ਪਾਸ ਹੋਏ, ਤੇ ਅੱਗੋਂ ਆਪਣੇ ਗ੍ਰੀਨ ਕਾਰਡ ਦੀ ਰਿਫਿਊਜੀ ਪਟੀਸ਼ਨ ਵੀ ਨਹੀਂ ਕਿ ਮੇਰਾ ਵਾਲਾ ਗ੍ਰੀਨ ਕਾਰਡ ਕਿੱਦਾਂ ਛੇਤੀ ਹੋਊਗਾ। ਪਹਿਲਾਂ ਜਿਹੜੀ ਚੀਜ਼ ਸਾਹਮਣੇ ਅਗਲੇ ਹਫਤੇ ਜਿਹੜੀ ਸਮੱਸਿਆ ਵਾ ਉਹਦੀ ਗੱਲ ਕਰ ਕੇ ਵਕੀਲ ਦੇ ਨਾਲ, ਕਿ ਵਕੀਲ ਸਾਹਿਬ ਮੈਂ ਗਵਾਹੀ ਦਵਾਂਗਾ ਵਾਈਫ ਦੇ ਕੇਸ ਨੂੰ ਕੋਈ ਫਾਇਦਾ ਹੋਊਗਾ ਕਿ ਨਹੀਂ ਹੋਊਗਾ। ਉਹ ਪਾਸ ਹੀ ਨਹੀਂ ਹੋਇਆ ਤਾਂ ਫੇਰ ਕਿੱਥੋਂ ਉਹ ਕਰੂਗੀ, ਤਾਂ ਪਹਿਲਾਂ ਹੀ ਟਾਈਮ ਲਾਈਨ ਪੁੱਛ ਰਿਹਾ ਕਿ ਟਾਈਮ 2 ਸਾਲ ਲੱਗ ਜਾਣੇ, ਹਨਾ। ਇੰਨੀ ਕਾਲੀ ਨਾ ਮੇਰਾ ਵੀਰ ਪਾ। ਨਾਲੇ ਆਪਾਂ ਨੂੰ ਪਤਾ ਵੀ ਉਹ ਉੱਥੇ ਥੋੜਾ ਸਖਤੀ ਜਿਹੜੀ ਉਹ ਜ਼ਿਆਦਾ ਜਿਹੜੀ ਚੱਲਦੀ ਆ। ਹਾਂਜੀ ਜੀ ਹਾਂਜੀ ਸਾਹਿਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਮੇਰਾ ਕੁਐਸਚਨ ਇਹ ਆ, ਮੇਰੇ ਕੋਲ ਗ੍ਰੀਨ ਕਾਰਡ ਹੈ ਤੇ ਜਿਨ੍ਹਾਂ ਨਾਲ ਮੇਰਾ ਰਿਸ਼ਤਾ ਹੋਇਆ ਉਹ ਹੈਗੀ ਬ੍ਰਿਟਿਸ਼ ਨੈਸ਼ਨੈਲਿਟੀ ਉਹਨਾਂ ਕੋਲ, ਤੇ ਉਹਨਾਂ ਦੀ ਸੈਕਿੰਡ ਮੈਰਿਜ ਹੈ ਮੇਰੇ ਨਾਲ। ਲਾਈਕ ਪਹਿਲਾਂ ਉਹਨਾਂ ਦਾ ਡਿਵੋਰਸ ਹੋਇਆ ਨਾ ਜੀ, ਇੱਕ ਡਾਟਰ ਆ, ਤੇ ਉਹਨਾਂ ਨੂੰ 90 ਡੇ ਤੋਂ ਉੱਪਰ ਹੋ ਗਏ ਇੱਥੇ ਆਇਆ ਨੇ, ਲਾਈਕ 100 ਡੇਜ਼ ਹੋ ਗਏ। ਜੇ ਮੈਂ ਇੱਥੇ ਉਹਨਾਂ ਨਾਲ ਮੈਰਿਜ ਕਰਦਾ ਕਿ ਇੱਥੇ ਉਹ ਪੱਕੇ ਹੋ ਸਕਦੇ ਆ, ਤੇ ਨਾਲ ਕੁੜੀ ਦਾ ਵੀ ਕੁਝ ਹੋ ਸਕਦਾ, ਜਾਂ ਫਿਰ ਉਹਨਾਂ ਨੂੰ ਕਾਉਂਸਲਰ ਥਰੂ ਹੀ ਆਉਣਾ ਪਊਗਾ? ਮੇਰਾ ਵੀਰ ਮੈਂ ਸ਼ਾਰਟ ਚ ਦੱਸਦਾ ਕਿੱਦਾਂ। ਤੇ ਪਹਿਲੀ ਗੱਲ ਤਾਂ ਇਹ ਨਾ, ਜਿਹੜਾ ਗ੍ਰੀਨ ਕਾਰਡ ਵਾਲਾ ਹੁੰਦਾ ਉਹ ਕੱਚੇ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ। 90 ਡੇਜ਼ ਤੋਂ ਜੇ ਉੱਤੇ ਹੋ ਗਏ ਐਸਟਾ ਤੇ ਉਹ ਆਏ ਸੀਗੇ। ਤੇ ਦੂਜਾ ਨਾ ਐਸਟਾ ਦੀਆਂ ਥੋੜੀਆਂ ਜਿਹੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਹੁੰਦੀਆਂ, ਇਹ ਤੁਸੀਂ ਨਾ ਕਾਉਂਸਲਰ ਪ੍ਰੋਸੈਸਿੰਗ ਦੇ ਵਿੱਚ ਹੀ ਜਿਹੜਾ ਜਾਓ। ਜੇ ਅਜੇ ਉਹਨਾਂ ਨੂੰ 180 ਡੇਜ਼ ਤੋਂ ਉੱਤੇ ਤਾਂ ਨਹੀਂ ਨਾ ਹੋਏ ਕੱਚੇ ਹੋਏ ਨੂੰ? ਨਹੀਂ ਹੈ ਤਾਂ 90 ਡੇਜ਼ ਹੋਇਆ। ਹਾਂਜੀ ਅਜੇ ਉਹਨਾਂ ਤੇ ਫਿਰ ਬਾਹਰ ਨਹੀਂ ਲੱਗਣੀ। ਜੇ ਉਹ 180 ਦਿਨ ਉਹਨਾਂ ਦੇ ਹੋ ਜਾਂਦੇ ਆ ਕੱਚੇ ਰਹਿੰਦੇ, ਤੇ ਫਿਰ ਉਹਨਾਂ ਦੇ 3 ਸਾਲ ਦੀ ਬਾਹਰ ਲੱਗ ਜਾਣੀ ਆ। 1 ਸਾਲ ਹੋ ਜਾਂਦਾ ਕੱਚੇ ਰਹਿੰਦੇ, 10 ਸਾਲ ਦੀ ਬਾਹਰ ਲੱਗ ਜਾਣੀ ਆ। ਤੇ ਇਹ ਗ੍ਰੀਨ ਕਾਰਡ ਹੋਲਡਰ ਵਾਲਾ ਕੱਚੇ ਬੰਦੇ ਨੂੰ ਕਰਾ ਨਹੀਂ ਸਕਦਾ ਮੇਰਾ ਵੀਰ ਇੱਥੇ ਪੱਕਾ। ਤੇ ਇਹਨਾਂ ਨੂੰ ਤੁਹਾਨੂੰ ਵਾਪਸ ਭੇਜ ਕੇ ਹੀ ਫਾਇਦਾ ਵਾ। ਜੇ ਮੈਂ ਏਦਾਂ ਕਹਿੰਦਾ ਵੀ 100 ਡੇਜ਼ ਤੇ ਵਿਆਹ ਕਰਾ ਕੇ ਤੇ ਉਹਦਾ ਪਟੀਸ਼ਨ ਲਾ ਦਈਏ ਇੱਥੇ, ਤੇ ਫਿਰ ਉਹ ਬਾਹਰ ਰੋਕਦਾ ਜਾਂ ਫਿਰ ਵਾਪਸ ਹੀ ਜਾਣਾ ਪਊਗਾ? ਨਹੀਂ ਰੋਕਦਾ ਬਾਹਰ ਉਹ ਜੀ। ਠੀਕ ਹੈ ਭਾਜੀ, ਥੈਂਕ ਯੂ ਭਾਜੀ। ਓਕੇ ਦਵਿੰਦਰ। ਸਤਿ ਸ਼੍ਰੀ ਅਕਾਲ ਭਾਈ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਸੀ, ਜਿਵੇਂ ਹੁਣ ਆਪਾਂ 2 ਬ੍ਰਦਰ ਆਏ ਸੀ ਇੱਥੇ ਅਮਰੀਕਾ 'ਚ, ਤੇ ਸਾਡੇ ਦੋਵਾਂ ਦੇ ਕੇਸ ਪਾਸ ਹੋ ਚੁੱਕੇ ਨੇ, ਤੇ ਪਰ ਆਪਾਂ ਇੱਕ ਦੂਸਰੇ ਦਾ ਦੱਸਿਆ ਨਹੀਂ ਹੈਗਾ।
ਜੀ। ਉਹਦਾ ਕੀ ਹੋ ਸਕਦਾ? ਕੇਸ ਪਾਸ ਆ ਤੁਸੀਂ ਦੱਸਿਆ ਦੋਨਾਂ ਦੇ? ਮਤਲਬ ਇੱਕ ਜਿਹੜੀ ਉਹਦੀ ਜਿਹੜੇ ਤੁਹਾਡੇ ਫਾਰਮ ਸੀਗੇ ਉਹਦੇ ਵਿੱਚ ਨਹੀਂ ਲਿਖਿਆ ਤੁਸੀਂ ਕਿ ਬ੍ਰਦਰ ਤੁਹਾਡਾ ਹੈਗਾ ਜਾਂ ਅਮਰੀਕਾ ਦੇ ਵਿੱਚ? ਨਹੀਂ, ਉਹ ਇੰਡੀਆ 'ਚ ਹੀ ਦੱਸਿਆ ਹੋਇਆ। ਹਾਂਜੀ, ਉਹ ਭਾਜੀ ਜੇ ਤੁਹਾਡਾ ਉਹ ਇਨਵੈਸਟੀਗੇਟ ਕਰਨ ਤਾਂ ਫਿਰ ਉਹ ਫ੍ਰਿਵਲਸ ਅਸਾਈਲਮ ਤੁਸੀਂ ਤੁਹਾਡੇ ਤੇ ਧਾਰਾ ਲਾ ਸਕਦੇ ਹੋ, ਕਿਉਂਕਿ ਇਹ ਮਟੀਰੀਅਲ ਇੱਕ ਐਲੀਮੈਂਟ ਜਿਹੜਾ ਹੋ ਜਾਂਦਾ ਤੇ ਇਹਦੀ ਤੁਹਾਨੂੰ ਪ੍ਰੋਬਲਮ ਬਣ ਸਕਦੀ ਹੈ ਤੇ ਤੁਹਾਡੇ ਘਰਦਿਆਂ ਨੂੰ ਵੀ ਉਹਨਾਂ ਦੇ ਵੀਜ਼ਾ ਐਪਲੀਕੇਸ਼ਨ 'ਚ ਪ੍ਰੋਬਲਮ ਬਣ ਸਕਦੀ ਹੈ। ਇਹਦਾ ਕੋਈ ਸੋਲੂਸ਼ਨ ਹੈ ਭਾਜੀ ਕਿ ਨਹੀਂ? ਸੋਲੂਸ਼ਨ ਇਹਦਾ ਭਾਜੀ ਇਹੀ ਹੈ ਕਿ ਜਿਹੜੇ ਵੀ ਸਾਡੇ ਦਰਸ਼ਕ ਸੁਣ ਰਹੇ ਆ, ਏਦਾਂ ਦਾ ਝੂਠ ਨਾ ਬੋਲੋ ਤਾਂ ਕਿ ਤੁਸੀਂ ਇਹ ਪ੍ਰੋਬਲਮ 'ਚ ਨਾ ਫਸੋ। ਹੋਰ ਕੋਈ ਸੋਲੂਸ਼ਨ ਨਹੀਂ। ਓਕੇ, ਚਲ ਠੀਕ ਹੈ ਭਾਜੀ, ਥੈਂਕ ਯੂ ਜੀ। ਵਾਰਿਸ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕੁਐਸਚਨ ਸੀਗਾ ਕਿ ਮੈਂ ਇਮੀਗ੍ਰੇਸ਼ਨ ਕੋਰਟ 'ਚ ਕੇਸ ਲਾਇਆ ਸੀਗਾ 2018 'ਚ, ਤੇ ਜੱਜ ਨੇ ਮੇਰਾ ਹੁਣ 3-4 ਮਹੀਨੇ ਪਹਿਲਾਂ ਡਿਸਮਿਸ ਕਰਤਾ ਕੇਸ, ਤੇ ਮੈਟਰੋ ਪਾਰ ਕੇ ਲਾ ਕੇ, ਤੇ ਜੱਜ ਮੈਨੂੰ ਕਹਿੰਦਾ ਸੀਗਾ ਕਿ ਤੇਰੀ ਸੁਣਵਾਈ ਕਰਾਂਗੇ, ਤੇ ਉਹਨਾਂ ਕੇਸ ਡਿਸਮਿਸ ਕਰਤਾ ਹਨਾ। ਫਿਰ ਮੈਂ ਰੀਓਪਨ ਲਾਇਆ ਜੱਜ ਨੂੰ ਵਕੀਲ ਥਰੂ, ਤੇ ਉਹਨਾਂ ਭਾਜੀ ਮਹੀਨੇ ਦੀ ਮੈਨੂੰ ਮਾਸਟਰ ਹੀਅਰਿੰਗ ਦੇ ਦਿੱਤੀ ਉਦੋਂ ਨੈਕਸਟ ਮੰਥ ਦੀ, ਤੇ ਉੱਥੇ ਮੈਂ ਗਿਆ ਤੇ ਉਹਨਾਂ ਮੇਰਾ ਫਿਰ ਡਿਸਮਿਸ ਕਰਤਾ ਕੇਸ। ਮੇਰਾ ਵੀਰ ਆਰਕੇ ਲੱਗਾ ਨਾ, ਉਹ ਫਾਲਤੂ ਫਸਣ ਦੀ ਲੋੜ ਨਹੀਂ ਹੈ। ਅਸਾਈਲਮ ਆਫਿਸ 'ਚ ਆਪਣਾ ਕੇਸ ਲਾਓ ਤੁਸੀਂ ਥੱਲੇ। ਹਾਂਜੀ ਭਾਜੀ, ਮੈਂ ਉਹ ਲਾਤਾ ਆ, ਤੇ ਮੈਂ ਤਦੇ ਤੈਨੂੰ ਪੁੱਛਣਾ ਹੈਗਾ ਕਿ ਆਪਾਂ ਇੰਟਰਵਿਊ ਵਾਸਤੇ ਰਿਕੁਐਸਟ ਕਰ ਸਕਦੇ ਹਾਂ ਕਿ ਕਿੱਦਾਂ? ਹਾਂਜੀ, ਤੁਸੀਂ ਟਰਾਈ ਕਰ ਸਕਦੇ ਆ ਇੰਟਰਵਿਊ ਲਈ ਐਕਸਪੀਡਾਈਟਲੀ। ਤੇ ਨਾਰਮਲੀ ਕੀ ਹੁੰਦਾ ਕਿ ਜਿਹੜਾ ਇੱਕ ਲਾਸੂਟ ਰਾਹੀਂ ਤੁਸੀਂ ਮੈਂਡੇਮਸ ਤੇ ਰਾਹੀਂ ਤੁਸੀਂ ਜਲਦੀ ਤਰੀਕ ਲੈ ਕੇ ਆ ਸਕਦੇ ਆ, ਤੇ ਨਾਰਮਲ ਕੇਸਾਂ ਦੇ ਵਿੱਚ ਹੁੰਦਾ ਕਿ 3 ਸਾਲ ਜਦੋਂ ਪੈਂਡਿੰਗ ਰਹੇ ਅਸਾਈਲਮ ਆਫਿਸ ਦੇ ਵਿੱਚ, ਤੇ ਫਿਰ ਤੁਸੀਂ ਉਹ ਰਿਕੁਐਸਟ ਜਨਰਲੀ ਜਿਹੜੇ ਜੱਜ ਆ ਆਨਰ ਕਰ ਦਿੰਦੇ ਆ, ਕਿਉਂਕਿ ਤੁਸੀਂ ਰਾਈਟ ਵੇ ਨਹੀਂ ਉਹਨੂੰ ਫਾਇਲ ਕਰ ਸਕਦੇ ਹੁਣ। ਤੇ ਇਹਦੇ ਵਿੱਚ ਇਹ ਹੈ ਕਿ ਤੁਸੀਂ ਘੱਟੋ ਘੱਟ ਸਾਲ ਕੁ ਦੀ ਜਿਹੜੀ ਵੇਟ ਆਪਣੀ ਕਰੋ, ਇੱਕ ਵਾਰੀ ਅਸਾਈਲਮ ਆਫਿਸ ਨੂੰ ਪੁੱਛੋ ਤਰੀਕ ਛੇਤੀ ਦਾ, ਤੇ ਸਾਲ ਕੁ ਬਾਅਦ ਤੁਸੀਂ ਮੁਕੱਦਮਾ ਉਹਨਾਂ ਤੇ ਕਰ ਸਕਦੇ ਆ ਕਿ ਤਰੀਕ ਦੇਣ ਦਾ। ਤੇ ਉਹਨਾਂ ਨੇ ਭਾਜੀ ਵਕੀਲ ਨਾਲ ਮੇਰੀ ਗੱਲ ਹੋਈ ਸੀਗੀ, ਤੇ ਉਹਨਾਂ ਨੇ ਮੈਨੂੰ ਸ਼ੋਰਟ ਨੋਟਿਸ ਕਰਾ ਕੇ ਤੇ ਉਹ ਨਾ ਫਾਈਲ ਕੀਤਾ ਹੈਗਾ, ਤੇ ਉਹਨਾਂ ਮੈਨੂੰ ਸ਼ੋਰਟ ਨੋਟਿਸ ਵਿੱਚ ਪਾਤਾ ਉਹਨਾਂ। ਵਧੀਆ, ਸ਼ਾਰਟ ਨੋਟਿਸ ਵਾਲੀ ਵੀ ਕਈ ਵਾਰੀ ਜ਼ਿਆਦਾ ਟਾਈਮ ਲਾ ਦਿੰਦੇ ਆ, 2-3 ਸਾਲ ਲਾ ਦਿੰਦੇ ਆ, ਪਰ ਠੀਕ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਜੇ ਤੁਹਾਡੀ ਆ ਗਈ ਠੀਕ ਆ, ਤੇ ਨਹੀਂ ਤੇ ਫਿਰ ਸਾਲ ਬਾਅਦ ਤੁਸੀਂ ਮੁਕੱਦਮਾ ਕਰ ਦਿਓ। ਓਕੇ, ਠੀਕ ਹੈ ਭਾਜੀ। ਤੇ ਭਾਜੀ ਇੱਕ ਕੁਐਸਚਨ ਹੋਰ ਸੀਗਾ ਕਿ ਆਪਣਾ ਰਿਸ਼ਤੇਦਾਰ ਨਾ ਟੈਕਸਸ ਕੈਂਪ ਦੇ ਵਿੱਚ, ਤੇ ਉਹਨਾਂ ਨੇ ਉਹਦੇ ਤੇ ਡੈਪੂਟੇਸ਼ਨ ਲਾਤੀ, ਤੇ ਫਿਰ ਨੈਕਸਟ ਟਾਈਮ ਕਿਹਾ ਵੀ ਜੱਜ ਕੋਲ ਤੁਹਾਡਾ ਹੁਣ ਜਿਹੜਾ ਲਾਸਟ ਚਾਂਸ ਹੈ, ਤੇ ਉਹਨਾਂ ਵੀ ਉਹਦੇ ਤੇ ਡੈਪੂਟੇਸ਼ਨ ਲਾਤੀ, ਤੇ ਹੁਣ ਕੋਈ ਹੋ ਸਕਦਾ ਹਾਲ? ਨਹੀਂ ਭਾਜੀ, ਉਹਦਾ ਆਪਣਾ ਸ਼ੋਅ ਦੇ ਵਿੱਚ ਇੱਕ ਵਾਰੀ ਕੀਤਾ ਸੀਗਾ ਵਿਜੇ ਕੁਮਾਰ ਥਿਰਾਸਿਗੀਅਮ ਦਾ ਕੇਸ, ਤੇ ਆਪਣਾ ਉਹ ਜਿਹੜੀ ਉਹਦਾ ਕੋਈ ਜੁਡੀਸ਼ੀਅਲ ਰਿਵਿਊ ਨਹੀਂ ਹੁਣ ਉੱਤੇ ਹੈਗਾ, ਉਹ ਬੰਦੇ ਨੂੰ ਵਾਪਸ ਹੀ ਭੇਜਿਆ ਜਾਊਗਾ। ਤੇ ਉਹ 9 ਸਰਕਟ ਤੇ ਨਹੀਂ ਅਪੀਲ ਭਾਜੀ ਕਰ ਸਕਦੇ? ਨਹੀਂ, 9 ਸਰਕਟ ਦੀ ਅਪੀਲ ਬੰਦ ਕਰਤੀ ਹੈ ਜੀ। ਠੀਕ ਹੈ ਜੀ, ਥੈਂਕ ਯੂ ਵੀਰੇ ਜੀ। ਅਸ਼ਵਨੀ, ਹਾਂਜੀ ਅਸ਼ਵਨੀ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਜੀ ਠੀਕ ਹੈ ਸਰ। ਹਾਂਜੀ ਹਾਂਜੀ, ਮੈਂ ਪੁੱਛਣਾ ਸੀ ਜੇ ਭਾਜੀ ਨੂੰ, ਭਾਜੀ ਮੇਰਾ 2016 ਦੀ ਪ੍ਰਾਇੋਰਟੀ ਡੇਟ ਹੈ ਜੀ ਅਫਰਮੇਟਿਵ ਅਸਾਈਲਮ ਦੀ, ਤੇ ਹਜੇ ਕੋਈ ਇੰਟਰਵਿਊ ਦੀ ਡੇਟ ਜਾਂ ਕੁਝ ਵੀ USCIS ਦੇ ਅੰਡਰ ਹੀ ਹੈ, ਹਜੇ ਕੁਝ ਵੀ ਨਹੀਂ ਆਇਆ ਜੀ। ਕੋਈ ਭਾਜੀ ਤੁਸੀਂ ਲੌਸੂਟ ਕਰੋ ਉਹਨਾਂ ਦੇ ਉੱਤੇ, ਨਿਊਜ਼ ਵੀ ਮੈਂਡੇਮਸ ਭਾਜੀ? ਹਾਂਜੀ। ਇਹ ਤੇ ਕਿੰਨਾ ਕੁ ਖਰਚਾ ਆਉਂਦਾ ਭਾਜੀ ਇਸ ਤੇ? ਭਾਜੀ ਜਿਹੜਾ ਸਾਡੀ ਫੀਸ ਆ ਉਸ ਤੋਂ ਔਨ ਟਾਪ ਆਫ ਦੈਟ ਜਿਹੜਾ ਹੈਗਾ ਜਿਹੜਾ ਵਕੀਲਾਂ ਦਾ ਵਾ, ਉਹ ਤੁਹਾਡਾ ਜਿਹੜੇ ਇਮੀਗ੍ਰੇਸ਼ਨ ਫਰਮ ਆ ਉਹਨੇ ਮੈਨੇਜਮੈਂਟ ਕਰਨ ਲਈ 3000, ਤੇ ਜਿਹੜਾ ਮੈਂਡੇਮਸ ਦਾ ਜਿਹੜਾ ਹੈਗਾ 3500, ਮਤਲਬ 6500 ਦਾ ਤੁਹਾਡਾ ਖਰਚਾ ਵੱਧ ਜਾਂਦਾ ਇਹਨਾਂ। ਠੀਕ ਹੈ ਜੀ, ਠੀਕ ਹੈ ਜੀ। ਤੇ ਇਹਦੇ ਨਾਲ ਫਿਰ ਆਪਣਾ ਪਹਿਲਾਂ ਆਪਾਂ ਤਿਆਰੀ ਕਰਕੇ ਰੱਖੀਏ ਜਿਵੇਂ ਡੇਟ ਨਾਲ ਦੀ ਨਾਲ ਆ ਜਾਂਦੀ ਹੈ? ਹਾਂਜੀ ਭਾਜੀ, ਉਹ ਕਈਆਂ ਨੂੰ ਨਾ ਉਹ ਜਿੱਦਾਂ ਹੁਣ ਇੱਕ ਬਾਈ ਦੱਸਦਾ ਸੀਗਾ ਹੁਣੇ ਪਹਿਲਾਂ ਕਿ 20-21 ਦਿਨਾਂ ਚ ਹੀਅਰਿੰਗ ਆ ਗਈ ਆ, ਤੇ ਕਈਆਂ ਦੀ 3-3 4-4 ਦਿਨਾਂ ਚ ਵੀ ਆ ਜਾਂਦੀ ਆ, ਤੇ ਉਹ ਪਹਿਲਾਂ ਹੀ ਤੁਹਾਨੂੰ ਸਾਰਾ ਜਿਹੜਾ ਫਾਈਲ ਕਰਨਾ ਪੈਂਦਾ, ਅਦਰਵਾਈਜ਼ ਮਿਸ ਹੋ ਜਾਂਦਾ। ਉਹ ਤਰੀਕ ਦੇ ਦਿੰਦੇ ਤੇ ਤੁਹਾਡੇ ਕੋਲ ਬਾਅਦ ਚ ਪੇਪਰ ਨਾ ਇਕੱਠੇ ਹੋਣੇ ਨਾ। ਠੀਕ ਹੈ ਭਾਜੀ, ਠੀਕ ਹੈ ਜੀ। ਓਕੇ, ਇਹ ਮੈਂਡੇਮਸ ਉਦੋਂ ਹੀ ਲਾਓ ਜਦੋਂ ਤੁਸੀਂ ਤਿਆਰ ਆ। ਜੇ ਤੁਸੀਂ ਤਿਆਰ ਨਹੀਂ ਹੈ ਤਾਂ ਫਿਰ ਮੈਂਡੇਮਸ ਨਾ ਲਾਓ। ਹੋ ਸਕਦਾ ਜਿੱਦਾਂ ਕਿਹਾ ਵੀ 2-3 ਦਿਨਾਂ 'ਚ ਵੀ ਆ ਗਈ ਤੇ ਫਿਰ ਕਹਿਣਾ ਵੀ ਹੁਣ ਕੀ ਕਰੀਏ ਜੀ। ਹਾਂਜੀ, ਫਿਰ ਉਹ ਔਖਾ ਹੋ ਜਾਂਦਾ। ਹਾਂਜੀ। ਤੇ ਲਲਿਤ, ਹਾਂਜੀ ਲਲਿਤ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੇਰਾ ਆਪਣਾ ਕੁਐਸਚਨ ਹੈਗਾ, ਆਪਣੇ ਨਾ ਮੇਰੇ ਬ੍ਰਦਰ ਇਨ ਲਾ ਦੀ ਪਟੀਸ਼ਨ ਕੀਤੀ ਸੀਗੀ, ਉਦੋਂ ਅੰਡਰ 21 ਸੀਗਾ, ਤੇ ਮੇਰੇ ਲਾਜ਼ ਉਦੋਂ ਗ੍ਰੀਨ ਕਾਰਡ ਤੇ ਸੀਗੇ,
ਤੇ ਹੁਣ ਉਹ ਸਿਟੀਜ਼ਨ ਹੋ ਗਏ ਆ, ਤੇ ਉਹਨਾਂ ਨੂੰ ਸਟੇਟਸ ਅਪਡੇਟ ਕਰਨਾ ਚਾਹੀਦਾ ਇਮੀਗ੍ਰੇਸ਼ਨ ਨੂੰ ਜਾਂ ਕਿੱਦਾਂ? ਕਿਉਂਕਿ ਜਿਹੜਾ ਵੀਜ਼ਾ ਬੁਲਟ ਹੈ ਨਾ, ਉਹਦੇ ਉੱਪਰ ਗ੍ਰੀਨ ਕਾਰਡ ਦੀ ਇਤਨੀ ਜ਼ਿਆਦਾ ਥੋੜੀ ਤੇਜ਼ ਚੱਲ ਰਹੀ ਤੇ ਸਿਟੀਜ਼ਨ ਦੀ ਸਲੋ ਆ। ਨਹੀਂ ਮੇਰਾ ਵੀਰ, ਉਹ ਤਾਂ ਹੁੰਦਾ ਕਿ ਜੇ ਸਿਟੀਜ਼ਨ ਬਣਨ ਨਾ, ਹੁਣ ਕੈਟਾਗਰੀ ਚੇਂਜ ਹੋ ਗਈ, ਉਹ ਗ੍ਰੀਨ ਕਾਰਡ ਵਾਲੀ ਕੈਟਾਗਰੀ 'ਚ ਤਾਂ ਆ ਹੀ ਨਹੀਂ ਸਕਦਾ। ਉਹ ਜੇ ਚੀਜ਼ ਦਾ ਟੈਨਸ਼ਨ ਹੁੰਦੀ ਤਾਂ ਫਿਰ ਸਿਟੀਜ਼ਨ ਬਣਨਾ ਨਹੀਂ ਚਾਹੀਦਾ ਸੀ ਹਨਾ, ਉਹਨੂੰ ਓਥ ਨਹੀਂ ਲੈਣੀ ਚਾਹੀਦੀ। ਹੁਣ ਜੇ ਸਿਟੀਜ਼ਨ ਬਣ ਗਏ ਆ ਤਾਂ ਉਹ ਜਦੋਂ ਜਾਣਾ ਉਹਨੇ ਤਾਂ ਸਟੇਟਸ ਪੁੱਛਣਾ, ਗ੍ਰੀਨ ਕਾਰਡ ਹੈ ਨਹੀਂ ਗੇ, ਤੇ ਉਹ ਸਹੀ ਕੈਟਾਗਰੀ ਦੇ ਥੱਲੇ ਆਣਾ, ਉਹਨਾਂ ਨੂੰ ਧੋਖਾ ਨਹੀਂ ਦੇਣਾ। ਅੱਛਾ ਜੀ, ਕਿਉਂਕਿ ਉਹਨੇ ਹਾਂਜੀ 2017 ਦਸੰਬਰ ਦੀ ਕੀਤੀ ਸੀਗੀ, ਤੇ ਹੁਣ ਮੈਨੂੰ ਲੱਗਦਾ ਪਤਾ ਨਹੀਂ ਸਿਟੀਜ਼ਨ ਤੇ ਕਿੰਨਾ ਚੱਲਦਾ ਪਿਆ। ਹਾਂਜੀ, ਪਰ ਉਹ ਗ੍ਰੀਨ ਕਾਰਡ ਦਾ ਸਾਲ ਕੁ ਜ਼ਿਆਦਾ ਲੱਗਣਾ ਹੁਣ, ਪਰ ਕੋਈ ਨਹੀਂ, ਉਹ ਸਹੀ ਤਰੀਕੇ ਨਾਲ ਹੀ ਆਓ। ਠੀਕ ਹੈ ਜੀ। ਅੱਛਾ ਜੀ, ਸਾਲ ਕੋਲ ਲੱਗਣਾ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ। ਗੁਰਵਿੰਦਰ ਜੀ ਲਾਸਟ ਕਾਲਰ ਆਪਣੇ ਅੱਜ ਦੇ। ਹਾਂਜੀ ਹਾਂਜੀ ਗੁਰਵਿੰਦਰ, ਸਤਿ ਸ਼੍ਰੀ ਅਕਾਲ। ਸਰ ਜੀ ਮੇਰੇ 2 ਕੁਐਸਚਨ ਹੈਗੇ ਆ ਜੀ। ਪੁੱਛ ਲਓ ਜੀ ਜਲਦੀ। ਇੱਕ ਮੇਰੇ ਆਪਣੇ ਕੋ ਫਾਈਲ ਲੱਗੀ ਹੋਈ ਆ ਵਿਕਰਮਾ ਜੀ ਕੋਲ, ਤੇ ਮੇਰੇ ਅਸਾਈਲਮ ਕੋਡ 'ਚ ਹੀ ਆ, ਕੇਸ ਥੱਲੇ ਅਸਾਈਲਮ 'ਚ ਲੱਗਿਆ ਹੋਇਆ, ਤੇ 2 ਸਾਲ ਹੋ ਗਏ ਮੈਨੂੰ, ਤੇ ਕੋਈ ਉਹਦਾ ਆਇਆ ਨੀ ਗਾ ਜੀ। ਹਾਂਜੀ, ਅਸਾਈਲਮ ਆਫਿਸ ਦਾ ਜਿੱਦਾਂ ਤੁਹਾਨੂੰ ਦੱਸਿਆ ਕਿ 3 ਸਾਲ ਬਾਅਦ ਤੁਸੀਂ ਮੁਕੱਦਮਾ ਕਰ ਸਕਦੇ ਹੋ। ਠੀਕ ਹੈ ਜੀ, ਸਾਲ ਵੇਟ ਕਰ ਲਈਏ ਹੋਰ ਜੀ। ਸਾਲ ਵੇਟ ਨਹੀਂ, ਸਾਲ ਆਪਣਾ ਕੇਸ ਦੀ ਤਿਆਰੀ ਕਰੋ, ਬਣਾਓ, ਉਹਨੂੰ ਟਾਈਮ ਲੱਗਣਾ, ਤੇ ਫਿਰ ਆਪਣਾ ਜਦੋਂ ਕੇਸ ਕੁਝ ਬਣ ਜਾਂਦਾ ਸਾਰਾ, ਇੱਕ ਵਾਰੀ ਉਹਨੂੰ ਐਕਸਪੀਡਾਈਟ ਰਿਕੁਐਸਟ ਕਰੋ। ਜੇ ਉਹਨਾਂ ਨੇ ਦੇਤੀ ਤਾਂ ਗੁੱਡ ਆ, ਜੇ ਨਹੀਂ ਦਿੱਤੀ ਤੇ ਫਿਰ ਮੁਕੱਦਮਾ ਕਰ ਦਿਓ। ਠੀਕ ਹੈ ਜੀ। ਤੇ ਦੂਜਾ ਮੇਰਾ ਸਵਾਲ ਹੈ ਜੀ, 2 ਮਹੀਨੇ ਹੋ ਗਏ ਜੀ ਮੈਂ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ, ਤੇ ਗਨ ਪੁਆਇੰਟ ਤੇ ਚੋਰੀ ਹੋਈ ਸੀ ਸਰ ਜੀ। ਹਾਂਜੀ, ਉਹਦਾ ਯੂ ਵੀਜ਼ਾ ਤੁਹਾਡਾ ਬਣ ਜਾਂਦਾ, ਤੇ ਉਹ ਯੂ ਵੀਜ਼ਾ ਫਾਈਲ ਕਰੋ। ਤੇ ਉਹ ਮੈਨੂੰ ਉਹ ਨਹੀਂ ਦੇ ਰਹੇ ਜੀ ਹਾਲੇ, ਉਹ ਕਹਿੰਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੀ, ਲੈਟਰ ਨਹੀਂ ਮਿਲਦੀ ਬਈ? ਬੰਦਾ ਨਹੀਂ ਫੜ ਹੋਇਆ। ਹਾਂਜੀ, ਬੰਦਾ ਨਹੀਂ ਫੜ ਹੋਇਆ ਹਾਲੇ, ਉਹ ਕਹਿੰਦੇ ਹਾਂਜੀ, ਉਹ ਥੋੜੀ ਜਿਹੀ ਤੁਹਾਨੂੰ ਟਸਲ ਕਈ ਵਾਰੀ ਉਹਨਾਂ ਨਾਲ ਪੁਲਿਸ ਨਾਲ ਕਰਨੀ ਪੈਂਦੀ ਹੈ। ਜਦੋਂ ਤੁਹਾਨੂੰ ਪੁਲਿਸ ਦੀ ਰਿਪੋਰਟ ਮਿਲ ਜੂਗੀ ਤੇ ਉਸ ਤੋਂ ਬਾਅਦ ਆਪਣਾ ਕਾਰਵਾਈ ਆਪਾਂ ਸ਼ੁਰੂ ਕਰ ਸਕਦੇ ਹਾਂ। ਠੀਕ ਹੈ ਜੀ। ਮੈਂ ਇੱਥੇ ਆਪਣੇ ਨਾਲ ਹੀ ਆਪਣੇ ਕੋਈ ਕੇਸ ਲੱਗੇਗਾ ਜੀ ਉਹਦਾ ਵੀ, ਯੂਵੀਏ ਦਾ ਵੀ? ਹਾਂਜੀ। ਉਹ ਕਿੰਨਾ ਕੁ ਵੇਟ ਚੱਲ ਰਹੀ ਸਰ ਜੀ ਉਹਦੀ ਯੂਵੀਏ ਦੀ? ਉਹਦੀ 2016 ਦੇ ਚੱਲਦੇ ਪਏ ਹੁਣ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ, ਮਿਹਰਬਾਨੀ ਜੀ। ਧੰਨਵਾਦ ਅਟਾਰਨੀ ਟਰਕੀ ਨੇ ਜੀ, ਮਿਹਰਬਾਨੀ, ਸ਼ੁਕਰੀਆ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।